ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ। ਆਦਾਬ ਵਰਜ ਮੈਂ ਤੁਹਾਡੀ ਹੋਸਟ ਰਿਮਕੋਟ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਟੀਵੀ 84 ਦੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 3 फरवरी 2023 22 ਮਾਘ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਵ ਕੇਬਲ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਅਮਰਜੋਤ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਮੋਹਾਲੀ ਇਨਸਾਫ ਮੋਰਚਾ ਲੱਗਾ ਹੋਇਆ ਹੈ, ਅਸੀਂ ਇਕਮੁੱਠ ਹੋ ਕੇ ਮੋਰਚਾ ਸਫਲ ਕਰਨਾ ਹੈ। ਕੌਮ ਵਿੱਚ ਵੱਖ-ਵੱਖ ਕਰੰਟਸ ਹਨ ਅਤੇ ਹਰ ਜਥੇਬੰਦੀ ਅਤੇ ਧੜੇ ਦੇ ਖਿਆਲ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ। ਸੋ ਅਸੀਂ ਆਪਸੀ ਵਖਰੇਵਿਆਂ ਨੂੰ ਵਧਾਈਏ ਨਾ ਸਗੋਂ ਵੱਡਾ ਜਿਗਰਾ ਰੱਖਦੇ ਹਾਂ ਜਿਹੜੇ ਵਤੀਰੇ ਜਿਹੜੇ ਹੈਗੇ ਨੇ ਹਿੱਤਾਂ ਲਈ ਵਿਰੋਧੀ ਵਿਚਾਰਾਂ ਅਤੇ ਸ਼ਖਸੀਅਤਾਂ ਦੀ ਜਿਹੜੀ ਉਹਨਾਂ ਨੂੰ ਵੀ ਥਾਂ ਦਈਏ। ਸੋ ਆਪਣੀ ਤਾਕਤ ਵਧਾਈਏ ਘਟਾਈਏ ਨਾ ਸਿਆਣਪ ਤੂੰ ਕੰਮ ਲਈਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਅਮਰਜੋਤ ਸਿੰਘ ਨਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ 4 ਫਰਵਰੀ 1986 ਦਾ ਦਿਨ ਜਿਹੜਾ ਅਜੋਕੇ ਖਾਲਿਸਤਾਨੀ ਸੰਘਰਸ਼ ਵਿੱਚ ਸਾਕਾ ਨਕੋਦਰ ਵਜੋਂ ਜਿਹੜਾ ਜਾਣਿਆ ਜਾਂਦਾ ਹੈ। ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਅਦਾਬ ਲਈ 4 ਸਿੱਖ ਨੌਜਵਾਨਾਂ ਭਾਈ ਰਵਿੰਦਰ ਸਿੰਘ ਲਿੱਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ ਅਤੇ ਭਾਈ ਚਿਲਮਨ ਸਿੰਘ ਜੀ ਨੇ ਜਿਹੜਾ ਸ਼ਹੀਦੀ ਜਾਮ ਪੀਤਾ। ਸੋ 37 ਵਰੇ ਬੀਤਣ ਬਾਅਦ ਵੀ ਇਸ ਖੂਨੀ ਕਾਂਡ ਦੇ ਜਿਹੜੇ ਦੋਸ਼ੀ ਕਾਨੂੰਨ ਦੀ ਜਕੜ ਤੋਂ ਪਰੇ ਹਨ। ਸੋ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਇਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤਾ ਜਾਏਗਾ। ਸੋ ਇਸ ਬਾਬਤ ਆਪਾਂ ਵਿਚਾਰ ਚਰਚਾਵਾਂ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਹਰ ਅਲਾਮਤ ਜੋ ਅਸੀਂ ਪੰਜਾਬ ਦੇ ਮਾਹੌਲ ਦੇ ਵਿੱਚ ਪਿਛਲੇ ਲਗਭਗ 40 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਦੇਖ ਰਹੇ ਹਾਂ। ਜੇ 80ਵਿਆਂ ਤੋਂ ਗੱਲ ਸ਼ੁਰੂ ਕਰੀਏ, ਬਿਲਕੁਲ ਵੈਸੇ ਤਾਂ ਇਹ ਕਹਾਣੀ 75 ਸਾਲ ਪਹਿਲਾਂ ਉਦੋਂ ਹੀ ਸ਼ੁਰੂ ਹੋ ਜਾਂਦੀ ਹੈ ਜਦੋਂ ਕਿ 15 ਅਗਸਤ 1947 ਨੂੰ ਅਣਖੀ ਸਿੱਖ ਕੌਮ ਇੱਕ ਫਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਦੂਸਰੀ ਬ੍ਰਾਹਮਣਵਾਦੀਆਂ ਦੀ ਗੁਲਾਮੀ 'ਚ ਫਸ ਜਾਂਦੀ ਹੈ। ਅੱਛਾ। ਔਰ ਇਹ ਉਹ ਪੀਰੀਅਡ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਪੰਥ ਦੋਨੋਂ ਹੀ ਜਿਹੜੇ ਨੇ ਦਿੱਲੀ ਦਰਬਾਰ ਦੇ ਗਨ ਸ਼ਾਟਸ ਦੇ ਥੱਲੇ ਆ ਜਾਂਦੇ ਨੇ। 10 ਅਕਤੂਬਰ 1947 ਨੂੰ ਸਿੱਖਾਂ ਨੂੰ ਕ੍ਰਿਮੀਨਲ ਟ੍ਰਾਈਬ ਐਲਾਨਣ ਵਾਲਾ ਐਲਾਨਨਾਮਾ ਪੰਜਾਬ ਦਾ ਗਵਰਨਰ ਚੰਦੂ ਲਾਲ ਤ੍ਰਿਵੇਦੀ ਜਾਰੀ ਕਰਦਾ ਔਰ ਨਾਲ ਦੀ ਨਾਲ ਅਸੀਂ 1950ਵਿਆਂ ਦੇ ਵਿੱਚ ਹੀ ਦੇਖਦੇ ਹਾਂ ਕਿ ਰਾਧਾ ਸਵਾਮੀ, ਨਿਰੰਕਾਰੀ ਇਹ ਸਾਰੇ ਜਿਹੜੇ ਕਲਟ ਨੇ ਇਹਨਾਂ ਨੂੰ ਗਵਰਨਮੈਂਟ ਪੈਟਰਨੇਜ ਮਿਲ ਜਾਂਦੀ ਹੈ। ਬਹੁਤ ਸਾਰੇ ਇਹਨਾਂ ਚੋਂ ਬਾਹਰ ਆ ਕੇ ਡਿਪਲੋਮੈਟਿਕ ਪਾਸਪੋਰਟਸ ਦੇ ਉੱਤੇ ਟਰੈਵਲ ਕਰਦੇ ਨੇ ਔਰ ਜਦੋਂ ਤੱਕ ਅਸੀਂ 47 ਤੋਂ 1978 ਤੱਕ ਪਹੁੰਚਦੇ ਹਾਂ 13 ਅਪ੍ਰੈਲ 1978 ਉਦੋਂ ਇਹ ਨਿਰੰਕਾਰੀ ਗੁਰੂਡਮ ਜਿਸ ਨੂੰ ਸੈਂਟਰਲ ਏਜੰਸੀਆਂ ਨੇ ਪੈਟਰਨਾਈਜ਼ ਕੀਤਾ ਇਹ ਇੰਨੇ ਹੌਸਲੇ 'ਚ ਨੇ ਜਾਂ ਇੰਨਾ ਇਹਨਾਂ ਨੇ ਜਿਹੜਾ ਆਪਣਾ ਪਸਾਰਾ ਪੰਜਾਬ ਦੇ ਵਿੱਚ ਪਸਾਰਿਆ ਹੋਇਆ ਸੀ ਕਿ ਪੰਜਾਬ ਦੇ ਹਰ ਡਿਸਟ੍ਰਿਕਟ ਹੈੱਡਕੁਆਰਟਰ 'ਚ ਵੀ
ਔਰ ਈਵਨ ਮਾਝੇ ਦੇ ਦੂਰ ਦਰਾਜ ਇਲਾਕਿਆਂ 'ਚ ਖਾਸ ਤੌਰ ਤੇ ਗੁਰਦਾਸਪੁਰ ਦੇ ਵਿੱਚ ਨਿਰੰਕਾਰੀ ਡੇਰੇ ਬਣੇ ਹੋਏ ਸੀ ਔਰ ਉਹ ਬੜੇ ਧੜੱਲੇ ਦੇ ਨਾਲ ਆਪਣੇ ਆਪ ਨੂੰ ਗੁਰੂ ਐਲਾਨਦੇ ਆ। ਸ਼ੁਰੂ ਦੇ ਵਿੱਚ ਤਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨੀਵੀਂ ਥਾਂ ਤੇ ਕਰਕੇ ਆਪ ਉੱਚੇ ਬਹਿੰਦਾ ਸੀ, ਨਾਲ ਆਪਣੀ ਘਰ ਵਾਲੀ ਜਿਹਨੂੰ ਗੁਰੂ ਮਾਤਾ ਕੇ ਰਾਜ ਮਾਤਾ ਪਤਾ ਨਹੀਂ ਕੀ ਬਣਾਇਆ ਹੋਇਆ ਸੀ। ਔਰ 13 ਅਪ੍ਰੈਲ 1978 ਨੂੰ ਜਦੋਂ ਉਹਨਾਂ ਦੇ ਇਸ ਗੁਰੂ ਡੰਮ ਨੂੰ ਵਿਸਾਖੀ ਵਾਲੇ ਦਿਨ ਜਦੋਂ ਪੰਜਾਬ 'ਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਪੀਸਫੁਲ ਤਰੀਕੇ ਦੇ ਨਾਲ ਜਿਹੜਾ ਵਿਰੋਧ ਕਰਨ ਦੇ ਲਈ ਸਿੰਘਾਂ ਦਾ ਜਥਾ ਅਰਦਾਸਾ ਸੋਧ ਕੇ ਗੁਰਦੁਆਰਾ ਮੰਜੀ ਸਾਹਿਬ ਤੋਂ ਜਾਂਦਾ ਹੈ ਤੇ ਕਿਵੇਂ ਉਹਨਾਂ ਵੱਲੋਂ ਇਹੀ ਨਹੀਂ ਕਿ ਇਕੱਲੇ ਉਹਨਾਂ ਨੇ ਜਿਹੜੇ ਕਿ ਪੂਰੇ ਹਥਿਆਰਬੰਦ ਹੋ ਕੇ ਅਸਲੇ ਦੇ ਨਾਲ ਆਏ ਸੀ, ਪੁਲਿਸ ਵੀ ਉਹਨਾਂ ਦੇ ਨਾਲ ਲੱਗਦੀ ਹੈ ਔਰ ਅੰਧਾ ਧੁੰਦ ਗੋਲੀਆਂ ਚਲਾਈਆਂ ਜਾਂਦੀਆਂ। ਸ਼ਹੀਦ ਭਾਈ ਫੌਜਾ ਸਿੰਘ ਸਮੇਤ 13 ਸਿੰਘ ਸ਼ਹੀਦ ਹੁੰਦੇ ਨੇ ਔਰ 30 ਤੋਂ ਜ਼ਿਆਦਾ ਗੰਭੀਰ ਜ਼ਖਮੀ ਹੁੰਦੇ ਨੇ ਔਰ ਇਹ ਸ਼ੁਰੂਆਤ ਸੀ ਜਦੋਂ ਤੁਸੀਂ ਉਸ ਤੋਂ ਬਾਅਦ ਦਾ ਵਰਤਾਰਾ ਮੀਡੀਆ ਦੇ ਵਿੱਚ ਦੇਖਦੇ ਹੋ ਕਿ ਇੱਕਦਮ ਭਾਰਤ ਭਰ ਦਾ ਮੀਡੀਆ ਨਿਰੰਕਾਰੀਆਂ ਦੀ ਹਮਾਇਤ ਤੇ ਆ ਜਾਂਦਾ ਹੈ, ਇਹ ਕਹਿ ਕੇ ਕਿ ਜੀ ਇਹ ਤਾਂ ਆਜ਼ਾਦੀ ਹੈ ਹਰ ਇੱਕ ਨੂੰ ਵਿਚਾਰਾਂ ਦੀ, ਜੇ ਉਹ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਕੁਝ ਕਹਿੰਦੇ ਨੇ ਜਾਂ ਆਪ ਗੁਰੂ ਬਣਦਾ ਤੇ ਇਸ ਨਾਲ ਕੀ ਫਰਕ ਪੈਂਦਾ। ਸੋ ਇਹ ਉਹ ਸਾਰੀ ਸ਼ੁਰੂਆਤ ਸੀ ਜਿਹਦੇ ਚ ਕਿ ਸਿਆਣਿਆਂ ਨੂੰ ਤਾਂ ਪਹਿਲਾਂ ਹੀ ਪਤਾ ਸੀ 47 ਤੋਂ ਬਾਅਦ ਹੀ ਸਰ ਕਪੂਰ ਸਿੰਘ ਵਰਗੇ ਔਰ ਹੋਰ ਜਿਹੜੇ ਸਿੱਖ ਦਾਰਸ਼ਨਿਕ ਸੀ ਕਿ ਭਾਈ ਅਸੀਂ ਕਿੱਥੇ ਆ ਕੇ ਫਸ ਗਏ ਆ, ਇਹ ਬਦਤਰ ਸਾਡੇ ਲਈ ਹਾਲਾਤ ਬਣਦੇ ਚਲੇ ਜਾ ਰਹੇ ਨੇ। ਲੇਕਿਨ ਕਿਵੇਂ ਬਾਦਲਾਂ ਨੂੰ ਮੋਹਰੇ ਦੇ ਤੌਰ ਤੇ ਏਜੰਸੀਆਂ ਨੇ ਵਰਤਿਆ, ਉਦੋਂ ਵੀ ਪ੍ਰਕਾਸ਼ ਸਿੰਘ ਬਾਦਲ ਹੀ ਚੀਫ ਮਿਨਿਸਟਰ ਸੀ। ਔਰ ਫਿਰ ਜੇ ਅਸੀਂ ਜਦੋਂ ਅੱਜ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਬੇਸ਼ੱਕ ਅੱਜ ਇੱਥੇ 3 ਫਰਵਰੀ ਦਾ ਦਿਨ ਹੈ ਲੇਕਿਨ ਆਲਰੇਡੀ ਸਾਊਥ ਏਸ਼ੀਆ ਦੇ ਅਸਮਾਨਾਂ ਦੇ ਉੱਤੇ 4 ਫਰਵਰੀ ਦਾ ਸੂਰਜ ਚੜ ਚੁੱਕਾ ਹੈ ਔਰ 4 ਫਰਵਰੀ 1986 ਉਹ ਦਿਨ ਹੈ ਕਿਉਂਕਿ ਅੱਜ ਜਦੋਂ ਕਿ ਕੌਮੀ ਇਨਸਾਫ ਮੋਰਚਾ ਮੋਹਾਲੀ ਔਰ ਚੰਡੀਗੜ੍ਹ ਦੇ ਵਿਚਾਲੇ ਲੱਗਾ ਹੋਇਆ, ਚੰਡੀਗੜ੍ਹ ਦੀਆਂ ਬਰੂਹਾਂ ਤੇ ਹਜ਼ਾਰਾਂ ਸਿੱਖ ਸੰਗਤਾਂ ਬੈਠੀਆਂ ਨੇ ਤੇ ਸਾਡੀਆਂ ਯਾਦਾਂ ਦੇ ਵਿੱਚ 2015 ਦੇ ਵਿੱਚ ਕੀ ਹੁੰਦਾ ਹੈ, ਉਹ ਤਿੰਨੋਂ ਹੀ ਘਟਨਾਵਾਂ ਬੜੀ ਪ੍ਰੋਮੀਨੈਂਸ ਦੇ ਨਾਲ ਨੇ ਕਿ ਜੂਨ ਦੇ ਪਹਿਲੇ ਹਫਤੇ ਬੁਰਜ ਜਵਾਹਰ ਸਿੰਘ ਵਾਲਾ ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੁਰਦੁਆਰਾ ਸਾਹਿਬ ਚੋਂ ਚੁੱਕੇ ਜਾਂਦੇ ਨੇ। ਸੌਦਾ ਸਾਹਿਬ ਦੇ ਚੇਲੇ ਜਿਹੜੇ ਬਾਅਦ ਦੇ ਵਿੱਚ ਜ਼ਾਹਰ ਹੈ ਕਿ ਉਹਨਾਂ ਦੇ ਉੱਤੇ ਬਿਲਕੁਲ ਕਲੀਅਰ ਉਹਨਾਂ ਦੀ ਸ਼ਨਾਖਤ ਵੀ ਹੁੰਦੀ ਹੈ, ਉਹ ਵੱਡੇ ਵੱਡੇ ਇਸ਼ਤਿਹਾਰ ਵੀ ਲਾਉਂਦੇ ਨੇ ਵੀ ਤੁਹਾਡਾ ਗੁਰੂ ਸਾਡੇ ਕਬਜ਼ੇ 'ਚ ਹੈ, ਹਿੰਮਤ ਹੈ ਤੇ ਆ ਕੇ ਲੈ ਜਾਓ। ਔਰ ਫਿਰ ਅਸੀਂ ਦੇਖਦੇ ਹਾਂ ਕਿ ਅਕਤੂਬਰ ਤੱਕ ਪਹੁੰਚਦੇ ਹਾਂ ਜਿਹੜਾ ਉਹੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਦੇ ਅੰਗ ਜਿਹੜੇ ਨੇ ਉਹ ਬਰਗਾੜੀ ਦੀਆਂ ਗਲੀਆਂ ਦੇ ਵਿੱਚ, ਸੜਕਾਂ ਦੇ ਉੱਤੇ, ਨਾਲੇ ਦੇ ਵਿੱਚ ਖਿਲਾਰੇ ਜਾਂਦੇ ਨੇ। ਔਰ ਜਦੋਂ ਸਿੱਖ ਸੰਗਤਾਂ ਉਸ ਦੇ ਵਿਰੋਧ ਦੇ ਵਿੱਚ ਕੋਟਕਪੂਰਾ ਔਰ ਬਹਿਬਲ ਕਲਾਂ ਪੀਸਫੁਲ ਪ੍ਰੋਟੈਸਟ ਲਈ ਬੈਠਦੀਆਂ ਨੇ ਤੇ ਕਿਵੇਂ ਉਹੀ ਬਾਦਲ ਜੋ 1978 ਚ ਨਿਰੰਕਾਰੀ ਕਾਂਡ ਵਰਤਾਨ ਵਾਲਾ ਹੈ ਉਹੀ ਚੀਫ ਮਿਨਿਸਟਰ ਹੈ, ਸੁਮੇਧ ਸੈਣੀ ਉਹਦਾ ਡੀਜੀਪੀ ਹੈ ਔਰ ਕਿਵੇਂ ਦੋਵੇਂ ਥਾਵਾਂ ਤੇ ਗੋਲੀ ਕਾਂਡ ਕੀਤਾ ਜਾਂਦਾ ਹੈ। ਕੋਟਕਪੂਰੇ 'ਚ ਵੀ ਉੱਥੇ ਬੇਸ਼ੱਕ ਕੋਈ ਜਿਹੜਾ ਉਹ ਜਾਨੀ ਨੁਕਸਾਨ ਨਹੀਂ ਹੁੰਦਾ ਪਰ ਜ਼ਖਮੀ ਹੁੰਦੇ ਨੇ, ਪਰ ਬਹਿਬਲ ਕਲਾਂ ਦੇ ਵਿੱਚ 2 ਸਿੰਘ ਸ਼ਹੀਦ ਹੁੰਦੇ ਨੇ ਤੇ 2 ਦਰਜਨ ਤੋਂ ਜ਼ਿਆਦਾ ਜ਼ਖਮੀ ਹੁੰਦੇ ਨੇ। ਹੁਣ ਕਿਉਂਕਿ ਇਸ ਵੇਲੇ ਸਾਡੀਆਂ ਨਜ਼ਰਾਂ ਦੇ ਵਿੱਚ ਬਹਿਬਲ ਕਲਾਂ ਦੀ ਹੋਈ ਬੇਅਦਬੀ ਔਰ 8 ਸਾਲ ਬੀਤਣ ਬਾਅਦ ਵੀ ਇਨਸਾਫ ਨਾ ਮਿਲਣਾ, ਬਰਗਾੜੀ ਦਾ ਔਰ ਇਹ ਸਾਰੇ ਨੇ। ਲੇਕਿਨ ਯਾਦ ਦਹਾਨੀ ਲਈ ਜਦੋਂ ਅਸੀਂ 4 ਫਰਵਰੀ 1986 ਦੀ ਗੱਲ ਕਰਦੇ ਹਾਂ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿਉਂਕਿ ਬਹੁਤਿਆਂ ਨੂੰ ਲੱਗਦਾ ਹੈ ਕਿ ਵੀ ਇਹ ਜਿਹੜਾ ਜੋ ਉਹਨਾਂ ਨੇ ਬਹਿਬਲ ਕਲਾਂ ਜਾਂ ਬਰਗਾੜੀ ਦੀ ਬੇਅਦਬੀ ਤੋਂ ਸ਼ੁਰੂ ਕੀਤਾ ਬੁਰਜ ਜਵਾਹਰ ਸਿੰਘ ਵਾਲਾ ਤੋਂ ਕਿ ਭਾਈ ਹੁਣ 8 ਵਰੇ ਇਹਨੂੰ ਬੀਤ ਗਏ ਨੇ, ਨਹੀਂ, ਇਸ ਦਾ ਬਿਗਨਿੰਗ ਕਿਹਾ ਜਾਏ ਉਹ ਫਰਵਰੀ ਦੇ ਪਹਿਲੇ ਹਫਤੇ ਦੇ ਵਿੱਚ ਹੀ 3 ਫਰਵਰੀ ਨੂੰ ਅਸੀਂ ਦੇਖਦੇ ਹਾਂ ਕਿ ਕਿਵੇਂ ਜ਼ਿਲ੍ਹਾ ਜਲੰਧਰ ਦੇ ਨਕੋਦਰ ਕਸਬੇ ਦੇ ਉਸ ਮਹੱਲੇ ਦੇ ਵਿੱਚ ਜਿੱਥੇ ਇੱਕ ਗੁਰਦੁਆਰਾ ਸਾਹਿਬ ਗੁਰੂ ਅਰਜਨ ਸਾਹਿਬ ਦੇ ਨਾਂ ਦੇ ਉੱਤੇ ਸੁਭਾਏਮਾਨ ਹੈ, ਉਸ ਗੁਰਦੁਆਰਾ ਸਾਹਿਬ ਦੇ ਵਿੱਚ 5 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਕੀਤੇ ਜਾਂਦੇ ਨੇ, ਜਿਹੜਾ ਜ਼ਾਹਰ ਹੈ ਸ਼ਿਵ ਸੈਨਾ ਉਸ ਵੇਲੇ ਕਾਫੀ ਪਾਵਰਫੁਲ ਏਜੰਸੀਆਂ ਨੇ ਖੜੀ ਕੀਤੀ ਹੋਈ ਹਿੰਦੂਤਵੀ ਜਥੇਬੰਦੀ ਸੀ ਔਰ ਇਹ ਉਹ ਟਾਈਮ ਸੀ ਜਦੋਂ ਪੰਜਾਬ ਦੇ ਵਿੱਚ ਸੁਰਜੀਤ ਸਿੰਘ ਬਰਨਾਲੇ ਦੀ ਹਕੂਮਤ ਸੀ।
ਜਿਹੜਾ ਇਜ਼ਹਾਰ ਆਲਮ ਹੁਣ ਤਾਂ ਉਹ ਨਰਕਗਾਮੀ ਹੋ ਚੁੱਕਾ ਹੈ, ਉਹ ਉਸ ਉੱਥੇ ਜਿਹੜਾ ਉਹ ਐਸਐਸਪੀ ਦੇ ਅਹੁਦੇ ਤੇ ਸੀ। ਔਰ ਦਰਬਾਰਾ ਗੁਰੂ ਜਿਹੜਾ ਬਾਅਦ ਦੇ ਵਿੱਚ ਖਾਸ ਬਾਦਲ ਦਾ ਪੀਏ ਵੀ ਰਿਹਾ, ਔਰ ਬਾਦਲਾਂ ਨੇ ਆਪਣੀ ਪਾਰਟੀ ਦੀ ਟਿਕਟ ਦੇ ਉੱਤੇ ਉਹਨੂੰ ਐਮਐਲਏ ਦੀ ਚੋਣ ਵੀ ਲੜਾਈ, ਉਹ ਉੱਥੇ ਜਿਹੜਾ ਮੇਨ ਸਿਵਲ ਅਧਿਕਾਰੀ ਸੀ। ਔਰ ਜੇ ਤੁਸੀਂ ਚੇਨ ਆਫ ਕਮਾਂਡ ਦੇਖੋ ਤੇ ਫਿਰ ਉਹ ਸਾਰੇ ਹੀ ਜਸਕੀਰਤ ਸਿੰਘ ਚਾਹਲ ਜਿਹੜਾ ਜਿਸ ਨੇ ਬਹੁਤ ਜ਼ੁਲਮ ਕੀਤੇ, ਬਾਅਦ ਦੇ ਵਿੱਚ ਵੀ ਬਹੁਤ ਸਾਰੇ ਝੂਠੇ ਪੁਲਿਸ ਮੁਕਾਬਲੇ ਬਣਾਏ, ਉਹ ਵੀ, ਔਰ ਬਾਕੀ ਉਹਦਾ ਜਿਹੜਾ ਸਾਰਾ ਅਮਲਾ ਫੈਲਾ ਅਸੀਂ ਦੇਖਦੇ ਹਾਂ ਕਿ ਇਹ ਕਿਵੇਂ ਇਨਵੋਲਵ ਹੁੰਦਾ। ਔਰ ਇਹ ਕਿਉਂਕਿ ਜਦੋਂ ਅਸੀਂ 4 ਫਰਵਰੀ 1986 ਦੀ ਗੱਲ ਕਰ ਰਹੇ ਹਾਂ ਤੇ ਇਸ ਗੱਲ ਦਾ ਧਿਆਨ ਰਹੇ ਕਿ ਇੱਕ ਪਾਸੇ ਜੂਨ 84 ਤੋਂ ਬਾਅਦ ਝੂਠੇ ਪੁਲਿਸ ਮੁਕਾਬਲਿਆਂ ਦੀ ਕਹਾਣੀ ਬਰਾਬਰ ਚੱਲ ਰਹੀ ਸੀ, ਉਵੇਂ ਹੀ A ਕੈਟਾਗਰੀ, B ਕੈਟਾਗਰੀ, C ਕੈਟਾਗਰੀ ਟੈਰਰਿਸਟ ਕਹਿ ਕੇ ਨੌਜਵਾਨ ਪੰਜਾਬ ਦੇ ਪਿੰਡਾਂ ਚੋਂ ਚੁੱਕੇ ਜਾ ਰਹੇ ਸੀ। ਲੇਕਿਨ ਨਾਲ ਦੀ ਨਾਲ ਜਦੋਂ ਅਸੀਂ ਇਹ ਕਿਹਾ ਵੀ 1947 ਤੋਂ ਫੌਰਨ ਬਾਅਦ ਜਦੋਂ ਸਿੱਖ ਕੌਮ ਨੂੰ ਭਾਰਤੀ ਏਜੰਸੀਆਂ ਨੇ ਨਿਸ਼ਾਨਾ ਬਣਾਇਆ ਤੇ ਉਹਨਾਂ ਨੂੰ ਜ਼ਾਹਰ ਸੀ ਕਿ ਗੁਰੂ ਗ੍ਰੰਥ ਔਰ ਗੁਰੂ ਪੰਥ ਇਹ ਉਹ ਦੋ ਪਿੱਲਰ ਨੇ, ਦੋ ਥੰਮ ਨੇ ਜਿਨ੍ਹਾਂ ਦੇ ਉੱਤੇ ਸਿੱਖੀ ਦੀ ਇਮਾਰਤ ਖੜੀ ਹੈ, ਔਰ ਦੋਨਾਂ ਨੂੰ ਹੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ। ਸੋ ਜੂਨ 84 ਚ ਵੀ ਅਸੀਂ ਦੇਖਦੇ ਹਾਂ ਕਿ ਕਿਵੇਂ 1800 ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਜਿਹੜੇ ਸਿੱਖ ਰੈਫਰੈਂਸ ਲਾਇਬ੍ਰੇਰੀ ਚੋਂ ਚੁੱਕ ਕੇ ਲੈ ਗਏ, ਔਰ ਹੋਰ ਵੀ ਬਹੁਤ ਸਾਰਾ ਸਾਡਾ ਇਤਿਹਾਸਕ ਖਜ਼ਾਨਾ ਜਿਹੜਾ ਅੱਜ ਤੱਕ ਵੀ ਵਾਪਸ ਨਹੀਂ ਕੀਤਾ ਗਿਆ। ਫਿਰ ਨਵੰਬਰ 84 ਦੀ ਜੇ ਨਸਲਕੁਸ਼ੀ ਵੱਲ ਨਜ਼ਰ ਮਾਰੀਏ ਤੇ ਫਿਰ ਜਿੱਥੇ ਵੀ ਦਿੱਲੀ ਤੋਂ ਲੈ ਕੇ ਭਾਰਤ ਦੇ ਦੂਸਰੇ ਹਿੱਸੇ ਤੱਕ, ਕੰਨਿਆ ਕੁਮਾਰੀ ਤੱਕ, ਜੇ ਤੁਸੀਂ ਪੈਟਰਨ ਦੇਖੋ ਜਿਹਨੂੰ ਕਿ ਬਿਲਕੁਲ ਸਟੇਟ ਏਜੰਸੀਆਂ ਨੇ ਪਲਾਨ ਕੀਤਾ, ਆਰਗੇਨਾਈਜ਼ਡ ਜੈਨੋਸਾਈਡ ਸੀ। ਸੋ ਭੀੜਾਂ ਦਾ ਪਹਿਲਾ ਨਿਸ਼ਾਨਾ ਗੁਰਦੁਆਰਿਆਂ ਦੇ ਉੱਤੇ ਹੁੰਦਾ ਸੀ, ਔਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਬਾਹਰ ਲਿਆ ਕੇ ਉਸ ਨੂੰ ਜਿਹਨੂੰ ਸਾਡੀ ਜ਼ੁਬਾਨ ਬਿਆਨ ਨਹੀਂ ਸਕਦੀ ਕਿਸ ਤਰੀਕੇ ਦੇ ਨਾਲ ਬੇਅਦਬ ਕੀਤਾ ਜਾਂਦਾ ਸੀ। ਸੋ ਇਸ ਬਾਰੇ ਕੋਈ ਇਹ ਭੁਲੇਖਾ ਨਾ ਹੋਏ ਕਿ ਬਹਿਬਲ ਕਲਾਂ ਜਾਂ ਬਰਗਾੜੀ ਇਹ ਕੋਈ ਅਲੋਕਾਰ ਗੱਲ ਇੱਕਦਮ ਵਾਪਰ ਗਈ। ਇਹ ਵਰਤਾਰਾ ਜਦੋਂ ਉਹਨਾਂ ਨੇ ਮੁੱਢਲੇ ਤੌਰ ਤੇ ਜੂਨ ਦੇ ਪਹਿਲੇ ਹਫ਼ਤੇ ਫੈਸਲਾ ਕਰ ਲਿਆ ਕਿ ਭਾਈ ਸਿੱਖ ਕੌਮ ਨੂੰ ਲੌਕ ਸਟਾਕ ਐਂਡ ਬੈਰਲ, ਜਿਹਨੂੰ ਜੈਨੋਸਾਈਡ ਕਹਿੰਦੇ ਨੇ, ਬੀਜ ਨਾਸ ਕਹਿੰਦੇ ਨੇ, ਤੁਖਮ ਨਾਸ ਲਫ਼ਜ਼ ਵੀ ਕੁਝ ਥਾਵਾਂ ਤੇ ਇਸਤੇਮਾਲ ਹੁੰਦਾ ਕਿ ਇਹਨਾਂ ਦੀ ਹਿਸਟਰੀ, ਇਹਨਾਂ ਦਾ ਫਿਜ਼ੀਕਲ ਜੈਨੋਸਾਈਡ, ਇਹਨਾਂ ਦੀ ਹਿਸਟਰੀ, ਇਹਨਾਂ ਦੀ ਇਕਨੋਮਿਕਲ ਜੈਨੋਸਾਈਡ ਵੀ ਪਹਿਲਾਂ ਹੀ ਪੰਜਾਬ ਦੇ ਪਾਣੀ ਦੀ ਲੁੱਟ ਪਾਈ ਹੋਈ ਸੀ। ਔਰ ਹੁਣ ਫਾਈਨਲੀ ਅਸੀਂ ਡਰੱਗਸ ਦੇ ਹਵਾਲੇ ਨਾਲ ਵੀ ਅਸੀਂ ਗੱਲ ਕਰਾਂਗੇ ਕਿ ਕਿਵੇਂ ਪੰਜਾਬ ਦਾ ਗਵਰਨਰ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਤੋਂ ਬਾਅਦ ਕਹਿੰਦਾ ਹੈ ਕਿ ਪਿੰਡਾਂ ਦੇ ਲੋਕ ਕਹਿੰਦੇ ਨੇ ਕਿ ਇਹ ਤਾਂ ਡਰੱਗਸ ਪਿੰਡਾਂ ਦੇ ਕਰਿਆਨੇ ਦੀਆਂ ਦੁਕਾਨਾਂ ਤੇ ਮਿਲਦੀਆਂ ਨੇ ਔਰ ਸਕੂਲਾਂ ਦੇ ਬੱਚੇ ਇਹ ਵੀ ਉਹ ਟੋਟਲ ਵਾਰ ਦਾ ਹਿੱਸਾ ਹੈ ਜਿਹਦੇ ਥੱਲੇ ਪੂਰਾ ਉਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਵਿੱਚ ਜਿਹੜਾ ਉਹ ਧੱਕਿਆ ਹੋਇਆ। ਲੇਕਿਨ ਇਹ ਸਾਕਾ ਨਕੋਦਰ ਇੱਕ ਬਹੁਤ ਵੱਡਾ ਵਾਕਿਆ ਬਣਦਾ ਹੈ ਕਿਉਂਕਿ 3 ਫਰਵਰੀ ਨੂੰ ਗੁਰੂ ਗ੍ਰੰਥ ਸਾਹਿਬ ਦੇ 5 ਸਰੂਪ ਅਗਨ ਭੇਟ ਕੀਤੇ ਜਾਂਦੇ ਨੇ, ਸ਼ਿਵ ਸੈਨਾ ਉਹਦੇ ਬਿਹਾਈਂਡ ਹੈ, ਲੇਕਿਨ ਪ੍ਰਚਾਰਿਆ ਇਹ ਜਾਂਦਾ ਜੀ ਸ਼ਾਰਟ ਸਰਕਟ ਹੋ ਗਿਆ ਔਰ CRPF ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਸ਼ਹਿਰ ਨੂੰ, ਪੁਲਿਸ ਨੂੰ। ਹੁਣ ਕਿਉਂਕਿ ਨਕੋਦਰ ਸ਼ਹਿਰ ਦੇ ਅੰਦਰ, ਕਿਉਂਕਿ ਬਹੁਤ ਸਾਰੇ ਸ਼ਹਿਰਾਂ ਦੇ ਅੰਦਰ ਤਾਂ ਇਹ ਜਿਹੜੇ ਫਿਰਕੂ ਹਿੰਦੂਆਂ ਦੀ ਬਹੁਤ ਗਿਣਤੀ ਰਹੀ ਹੈ ਔਰ ਹਮੇਸ਼ਾ ਈਵਨ ਅੰਮ੍ਰਿਤਸਰ ਵੀ ਇਵੇਂ ਹੀ ਰਿਹਾ, ਲੇਕਿਨ ਆਲੇ ਦੁਆਲੇ ਪਿੰਡਾਂ ਦੇ ਵਿੱਚ ਸਿੱਖ ਵਸਦੇ ਨੇ। ਸੋ ਅਗਲੇ ਦਿਨ 4 ਫਰਵਰੀ ਨੂੰ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ 4 ਚੁਫੇਰਿਓਂ ਜਿਹੜੀਆਂ ਨੇ ਪਿੰਡਾਂ ਤੋਂ ਮਾਰਚ ਕਰਦੀਆਂ ਨੇ। ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਉਸ ਵੇਲੇ ਐਕਟਿਵ ਬਾਡੀ ਸੀ, ਔਰ ਜ਼ਾਹਰ ਹੈ ਜੂਨ 84 ਦੇ ਫੌਜੀ ਹਮਲੇ ਵੇਲੇ ਵੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਭਾਈ ਅਮਰੀਕ ਸਿੰਘ ਹੋਰਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ, ਜਨਰਲ ਸੁਬੇਗ ਸਿੰਘ ਹੋਰਾਂ ਦੇ ਨਾਲ ਸ਼ਹੀਦੀ ਜਾਮ ਪੀਤਾ। ਔਰ ਜ਼ਿਲ੍ਹਾ ਜਲੰਧਰ ਦੇ ਵਿੱਚ ਵੀ ਖਾਸ ਤੌਰ ਤੇ ਫੈਡਰੇਸ਼ਨ ਔਰ ਨਕੋਦਰ ਚ ਵੀ ਫੈਡਰੇਸ਼ਨ ਦੀ ਯੂਨਿਟ ਕਾਫੀ ਐਕਟਿਵ ਯੂਨਿਟ ਸੀ ਉਸ ਪੀਰੀਅਡ। ਹੁਣ ਜਦੋਂ ਕਿ ਸ਼ਹਿਰ ਨੂੰ ਉਹਨਾਂ ਨੇ ਪੂਰਾ ਅੰਦਰ ਪੁਲਿਸ ਔਰ ਪੂਰੀ CRPF ਲਿਆਂਦੀ ਹੋਈ ਹੈ, ਲੇਕਿਨ ਸਿੱਖ ਸੰਗਤਾਂ ਉਹਨਾਂ ਦਾ ਸਿਰਫ ਇੰਨਾ ਕਹਿਣਾ ਸੀ, ਉਹ ਸ਼ਹਿਰ ਮਾਰਚ ਕਰਕੇ ਗੁਰਦੁਆਰਾ ਸਾਹਿਬ ਜਾਣਾ ਚਾਹੁੰਦੀਆਂ ਸੀ ਕਿ ਭਾਈ ਅਸੀਂ ਗੁਰੂ ਗ੍ਰੰਥ ਸਾਹਿਬ ਜਿਹੜੇ ਅਗਨ ਭੇਟ ਕੀਤੇ ਗਏ ਨੇ ਉਹਨਾਂ ਦੀ ਪਵਿੱਤਰ ਰਾਖ ਨੂੰ ਅਸੀਂ ਲੈਣਾ ਚਾਹੁੰਦੇ ਹਾਂ ਤਾਂ ਕਿ ਅਸੀਂ ਸਿੱਖੀ ਰਵਾਇਤਾਂ ਅਨੁਸਾਰ ਉਹਨਾਂ ਨੂੰ ਜਲ ਪ੍ਰਵਾਹ ਕਰ ਸਕੀਏ ਔਰ ਉਸ ਨੂੰ ਉਸ
ਜਿਹੜਾ ਇੱਕ ਉਹਨੂੰ ਪ੍ਰੋਟੈਸਟ ਮਾਰਚ ਕਿਹਾ ਜਾ ਸਕਦਾ ਹੈ, ਰੋਸ ਮਾਰਚ ਕਿਹਾ ਜਾ ਸਕਦਾ ਹੈ, ਉਹਨਾਂ ਦੇ ਗਰੁੱਪ ਨੂੰ ਜਿਹੜੇ ਨੇ ਇਹ ਨੌਜਵਾਨ ਲੀਡ ਕਰ ਰਹੇ ਸੀ। ਪੰਜ ਪਿਆਰਿਆਂ ਦੇ ਰੂਪ ਚ ਉਹਨਾਂ ਦੇ ਹੱਥ 'ਚ ਨਿਸ਼ਾਨ ਸਾਹਿਬ ਸੀ ਔਰ ਵਾਹਿਗੁਰੂ ਜਾਪ ਕਰਦੇ ਆ ਉਹ ਜਿਹੜੇ ਨੇ ਸ਼ਹਿਰ ਦੀ ਬਰੂਹਾਂ ਦੇ ਉੱਤੇ ਪਹੁੰਚੇ ਔਰ ਬਿਨਾਂ ਵਾਰਨਿੰਗ ਤੋਂ ਇੱਕ ਪਾਸੇ ਗੱਲਬਾਤ ਦਾ ਝਾਂਸਾ ਦਿੱਤਾ ਗਿਆ ਕਿ ਠੀਕ ਹੈ ਅਸੀਂ ਹਾਇਰ ਅਪਸ ਨਾਲ ਗੱਲ ਕਰਦੇ ਹਾਂ। ਉਹਨਾਂ ਨੇ ਕਿਹਾ ਜੀ ਅਸੀਂ ਬਿਲਕੁਲ ਪੀਸਫੁਲ, ਕੋਈ ਅਸੀਂ ਸਿੱਧਾ ਗੁਰਦੁਆਰਾ ਸਾਹਿਬ ਜਾਵਾਂਗੇ, ਉੱਥੋਂ ਐਸ਼ਿਸ ਨੂੰ ਲੈ ਕੇ ਅਸੀਂ ਜਿਹੜਾ ਉਹ ਵਾਪਸ ਪਰਤਾਂਗੇ। ਔਰ ਅਚਾਨਕ ਜਿਹੜਾ ਉਹ ਗੋਲੀ ਚਲਾ ਦਿੱਤੀ ਜਾਂਦੀ ਹੈ ਔਰ ਕੱਲਾ ਇਹੀ ਨਹੀਂ ਕਿ ਉਹਨਾਂ ਜਿਹੜੇ ਮੌਕੇ ਦੇ ਉੱਤੇ 3 ਸਿੰਘ ਸ਼ਹੀਦ ਹੁੰਦੇ ਨੇ, ਲੇਕਿਨ ਚੌਥਾ ਸਿੰਘ ਜਿਹੜਾ ਫੈਡਰੇਸ਼ਨ ਦਾ ਬਹੁਤ ਅੱਛਾ ਬੁਲਾਰਾ ਵੀ ਸੀ ਔਰ ਦੂਸਰਾ ਵੀ ਹਰਮਿੰਦਰ ਸਿੰਘ ਚੁੱਲੂਪੁਰ, ਉਸ ਨੂੰ ਉਹ ਜਿਹੜਾ ਇਕਾਰੇ ਦੇ ਉੱਤੇ ਜਾ ਕੇ ਕਿਤੇ ਜ਼ਖਮੀ ਹਾਲਤ ਦੇ ਵਿੱਚ ਆਪਣੇ ਆਪ ਨੂੰ ਪ੍ਰੋਟੈਕਟ ਕਰਦਾ ਹੈ ਔਰ ਉਹਨੂੰ ਜਾ ਕੇ ਉਸ ਨੂੰ ਫੜ ਕੇ ਉਹਨੂੰ ਕਿਹਾ ਵੀ ਕਿਹੜੇ ਮੂੰਹ ਨਾਲ ਲੈਕਚਰ ਕਰਦਾ, ਉਹਦੇ ਮੂੰਹ 'ਚ ਗੋਲੀ ਮਾਰ ਕੇ ਉਹਨੂੰ ਸ਼ਹੀਦ ਕੀਤਾ ਜਾਂਦਾ ਹੈ। ਸੋ ਇਹ 4 ਸਿੱਖ ਨੌਜਵਾਨ, ਭਾਈ ਰਵਿੰਦਰ ਸਿੰਘ ਲਿੱਤਰਾ, ਭਾਈ ਬਲਧੀਰ ਸਿੰਘ ਰਾਮਗੜ੍ਹ, ਭਾਈ ਝਲਮਨ ਸਿੰਘ ਗੋਰਸੀਆਂ ਤੇ ਹਰਮਿੰਦਰ ਸਿੰਘ ਚੁੱਲੂਪੁਰ, ਇਹ 4 ਫਰਵਰੀ 1986 ਨੂੰ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਦੇ ਲਈ ਸ਼ਹੀਦੀ ਜਾਮ ਪੀਂਦੇ ਨੇ। ਔਰ ਕਿਉਂਕਿ ਉਦੋਂ ਅਜੇ ਖਾਲਿਸਤਾਨ ਦਾ ਐਲਾਨਨਾਮਾ ਨਹੀਂ ਸੀ ਹੋਇਆ, ਇਹ ਅਸੀਂ 4 ਫਰਵਰੀ 1986 ਦੀ ਗੱਲ ਕਰ ਰਹੇ ਹਾਂ। ਉਸ ਤੋਂ ਬਾਅਦ 26 ਜਨਵਰੀ 1986 ਨੂੰ ਸਰਬੱਤ ਖਾਲਸਾ ਹੁੰਦਾ ਹੈ ਔਰ ਉਸ ਸਰਬੱਤ ਖਾਲਸਾ ਵੱਲੋਂ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਹੇਠ ਥਾਪੀ ਪੰਥਕ ਕਮੇਟੀ ਵੱਲੋਂ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ ਜਾਂਦਾ। ਸੋ ਇਹਨਾਂ ਸ਼ਹੀਦੀਆਂ ਨੂੰ ਖਾਲਿਸਤਾਨ ਦੇ ਖਾਤੇ 'ਚ ਸਰਕਾਰ ਨਹੀਂ ਸੀ ਪਾ ਸਕਦੀ। ਇਹ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਦੇ ਲਈ ਔਰ ਬਿਲਕੁਲ ਬੇਹਥਿਆਰੇ, ਕਿਸੇ ਨੇ ਭੀੜ 'ਚੋਂ ਕੋਈ ਗੋਲੀ ਨਹੀਂ ਚਲਾਈ, ਕਿਸੇ ਨੇ ਕੋਈ ਡਾਂਗ ਨਹੀਂ ਵਰਾਈ, ਕਿਸੇ ਨੇ ਕਿਸੇ ਨੂੰ ਮੰਦਾ ਨਹੀਂ ਬੋਲਿਆ। ਇਹਦੇ ਬਾਵਜੂਦ ਇਹਨਾਂ 4 ਨੌਜਵਾਨਾਂ ਨੂੰ ਬੜੇ ਬਰੂਟਲ ਤਰੀਕੇ ਦੇ ਨਾਲ ਸ਼ਹੀਦ ਕੀਤਾ ਗਿਆ। ਔਰ ਅਸੀਂ ਜਦੋਂ ਇਹਨਾਂ 37 ਵਰਿਆਂ ਦੇ ਸਫ਼ਰ ਦੀ ਗੱਲ ਕਰਦੇ, ਇਹਨਾਂ 37 ਵਰਿਆਂ 'ਚ ਔਰ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਜੀ, ਕਿਉਂਕਿ ਉਹਨਾਂ ਦੇ ਪਿਤਾ ਮਾਤਾ, ਉਹਨਾਂ ਦੇ ਭਰਾ ਛੋਟੇ ਡਾਕਟਰ ਹਰਿੰਦਰ ਸਿੰਘ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ ਨੇ ਔਰ ਉਹਨਾਂ ਦੇ ਨਾਲ ਵੀ ਜਿਹੜਾ ਗੱਲਬਾਤ TV84 ਵੱਲੋਂ ਕੀਤੀ ਜਾਏਗੀ। ਜਿਵੇਂ ਉਹਨਾਂ ਨੇ ਸਿੰਗਲ ਹੈਂਡਡਲੀ, ਉਹਨਾਂ ਦੇ ਪਿਤਾ ਜੀ ਨੇ ਰਵਿੰਦਰ ਸਿੰਘ ਲਿੱਤਰਾਂ ਦੇ, ਇਸ ਕੇਸ ਦੀ ਇਨਵੈਸਟੀਗੇਸ਼ਨ ਦੇ ਲਈ, ਜਸਟਿਸ ਲੈਣ ਦੇ ਲਈ ਸਿੰਗਲ ਹੈਂਡਡਲੀ ਸਟਰਗਲ ਕੀਤੀ ਹੈ। ਮੈਂ ਸਮਝਦਾ ਕਿ ਵੀ ਇਹ ਬਹੁਤ ਘੱਟ ਇਸ ਕਿਸਮ ਦੇ ਸਿਰੜ ਵਾਲਾ ਕੋਈ ਇਨਸਾਨ ਨਜ਼ਰ ਆਏਗਾ। ਹਾਲਾਂਕਿ ਉਦੋਂ ਸਰਕਾਰ ਘਬਰਾਈ ਹੋਈ ਸੀ ਬਰਨਾਲੇ ਦੀ, ਪੰਜਾਬ ਦੇ ਵਿੱਚ ਇਸ ਘਟਨਾ ਤੋਂ ਬਾਅਦ ਬਹੁਤ ਜਿਹੜਾ ਗਮ ਔਰ ਗੁੱਸਾ ਸੀ ਔਰ ਉਹਨਾਂ ਨੇ ਜਿਹੜਾ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਉਹ ਬਣਾ ਦਿੱਤਾ ਕਿ ਜੀ ਉਹ ਪੜਤਾਲ ਕਰੇਗਾ ਔਰ ਦੂਸਰਾ ਕਰੇਗਾ। ਔਰ ਉਹਦੀ ਜਿਹੜੀ ਪੜਤਾਲ ਦੀ ਜਦੋਂ ਗਵਰਨਮੈਂਟ ਕਮਿਸ਼ਨ ਬਣਾਉਂਦੀ ਹੈ, ਕਮਿਸ਼ਨ ਸਰਕਾਰ ਨੂੰ ਆਪਣਾ ਰਿਪੋਰਟ ਦਿੰਦੀ ਹੈ, ਉਹ ਤਾਂ ਰਿਪੋਰਟ ਹੀ ਦੱਬ ਕੇ ਬੈਠ ਗਏ। ਫਿਰ ਜਦੋਂ ਰਿਪੋਰਟ ਪੇਸ਼ ਕੀਤੀ ਜਾਂਦੀ ਹੈ, ਪਾਰਟ ਹੁੰਦਾ ਹੈ ਕਿ ਐਕਸ਼ਨ ਟੇਕਨ ਰਿਪੋਰਟ, ਕਿਉਂਕਿ ਜਦੋਂ ਉਸ ਰਿਪੋਰਟ ਨੂੰ ਅਸੈਂਬਲੀ 'ਚ ਪੇਸ਼ ਕੀਤਾ ਜਾਂਦਾ ਹੈ ਉਹਦੇ ਨਾਲ ਹੁੰਦਾ ਹੈ ਕਿ ਇਸ ਰਿਪੋਰਟ ਦੇ ਉੱਤੇ ਕੀ ਐਕਸ਼ਨ ਲਿਆ ਗਿਆ। ਔਰ ਇੰਨੀ ਲੰਬੀ ਸਟਰਗਲ ਅਸੈਂਬਲੀ 'ਚ ਇਸ ਦੇ ਲਈ ਹੁੰਦੀ ਹੈ। ਪਿਛਲੀ ਅਸੈਂਬਲੀ ਦੇ ਵੇਲੇ ਸੁਖਪਾਲ ਸਿੰਘ ਖਹਿਰਾ ਜਿਹੜੇ ਕਪੂਰਥਲਾ ਤੋਂ ਜਿਹੜੇ ਨੇ ਉਹ MLA ਨੇ, ਉਹਨਾਂ ਨੇ ਇਸ ਸਵਾਲ ਨੂੰ ਜਿਹੜਾ ਉਹ ਚੁੱਕਿਆ ਸੀ ਔਰ ਉਸ ਦੇ ਨਾਲ ਹੋਰ ਵੀ ਬਹੁਤ ਸਾਰੇ ਜਿੰਨੀ ਇਸ ਦੇ ਉੱਤੇ ਕੰਮ ਬਜ਼ੁਰਗਾਂ ਨੇ ਕੀਤਾ, ਹੁਣ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਨੇ, ਕਿਉਂਕਿ ਭਾਈ ਰਵਿੰਦਰ ਸਿੰਘ ਹੋਰਾਂ ਦੇ ਪਿਤਾ ਜੀ ਨੇ ਉਹਨਾਂ 4 ਬਾਡੀਜ਼ ਨੂੰ ਵੀ ਬਾਅਦ ਦੇ ਵਿੱਚ, ਕਿਉਂਕਿ ਉਹਨਾਂ ਦੇ ਈਵਨ ਮ੍ਰਿਤਕ ਸਰੀਰ ਵੀ ਪਰਿਵਾਰ ਨੂੰ ਨਹੀਂ ਦਿੱਤੇ ਗਏ, ਬਜ਼ੁਰਗਾਂ ਨੇ ਉਹਨਾਂ ਨੂੰ ਦੇਖਿਆ ਵੀ, ਉਹਨਾਂ ਨੂੰ ਆਪਣੇ ਪੁੱਤਰਾਂ ਵਾਂਗ ਉਹਨਾਂ ਨੇ ਸਮਝਿਆ ਔਰ ਇਹਨਾਂ 37 ਵਰਿਆਂ 'ਚ ਲਗਾਤਾਰਤਾ ਨਾਲ ਉਹ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਉਹ ਆਪਣੇ ਪਿੰਡ ਲਿੱਤਰਾਂ ਸਮਾਗਮ ਕਰਦੇ ਨੇ, ਅਖੰਡ ਪਾਠ ਸਾਹਿਬ ਰਖਾਉਂਦੇ ਨੇ। ਤੇ ਹੁਣ ਵੀ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ, ਆਲਰੇਡੀ 4 ਤਰੀਕ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਇਹਨਾਂ ਦੀ ਯਾਦ ਦੇ ਵਿੱਚ ਭੋਗ ਹੋਏਗਾ। ਅਕਾਲ ਤਖਤ ਸਾਹਿਬ ਦੇ ਪਿੱਛੇ ਬੁੰਗਾ ਬਾਬਾ ਗੁਰਬਖਸ਼ ਸਿੰਘ ਹੈ। ਬਾਬਾ ਗੁਰਬਖਸ਼ ਸਿੰਘ ਉਹ ਪੰਥ ਦੇ ਜਥੇਦਾਰ ਹੋਏ ਨੇ ਜਿਨ੍ਹਾਂ ਨੇ 30 ਸਿੰਘਾਂ ਦੇ ਨਾਲ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਦਾ ਟਾਕਰਾ ਕੀਤਾ ਸੀ। ਔਰ ਅਸੀਂ ਜਦੋਂ ਬਚਪਨ 'ਚ ਵਿਜ਼ਿਟ ਕਰਦੇ ਸੀ ਅੰਮ੍ਰਿਤਸਰ ਸਾਹਿਬ, ਤੇ ਉਹ ਜਿਹੜਾ ਉਹਦੇ ਬਿਹਾਈਂਡ ਸੀ ਅਕਾਲ ਤਖਤ ਦੇ ਵਿਚਾਲੇ ਕੰਧ ਸੀ, ਤੇ ਇਹਨਾਂ ਨੇ
ਜਦੋਂ ਹੁਣ ਉਹਨੂੰ ਕੋਰੀਡੋਰ ਬਣਾਉਣ ਦੇ ਨਾਂ ਥੱਲੇ ਉਹਨੂੰ ਚੌੜਾ ਕੀਤਾ ਹੈ ਤੇ ਉਹ ਉਸੇ ਦਾ ਹੀ ਹਿੱਸਾ ਹੈ। ਪਰ ਇਹ ਅਖੰਡ ਪਾਠ ਸਾਹਿਬ ਦੇ ਭੋਗ ਜਿਹੜੇ ਨੇ ਉੱਥੇ ਹੋਣਗੇ ਔਰ ਫਿਰ 5 ਨੂੰ ਪਰਸੋਂ ਲਿਤਰਾ ਜਿਹੜਾ ਪਿੰਡ ਦੇ ਵਿੱਚ ਵੱਡਾ ਸਮਾਗਮ ਹੋ ਰਿਹਾ ਔਰ ਸਾਡੀ ਟੀਵੀ 84 ਦੀ ਟੀਮ ਦੋਨੋਂ ਹੀ ਸਮਾਗਮਾਂ ਨੂੰ ਕਵਰ ਕਰੇਗੀ ਔਰ ਅਸੀਂ ਉਸ ਕਵਰੇਜ ਨੂੰ ਜਿਹੜਾ ਆਪਣੇ ਵਿਊਅਰਸ ਤੱਕ ਪਹੁੰਚਾਵਾਂਗੇ। ਔਰ ਇਹ ਐਫਰਟ ਦੇ ਨਾਲ ਇਹਦੇ ਬਾਵਜੂਦ ਕਿ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਪੰਥ ਦੇ ਨਾਂ ਤੇ ਸਿੱਖਾਂ ਦੀਆਂ ਵੋਟਾਂ ਲੈਂਦੇ ਨੇ ਜਾਂ ਦੂਜੇ, ਲੇਕਿਨ ਈਵਨ ਇਹਨਾਂ ਸ਼ਹੀਦਾਂ ਨੂੰ ਔਰ ਦਰਸ਼ਕ ਉਹਨਾਂ ਦੀਆਂ ਤਸਵੀਰਾਂ ਦੇਖ ਸਕਦੇ ਨੇ ਸਕਰੀਨ ਦੇ ਉੱਤੇ, ਇਹਨਾਂ ਨੂੰ ਇਸ ਐਫਰਟ ਲਈ ਵੀ ਕਿ ਭਾਈ ਇਹਨਾਂ ਦੀਆਂ ਤਸਵੀਰਾਂ ਸੈਂਟਰਲ ਸਿੱਖ ਮਿਊਜ਼ੀਅਮ ਦੇ ਵਿੱਚ ਲੱਗਣ, ਕੇਂਦਰੀ ਸਿੱਖ ਅਜਾਇਬ ਘਰ, ਇੱਕ ਲੰਬੀ ਜਦੋਜਹਿਦ ਕਰਨੀ ਪਈ। ਹੁਣ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਦੀਆਂ ਤਸਵੀਰਾਂ ਉੱਥੇ ਨੇ ਔਰ ਇੱਥੇ ਵੀ ਅਸੀਂ ਅਮਰੀਕਾ ਦੇ ਵਿੱਚ ਘੱਟੋ ਘੱਟ 7-8 ਥਾਵਾਂ ਦੇ ਉੱਤੇ 3-4 ਸਾਲ ਪਹਿਲਾਂ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਵੀ ਵੱਡਾ ਸਮਾਗਮ ਕਰਕੇ ਉਹਨਾਂ ਦੇ ਲੰਗਰ ਹਾਲ ਦੇ ਵਿੱਚ ਇਹਨਾਂ 4 ਸਿੱਖ ਨੌਜਵਾਨਾਂ ਦੀਆਂ ਤਸਵੀਰਾਂ ਸੁਭਾਇਮਾਨ ਕੀਤੀਆਂ ਗਈਆਂ। ਫਰੀਮਾਉਂਟ, ਸੈਨ ਹੋਜ਼ੇ ਔਰ ਸਟਾਕਟਨ ਔਰ ਸਰੀ ਔਰ ਦੂਸਰੇ। ਸੋ ਇਹ ਉਹਨਾਂ ਦੇ ਬ੍ਰਦਰ ਡਾਕਟਰ ਹਰਿੰਦਰ ਸਿੰਘ ਆਪਣੇ ਆਪ ਦੇ ਤੌਰ ਤੇ ਵੀ ਸਿੰਗਲ ਹੈਂਡਡਲੀ, ਔਰ ਕਈ ਵਾਰ ਅਫਸੋਸ ਵੀ ਹੁੰਦਾ ਹੈ ਕਿ ਜਿਹੜਾ ਪਰਿਵਾਰਾਂ ਨੇ ਆਪਣਾ ਕੋਈ ਜੀ ਪਿਆਰਾ ਦਿੱਤਾ ਹੈ, ਜੇ ਉਹਨਾਂ ਦੇ ਹੀ ਜ਼ਿੰਮੇ ਹੋਏ ਅੱਗੋਂ ਕਿ ਜੀ ਦਿਨ ਵੀ ਉਹਨਾਂ ਨੇ ਹੀ ਮਨਾਉਣੇ ਨੇ, ਐਫਰਟ ਵੀ ਉਹਨਾਂ ਨੇ, ਫਿਰ ਇਹ ਸਾਡੇ ਲਈ ਮੈਂ ਸਮਝਦਾ ਵੀ ਸ਼ਰਮਿੰਦਗੀ ਦਾ ਵਾਇਸ ਹੈ। ਔਰ ਉਹਨਾਂ ਦੇ ਐਫਰਟ ਦਾ ਨਤੀਜਾ ਹੈ ਵੀ ਘੱਟੋ ਘੱਟ 10 ਸ਼ਹਿਰਾਂ ਨੇ ਅਮਰੀਕਾ ਦੇ ਵਿੱਚ ਜਿਹੜਾ ਇਹਨਾਂ 4 ਨੌਜਵਾਨਾਂ ਨੂੰ, ਸਾਕਾ ਨਕੋਦਰ ਨੂੰ ਐਜ਼ ਏ ਡੇ ਰੈਕਗਨਾਈਜ਼ ਕੀਤਾ ਹੈ। US ਕਾਂਗਰਸ ਦੇ ਵਿੱਚ ਕਾਂਗਰਸ ਵੂਮਨ ਉੱਥੋਂ ਕੈਲੀਫੋਰਨੀਆ ਤੋਂ, ਉਹਨਾਂ ਨੇ ਇਸ ਨੂੰ ਦਰਜ ਕਰਾਇਆ ਕਾਂਗਰੈਸ਼ਨਲ ਰੈਕਰਡ 'ਚ। ਔਰ ਡਾਕਟਰ ਇਕਦਾਰ ਕਰਾਮਤ ਚੀਮਾ ਦੇ ਐਫਰਟ ਦੇ ਨਾਲ ਈਵਨ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਜਨੀਵਾ ਦੇ ਵਿੱਚ ਵੀ ਇਸ ਇਸ਼ੂ ਨੂੰ ਚੁੱਕਿਆ ਗਿਆ। ਔਰ ਇਹਦੇ ਬਾਵਜੂਦ ਕਿ ਗੁਰਨਾਮ ਸਿੰਘ ਐਕਸ਼ਨ ਉਹਦੇ ਕਮਿਸ਼ਨ ਦਾ ਇੱਕ ਪਾਰਟ ਰਿਲੀਜ਼ ਕਰਾਇਆ ਗਿਆ, ਰਿਪੋਰਟ ਦਾ ਦੂਸਰਾ 2017-18 ਤੱਕ ਨਹੀਂ ਸੀ ਮਿਲਦਾ। ਔਰ ਹੁਣ ਵੀ ਇਸ ਦੇ ਬਾਵਜੂਦ ਕਿ ਨਵੀਂ ਸਰਕਾਰ ਨੂੰ ਬਣਿਆ ਵੀ 10-11 ਮਹੀਨੇ ਹੋ ਗਏ ਨੇ, ਜਿਹੜੀ ਨਕੋਦਰ ਤੋਂ MLA ਬੀਬੀ ਹੈ ਆਮ ਆਦਮੀ ਪਾਰਟੀ ਦੀ, ਜਿਹੜੀ ਇਸ ਲਿਤਰਾ ਕੰਸਟੀਚੁਐਂਸੀ ਨੂੰ ਕਵਰ ਕਰਦੀ ਹੈ, ਉਹਨਾਂ ਨੂੰ ਬਜ਼ੁਰਗਾਂ ਨੇ ਜਿਹੜਾ ਮੈਮੋਰੈਂਡਮ ਔਰ ਦੂਸਰਾ ਦਿੱਤਾ ਹੈ ਕਿ ਭਾਈ ਤੁਸੀਂ ਦੱਸੋ ਤਾਂ ਸਹੀ। ਹੁਣ ਇਹ ਸਾਰੇ ਚੋਂ ਜਿਹੜੇ ਦੂਜਾ ਜਿਹੜਾ ਉਸ ਵੇਲੇ ਦਾ ਵੱਡਾ ਇਜ਼ਹਾਰ ਆਲਮ ਦਾ ਕੁਦਰਤੀ ਮੌਤ ਮਾਰ ਚੁੱਕਾ ਹੈ। ਹੁਣ ਜਿਹੜਾ ਜਸਕੀਰਤ ਸਿੰਘ ਚਾਹਲ ਜਿਹਨੇ ਜ਼ੁਲਮ ਕਰਕੇ ਉਹਨਾਂ ਨੂੰ ਮਾਰਿਆ, ਹਾਲਾਂ ਕੁਦਰਤ ਦਾ ਇੱਕ ਆਪਣਾ ਸਜ਼ਾ ਦੇਣ ਦਾ ਤਰੀਕਾ ਹੁੰਦਾ, ਇਹਦਾ ਇੱਕੋ ਇੱਕ ਮੁੰਡਾ ਤਾਂ ਇੱਕ ਕੁੜੀ ਸੀ, ਔਰ ਮੁੰਡਾ ਕੁਝ ਵਕਤ ਪਹਿਲਾਂ ਹੀ, ਸ਼ਾਇਦ ਸਾਲ ਪਹਿਲਾਂ ਵਕੀਲ ਸੀ, ਉਹਨੇ ਸੁਸਾਈਡ ਕਰਕੇ ਆਪਣਾ ਐਂਡ ਕਰ ਲਿਆ। ਸੋ ਕਈ ਵਾਰ ਕੁਦਰਤ ਇਹ ਜਿਉਂਦਾ ਹੈ ਜੇ ਚਾਲ ਜਿਹੜਾ ਜਸਕੀਰਤ ਹੈ, ਕਈ ਵਾਰੀ ਕੁਦਰਤ ਯਾਦ ਦਹਾਨੀ ਵੀ ਕਰਵਾਉਂਦੀ ਹੈ ਕਿ ਭਾਈ ਜਦੋਂ ਕਿਸੇ ਦਾ ਲਖਤੇ ਜਿਗਰ ਜਾਂਦਾ ਹੈ, ਕਿਸੇ ਦਾ ਪੁੱਤਰ ਧੀ ਜਾਂਦੇ ਨੇ ਤੇ ਉਹ ਕੀ ਪੀੜ ਹੁੰਦੀ ਹੈ ਉਹ, ਔਰ ਮਾਂ-ਬਾਪ ਦੇ ਸਾਹਮਣੇ ਉਹਨਾਂ ਦੇ ਬੱਚੇ ਬੱਚੀ ਦਾ ਜਾਣਾ, ਔਰ ਜਿਨ੍ਹਾਂ ਹਾਲਾਤਾਂ ਦੇ ਵਿੱਚ। ਔਰ ਮੈਨੂੰ ਕਈ ਵਾਰੀ ਹੁੰਦਾ ਹੈ ਵੀ ਇਹ ਸ਼ਕਲਾਂ ਤੋਂ ਸਿੱਖ ਲੱਗਣ ਵਾਲੇ ਇਹ ਕਿਵੇਂ ਪੱਗ ਜਦੋਂ ਬੰਨ੍ਹਦੇ ਨੇ, ਜਦੋਂ ਆਪਣੀ ਸ਼ਕਲ ਸ਼ੀਸ਼ੇ 'ਚ ਦੇਖਦੇ ਨੇ, ਕਿਵੇਂ ਇਹਨਾਂ ਨੇ ਬਗਾਨਿਆਂ ਪੁੱਤਾਂ ਨੂੰ, ਕਿਵੇਂ ਆਪਣੇ ਕੌਮ ਦੇ ਜਾਇਆਂ ਨੂੰ, ਕਿਵੇਂ ਇਹਨਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਿਆ। ਔਰ ਇਹ ਸਾਰਾ ਜਿਹੜਾ, ਔਰ ਉਹਨਾਂ ਦੀ ਯਾਦ ਦੇ ਵਿੱਚ ਇਸ ਹਫਤੇ ਗੁਰਦੁਆਰਾ ਸਾਹਿਬ ਸੈਨ ਹੋਜ਼ੇ 'ਚ ਬਹੁਤ ਵੱਡਾ ਸਮਾਗਮ ਹੋ ਰਿਹਾ ਹੈ। ਅਗਲੇ ਹਫਤੇ ਗੁਰਦੁਆਰਾ ਸਾਹਿਬ ਫਰੀਮਾਉਂਟ 'ਚ ਹੈ। ਹੋਰ ਵੀ ਬਹੁਤ ਸਾਰੀਆਂ ਥਾਵਾਂ ਤੇ ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਹੋਣਗੇ। ਔਰ ਇਸ ਮੌਕੇ ਦੇ ਉੱਤੇ ਖਾਸ ਤੌਰ ਤੇ ਜਿਵੇਂ ਮੈਂ ਕਿਹਾ ਕਿ ਵੀ 10 ਦੇ ਲਗਭਗ ਸ਼ਹਿਰਾਂ ਦੇ ਮੇਅਰਸ ਨੇ ਪ੍ਰੋਕਲੇਮੇਸ਼ਨਸ ਦਿੱਤੀਆਂ। ਔਰ ਅੱਜ ਜਿਹੜੇ ਸਾਡੇ ਕੋਲ ਖਬਰ ਹੈ ਕਿ ਐਲ ਗਰੋਵ ਸਿਟੀ ਹੈ ਕੈਲੀਫੋਰਨੀਆ ਦੀ, ਉਹਨਾਂ ਦੇ ਮੇਅਰ ਵੀ ਸਿੱਖ ਲੜਕਾ ਹੈ, ਬੌਬੀ ਸਿੰਘ ਐਲਨ। ਔਰ ਐਲ ਗਰੋਵ ਸਿਟੀ ਨੇ ਵੀ ਜਿਹੜਾ ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਪ੍ਰੋਕਲੇਮੇਸ਼ਨ ਦਿੱਤੀ ਹੈ। ਔਰ ਜੇ ਸਾਡੀ ਟੈਕਨੀਕਲ ਟੀਮ ਉਸ ਪ੍ਰੋਕਲੇਮੇਸ਼ਨ ਨੂੰ ਦਿਖਾ ਵੀ ਦੇ, ਮੈਂ ਉਹਨੂੰ ਸਾਂਝਾ ਵੀ ਕਰ ਲੈਂਦਾ। ਪ੍ਰੋਕਲੇਮੇਸ਼ਨ ਸਾਕਾ ਨਕੋਦਰ ਡੇ February 4th 2023, whereas on February 4th 1986 4 unarmed Sikh students, namely Ravinder Singh, Balteer Singh, Chalman Singh and Harminder Singh,
were killed by state police in Punjab, India, while participating in protest against the desecration of Sikh scripture, Shri Guru Granth Sahib, considered by all Sikhs to be the final, supreme and living Guru after the lineage of 10 Sikh Gurus. ਇਹ whereas ਹੈ ਕਿ ਭਾਈ 4 ਫਰਵਰੀ 1986 ਨੂੰ 4 ਇਹਨਾਂ ਸਿੱਖ ਸਟੂਡੈਂਟ ਜਿਨ੍ਹਾਂ ਦੇ ਨਾਂ ਨੇ ਉਹਨਾਂ ਨੂੰ ਜਿਹੜਾ ਸਟੇਟ ਨੇ ਮਾਰਿਆ, ਸਟੇਟ ਪੁਲਿਸ ਨੇ, ਜਦੋਂ ਕਿ ਉਹ ਗੁਰੂ ਗ੍ਰੰਥ ਸਾਹਿਬ ਜਿਹੜੇ ਸਿੱਖਾਂ ਦੇ ਜਾਗਤ ਜੋਤ ਗੁਰੂ ਨੇ, ਫਾਈਨਲ ਅਥਾਰਟੀ ਨੇ 10 ਗੁਰੂ ਸਾਹਿਬਾਨ ਤੋਂ ਬਾਅਦ ਉਹਨਾਂ ਦੀ ਬੇਅਦਬੀ ਦੇ ਖਿਲਾਫ ਉਹ ਪ੍ਰੋਟੈਸਟ ਕਰ ਰਹੇ ਸੀ। whereas in more than 37 years since the tragic incident took place, the victims' families remained steadfast in their efforts to fight for truth, justice, accountability and closure, while continuing to share the principles of acceptance and inclusivity in order to promote mutual understanding and respect among all peoples। ਕਿ 37 ਸਾਲ ਬੀਤਣ ਬਾਅਦ ਵੀ ਇਸ ਬੜੀ ਦਰਦਨਾਕ ਘਟਨਾ ਦੇ ਇਹਨਾਂ ਜਿਹੜੇ ਵਿਕਟਮ ਬਣੇ ਉਹਨਾਂ ਦੇ ਪਰਿਵਾਰ ਜਸਟਿਸ ਲੈਣ ਦੇ ਲਈ ਜਿਹੜੇ ਨੇ ਅਜੇ ਵੀ ਪੂਰੀ ਤਨਦੇਹੀ ਦੇ ਨਾਲ, ਤਾਂ ਕਿ ਸੱਚ, ਇਨਸਾਫ ਔਰ ਜਵਾਬਦੇਹੀ ਬਣਾਈ ਜਾਏ, ਤਾਂ ਕਿ ਉਹਨਾਂ ਦਾ ਇਹ ਜਿਹੜਾ ਸਾਰਾ ਕੇਸ ਆ ਉਹਦਾ ਕਲੋਜ਼ਰ ਹੋਏ। ਪਰ ਇਸ ਸਾਰੇ ਦੇ ਵਿੱਚ ਦੌਰਾਨ ਵੀ ਉਹਨਾਂ ਨੇ ਜਿਹੜਾ ਪੋਜ਼ਿਟਿਵਿਟੀ ਰੱਖਦੇ ਆ, ਮਿਊਚੁਅਲ ਅੰਡਰਸਟੈਂਡਿੰਗ ਔਰ ਹਰ ਇੱਕ ਦੇ ਲਈ ਸਤਿਕਾਰ, ਇਸ ਭਾਵਨਾ ਦੇ ਥੱਲੇ ਉਹ ਜਵਾਬਦੇਹੀ ਦੇ ਲਈ ਸੰਘਰਸ਼ੀਲ ਨੇ। whereas each year communities and organizations across the globe, including many in the state of California, commemorate Saka Nakoda Day as an opportunity to raise awareness about the tragedy, support ongoing efforts to secure justice for the victims, and protect human rights for all, and promote generational and community healing for the Sikh community। ਕਿ ਹਰ ਸਾਲ ਸਿੱਖ ਕਮਿਊਨਿਟੀ ਖਾਸ ਤੌਰ 'ਤੇ ਕੈਲੀਫੋਰਨੀਆ ਦੇ ਵਿੱਚ ਸਾਕਾ ਨਕੋਦਰ ਡੇ ਨੂੰ ਯਾਦ ਕਰਦੇ ਨੇ, ਮਨਾਉਂਦੇ ਨੇ, ਤਾਂ ਕਿ ਇਹ ਜਿਹੜਾ ਵੱਡਾ ਦੁਖਾਂਤ ਹੈ ਇਸ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਏ ਔਰ ਜਸਟਿਸ ਲੈਣ ਦੇ ਲਈ ਜਿਹੜੇ ਵਿਕਟਮਸ ਦੇ ਯਤਨ ਨੇ ਉਹਨਾਂ ਨੂੰ ਸਮਰਥਨ ਮਿਲੇ, ਤਾਂ ਕਿ ਸਾਰਿਆਂ ਦੇ ਜਿਹੜੇ ਇਨਸਾਨੀ ਹਕੂਕ ਨੇ ਉਹ ਸੁਰੱਖਿਅਤ ਰਹਿਣ ਔਰ ਆਪਸ ਦੇ ਵਿੱਚ ਜਿਹੜੀ ਹੈ ਇਹ ਸਾਰੀ ਸਿੱਖ ਕਮਿਊਨਿਟੀ ਦੀ ਸਾਂਝੀ ਹੀਲਿੰਗ ਵੀ ਹੋਏ। ਕਿਉਂਕਿ ਜਦੋਂ ਤੱਕ ਜ਼ਖਮ ਰਿਸਦੇ ਰਹਿੰਦੇ ਨੇ, ਹੀਲਿੰਗ ਪ੍ਰੋਸੈਸ ਨਹੀਂ ਹੁੰਦੀ। ਕਲੋਜ਼ਰ ਉਦੋਂ ਹੀ ਹੈ ਜਦੋਂ ਜਵਾਬਦੇਹੀ ਹੈ, ਜਦੋਂ ਕਿ ਕਮਿਸ਼ਨ ਦੀਆਂ ਰਿਪੋਰਟਾਂ ਔਰ ਜਿਹੜੇ ਬੁੱਚੜ ਅਜੇ ਜਿਉਂਦੇ ਨੇ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ ਜਾਏ। whereas today the city of Elk Grove seeks to recognize the diversity of its community and afford all residents the opportunity to better understand, recognize and appreciate the history and shared experiences of Sikh Americans। ਇਸ ਲਈ ਅੱਜ ਸਿਟੀ ਆਫ ਐਲ ਗਰੋਵ ਇਹਨਾਂ ਨੂੰ ਰੈਕਗਨਾਈਜ਼ ਕਰਦੀ ਹੈ ਸਾਕਾ ਨਕੋਦਰ ਨੂੰ, ਤਾਂ ਕਿ ਸਾਰੇ ਹੀ ਜਿਹੜੇ ਸਾਡੇ ਇਸ ਥਾਂ ਦੇ ਵਾਸੀ ਨੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਣ, ਹਿਸਟਰੀ ਨੂੰ ਸਮਝਣ ਔਰ ਇਹ ਜਿਹੜੇ ਸ਼ੇਅਰਡ ਐਕਸਪੀਰੀਐਂਸਿਸ ਨੇ ਸਿੱਖ ਅਮਰੀਕਨਸ ਦੇ ਇਹ ਸਾਰਿਆਂ ਦੇ ਐਕਸਪੀਰੀਐਂਸ ਹੋਣ। Now therefore be it resolved that Bobby Singh Allen, Mayor of the city of Elk Grove, hereby proclaims February 4th, 2023 as Saka Nakoder Day and applauds the efforts of many individuals and organizations who in commemorating Saka Nakoder Day have committed themselves to upholding human rights, promoting the importance of justice and supporting the ideals of diversity, acceptance and inclusion। ਕਿ ਵੀ ਇਹ ਅਸੀਂ ਸਿਟੀ ਰਿਜ਼ੋਲਵ ਕਰਦੇ ਹਾਂ ਕਿ ਇਸ ਦਿਨ ਨੂੰ ਅਸੀਂ ਸਾਕਾ ਨਕੋਦਰ ਡੇ ਦੇ ਤੌਰ ਤੇ ਜਿਹੜਾ ਉਹ ਰੈਕਗਨਾਈਜ਼ ਕਰਦੇ ਹਾਂ ਔਰ ਉਹਨਾਂ ਸਾਰੇ ਵਿਅਕਤੀਆਂ ਔਰ ਸੰਸਥਾਵਾਂ ਦਾ ਜਿਹੜਾ ਉਹਨਾਂ ਦੇ ਸ਼ਲਾਘਾ ਕਰਦੇ ਹਾਂ ਜਿਹੜੇ ਇਸ ਸੱਚ ਦੀ ਲੜਾਈ ਦੇ ਵਿੱਚ ਹਿਊਮਨ ਰਾਈਟਸ ਦੀ ਰੱਖਿਆ ਦੇ ਲਈ ਔਰ ਉਹ ਇਸ਼ੂ ਪ੍ਰਮੋਟ ਕਰਨ ਲਈ ਜਿਹੜੇ ਨਿਆਂ ਦੇ ਉੱਤੇ ਖੜੇ ਨੇ ਔਰ ਡਾਈਵਰਸਿਟੀ ਜਿਹੜਾ ਉਹ ਵੱਖਰਾਪਨ ਹੁੰਦਿਆਂ ਵੀ ਆਈਡੀਅਲਸ ਆਫ ਡਾਈਵਰਸਿਟੀ ਇਹਨੂੰ ਐਕਸੈਪਟ ਕਰਦੇ ਨੇ। ਸੋ ਥੱਲੇ ਉਹਨਾਂ ਨੇ ਆਪਣੀ ਸਰਕਾਰੀ ਸਟੈਂਪ ਦੇ ਨਾਲ ਇਹਨੂੰ ਰੈਕਗਨਾਈਜ਼ ਕੀਤਾ ਔਰ ਹੁਣ ਇਸ ਸਾਰੇ ਨੂੰ ਜਿੱਥੇ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਅਸੀਂ ਸਾਕਾ ਨਕੋਦਰ ਦੇ ਇਹਨਾਂ 4 ਸਿੱਖ ਵਿਦਿਆਰਥੀਆਂ
ਜਿਨ੍ਹਾਂ ਦੇ ਸਾਹਮਣੇ ਆਪਣੀ ਪੂਰੀ ਜ਼ਿੰਦਗੀ ਸੀ, ਪਰ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਆਨ ਸ਼ਾਨ ਦੇ ਲਈ ਗੁਰਬਾਣੀ ਦਾ ਸਰਬੱਤ ਦੇ ਭਲੇ ਦਾ ਸੁਨੇਹਾ ਦੁਨੀਆ ਭਰ ਚ ਪਹੁੰਚੇ। ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਤਾਂ ਸਮੁੱਚੀ ਇਨਸਾਨੀਅਤ ਲਈ ਨੇ, ਔਰ ਸਿੱਖ ਕੌਮ ਸਿੱਖ ਧਰਮ ਤਾਂ ਅਸੀਂ ਤਾਂ ਦੋ ਵੇਲੇ ਦੀ ਅਰਦਾਸ ਅਕਾਲ ਪੁਰਖ ਤੋਂ ਮੰਗਦੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਇੱਕ ਪਾਸਾ ਇਹ ਹੈ, ਪਰ ਹੁੰਦਾ ਇਹ ਹੈ ਕਿ ਜਿਹੜੇ ਲੋਕ ਸੰਘਰਸ਼ ਦੇ ਰਸਤੇ ਤੇ ਹੁੰਦੇ ਨੇ, ਦੁਸ਼ਮਣ ਇਸ ਕਿਸਮ ਦੀਆਂ ਚਾਲਾਂ ਚੱਲਦਾ ਕਿ ਉਸ ਦੇ ਵੱਡੇ ਹਿੱਸੇ ਨੂੰ ਭੁਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨਾਂ ਦੇ ਨਾਲ ਕੀ ਵਾਪਰਿਆ। ਕਈ ਹਾਲਤਾਂ ਦੇ ਵਿੱਚ ਜੋ ਵਾਪਰਾਇਆ ਜਾਂਦਾ ਹੈ ਉਹਨਾਂ ਜ਼ਾਲਮਾਂ ਵੱਲੋਂ, ਬਿਲਕੁਲ ਉਸ ਕੌਮ ਦੇ ਵਿੱਚ ਹੀ ਇਹ ਪ੍ਰਚਾਰ ਕੀਤਾ ਜਾਂਦਾ ਹੈ ਜਿਵੇਂ ਕਿ ਭਾਈ ਜੋ ਉਹਨਾਂ ਨਾਲ ਹੋਇਆ ਉਹਦੇ ਲਈ ਆਪ ਹੀ ਉਹ ਦੋਸ਼ੀ ਨੇ, ਭਾਈ ਜੇ ਇਵੇਂ ਨਾ ਕਰਨ ਉਵੇਂ ਨਾ। ਅੱਜ ਵੀ ਇੱਕ ਸਾਡਾ ਵੱਡਾ ਹਿੱਸਾ ਜਿਸ ਦਾ ਕੋਈ ਲਾਗਾ ਦੇਗਾ ਨਹੀਂ, ਆਲੇ ਦੁਆਲੇ ਕੀ ਹੋ ਰਿਹਾ, ਉਹਨਾਂ ਦਾ ਕੰਮ ਸੂਰਾਂ ਵਾਂਗ ਆਪਣਾ ਢਿੱਡ ਭਰਨਾ ਹੈ, ਉਸ ਤੋਂ ਬਿਯੋਂਡ ਉਹਨਾਂ ਨੂੰ ਕੁਝ ਨਹੀਂ ਹੈ। ਔਰ ਇਹ ਗੱਲ ਸਿਰਫ ਸਾਡੇ ਹਵਾਲੇ ਨਾਲ ਨਹੀਂ ਹੈ। ਮੈਂ ਅੱਜ ਇੱਕ ਕੋਟ ਮੈਲਕਮ ਐਕਸ, ਜਿਹੜਾ ਅਮਰੀਕਾ 'ਚ ਬਹੁਤ ਵੱਡਾ ਅਫਰੀਕਨ ਅਮਰੀਕਨ ਕਮਿਊਨਿਟੀ ਦਾ ਲੀਡਰ ਹੋਇਆ 1960 'ਚ, ਦੋ ਵੱਡੇ ਨਾਂ ਨੇ, ਮਾਰਟਨ ਲੂਥਰ ਕਿੰਗ ਔਰ ਮੈਲਕਮ ਐਕਸ। ਔਰ ਮੈਲਕਮ ਐਕਸ ਦੀ ਇੱਕ ਕੋਟ ਹੈ, ਕਿਸੇ ਨੇ ਪੰਜਾਬੀ ਤਰਜਮਾ ਕਰਕੇ ਸੋਸ਼ਲ ਮੀਡੀਆ ਤੇ ਪਾਇਆ ਹੋਇਆ ਸੀ ਕਿ ਜੇ ਤੁਸੀਂ ਚੁਕੰਨੇ ਨਾ ਰਹੇ ਤਾਂ ਅਖਬਾਰਾਂ ਤੁਹਾਨੂੰ ਉਹਨਾਂ ਲੋਕਾਂ ਨਾਲ ਨਫ਼ਰਤ ਕਰਨੀ ਸਿਖਾ ਦੇਣਗੀਆਂ ਜੋ ਲੁੱਟੇ ਜਾ ਰਹੇ ਨੇ ਤੇ ਉਹਨਾਂ ਦੇ ਨਾਲ ਪਿਆਰ ਜਿਹੜੇ ਲੁੱਟ ਰਹੇ ਨੇ। ਇਹ ਹੁੰਦਾ ਪ੍ਰੋਪੇਗੈਂਡਾ ਜਾਂ ਨੈਰੇਟਿਵ ਸਿਰਜਣਾ ਜਾਂ ਬਿਰਤਾਂਤ ਸਿਰਜਣਾ, ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਹਾਂ। ਔਰ ਇਹ ਪਾਰਟ ਅਸੀਂ 80ਵਿਆਂ ਤੋਂ ਦੇਖ ਰਹੇ ਹਾਂ ਕਿ ਭਾਈ ਕਿਵੇਂ ਆਪਣਾ ਹੀ ਇੱਕ ਵੱਡਾ ਤਬਕਾ ਉੱਥੋਂ ਸ਼ੁਰੂ ਕਰੇਗਾ ਜੀ, ਜੇ ਪਿੰਡਰਾਂ ਵਾਲੇ ਹਥਿਆਰ ਲੈ ਕੇ ਅੰਦਰ ਨਾ ਬੈਠੇ ਹੁੰਦੇ ਤਾਂ ਜੀ ਫੌਜ ਅੰਦਰ ਨਾ ਜਾਂਦੀ। ਚਲੋ ਉੱਥੇ ਤਾਂ ਪਿੰਡਰਾਂ ਵਾਲੇ ਬੈਠੇ ਸੀ, ਫੌਜ ਗਈ, ਬਾਕੀ 37 ਇਤਿਹਾਸਕ ਗੁਰਦੁਆਰਿਆਂ 'ਚ ਕਿਹੜੇ ਪਿੰਡਰਾਂ ਵਾਲੇ ਸੀ? ਔਰ ਕੱਲੇ ਟੈਂਕ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਨਹੀਂ ਲਿਆਂਦੇ ਗਏ, ਤਰਨਤਾਰਨ ਸਾਹਿਬ ਦੀਆਂ ਪਰਿਕਰਮਾ 'ਚ ਟੈਂਕ ਲਿਆਂਦੇ ਗਏ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਦੀਆਂ ਪਰਿਕਰਮਾ 'ਚ ਟੈਂਕ ਲਿਆਂਦੇ ਗਏ, ਮੁਕਤਸਰ ਸਾਹਿਬ ਦੀਆਂ ਪਰਿਕਰਮਾ 'ਚ ਟੈਂਕ ਲਿਆਂਦੇ ਗਏ। ਔਰ ਫੌਜੀ ਅਟੈਕ ਈਵਨ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ, ਪੌਂਟਾ ਸਾਹਿਬ ਹਿਮਾਚਲ, 37 ਤੇ ਸਾਰਾ ਪੰਜਾਬ ਕੱਟ ਕੇ ਜਿਹੜਾ ਬਾਕੀ ਦੁਨੀਆ ਨਾਲੋਂ ਇਸ ਕਿਸਮ ਦੀ ਨਸਲਕੁਸ਼ੀ। ਤੇ ਜੇ ਇੱਕ ਤਬਕਾ ਉਹਨਾਂ ਨੂੰ ਲੱਗੇ ਜੀ ਅਸੀਂ ਗਲਤ ਹੈ, ਫਿਰ ਤਾਂ ਉਹ ਗੁਲਾਮੀ ਦਾ ਇਹ ਜਿਵੇਂ ਹੈਗਾ। ਭਾਈ ਗੁਰਦਾਸ ਜੀ ਦੀ ਇੱਕ ਵਾਰ ਉਹਦੀ ਇੰਟਰਪ੍ਰੀਟੇਸ਼ਨ ਅੱਜ ਕਿਤੇ ਸੀ, ਭਾਈ ਗੁਰਦਾਸ ਜੀ ਨੇ ਕਿਹਾ ਕਿ ਸ਼ਾਇਦ ਮੱਖੀਆਂ ਇਕੱਠਾ ਕਰਦੀਆਂ ਨੇ, ਨਿਚੋੜ ਕੇ ਇਨਸਾਨ ਲੈ ਜਾਂਦੇ ਨੇ, ਮੱਖੀਆਂ ਨੂੰ ਖਾਣਾ ਨਸੀਬ ਨਹੀਂ ਹੁੰਦਾ। ਹੁਣ ਮੱਖੀਆਂ ਦੂਜੇ ਲਈ ਤਾਂ ਨਹੀਂ ਕਰਦੀਆਂ, ਉਹਨੂੰ ਇਹ ਹੁੰਦਾ ਕਿ ਜ਼ੋਰਾਵਰ ਜਾਂ ਤਾਕਤਵਰ ਕਿਵੇਂ ਤੁਹਾਡੇ ਹੱਕਾਂ ਨੂੰ ਖੋਹਦਾ ਹੈ। ਚੂਹਾ ਖੁੱਡ ਪੱਟਦਾ, ਸੱਪ ਚੂਹੇ ਨੂੰ ਮਾਰ ਕੇ ਖੁੱਡ ਤੇ ਕਬਜ਼ਾ ਕਰ ਲੈਂਦਾ, ਉਹ ਉਸੇ ਤੇ ਲੱਗਾ ਰਹਿੰਦਾ। ਗਾਂ ਦਾ ਦੁੱਧ ਵੱਛੇ ਜਾਂ ਵੱਛੀ ਥਣਾ 'ਚ ਭਰਦੇ ਨੇ, ਦੁੱਧ ਚੋ ਕੇ ਇਨਸਾਨ ਲੈ ਜਾਂਦਾ। ਗੱਲ ਤਾਂ ਇਹ ਠੀਕ ਹੈ, ਕੋਈ ਉਹ ਦੁੱਧ ਜਿਹੜੀ ਗਾਂ ਜਾਂ ਮੱਝ ਨੂੰ ਕਹਿੰਦੇ ਸੂਪੇ ਹੀ ਹੈ, ਉਹ ਕੋਈ ਬੰਦਿਆਂ ਲਈ ਤਾਂ ਨਹੀਂ ਹੁੰਦਾ। ਲੇਕਿਨ ਅਸੀਂ ਕਈ ਵਾਰ ਉਹ ਕਿਵੇਂ ਕਰਦੇ ਆ ਉਹਨੂੰ ਜੀ, ਛੱਡੋ ਪਹਿਲਾਂ ਕੱਟੀ ਨੂੰ ਥੱਲੇ ਜਾਂ ਵੱਛੀ ਨੂੰ, ਉਹ ਜਦੋਂ ਦੁੱਧ ਆਉਂਦਾ ਫਿਰ ਉਹਨੂੰ ਚੋਣ ਲੱਗ ਜਾਂਦੇ ਨੇ ਜੇ ਉਹਨੂੰ ਪਾਸੇ ਕਰਕੇ। ਹੁਣ ਇਹ ਵੀ ਇੱਕ ਭਾਵੇਂ ਇੱਕ ਵੱਖਰਾ ਹੈ, ਲੇਕਿਨ ਗੱਲ ਤਾਂ ਇਹ ਗਲਤ ਨਹੀਂ ਹੈ। ਇਹ ਦੁਨੀਆ ਦਾ ਦਸਤੂਰ ਹੈ, ਭਾਵੇਂ ਕੌਮ ਹੋਵੇ ਭਾਵੇਂ ਮੁਲਕ ਹੋਵੇ, ਕੁਰਬਾਨੀਆਂ ਮਿਹਨਤਾਂ ਕੋਈ ਹੋਰ ਕਰਦੇ ਨੇ, ਕਬਜ਼ੇ ਵਾਲੇ ਡਾਕੂ ਕੋਈ ਹੋਰ ਆ ਜਾਂਦੇ ਨੇ, ਕੁਰਬਾਨੀਆਂ ਵਾਲਿਆਂ ਦੀ ਔਲਾਦ ਫੇਰ ਗੁਲਾਮ ਹੋ ਜਾਂਦੇ। ਔਰ ਇਹੀ ਗੁਲਾਮੀ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ, ਅਲਾਮਤਾਂ ਕਿ ਭਾਈ ਫੇਰ ਗੁਲਾਮਾਂ ਜਿਹੜੀਆਂ ਕੌਮਾਂ ਗੁਲਾਮੀ ਕਬੂਲ ਲੈਂਦੀਆਂ ਨੇ, ਉਹਨਾਂ ਦੇ ਜ਼ਿਹਨ 'ਚ ਗੁਲਾਮੀ ਵੜ ਜਾਂਦੀ ਹੈ। ਉਹ ਫਿਰ ਹਰ ਚੀਜ਼ ਆਪਣੇ ਸਿਰ 'ਚ ਸਵਾਹ ਪਾ ਰਹੇ ਹੁੰਦੇ ਨੇ, ਉਹਨਾਂ ਨੂੰ ਇਹ ਨਹੀਂ ਨਜ਼ਰ ਆ ਰਿਹਾ ਹੁੰਦਾ ਵੀ ਦੁਸ਼ਮਣ ਕੀ ਕਰ ਰਿਹਾ, ਉਹਨਾਂ ਦੀਆਂ ਅੱਖਾਂ ਬੰਦ ਹੋ ਜਾਂਦੀਆਂ ਨੇ। ਉਹ ਜਿਹਨੂੰ ਡੰਬ ਡਰਿਵਨ ਕੈਟਲ ਕਹਿੰਦੇ ਨੇ, ਜਿਵੇਂ ਉਹ ਭੇਡਾਂ ਹੁੰਦੀਆਂ ਨਾ, ਜਿਵੇਂ ਦੀਪ ਸਿੱਧੂ ਦੀ ਇੱਕ ਬੜੀ ਚੰਗੀ ਕੋਟ ਸੀ, ਉਹਨਾਂ ਨੇ ਕਿਹਾ ਵੀ ਭੇਡ ਮੁੰਨੀ ਜਾ ਸਕਦੀ ਹੈ, ਭੇਡ ਨੂੰ ਸਮਝਾਇਆ ਨਹੀਂ ਜਾ ਸਕਦਾ। ਹੁਣ ਤੁਸੀਂ ਭੇਡ ਦੇ ਸਾਹਮਣੇ ਜੋ ਮਰਜ਼ੀ ਉਹਨੂੰ ਕਹੋ, ਉਹਨੂੰ ਕੋਈ ਫਰਕ ਨਹੀਂ ਪੈਂਦਾ ਹੈ। ਸੋ ਅਸੀਂ ਜਿੱਥੇ ਅੱਜ ਇਹਨਾਂ ਸਾਕਾ ਨਕੋਦਰ ਦੇ ਸ਼ਹੀਦਾਂ ਨੂੰ ਯਾਦ ਕਰ ਰਹੇ, ਉੱਥੇ ਇਹ ਰਿਜ਼ੋਲਵ ਵੀ ਹੋਏ। ਮੈਂ ਇਹ ਦਿਨ ਯਾਦ ਕਰਨਾ ਜਾਂ ਅਖੰਡ ਪਾਠ ਦਾ ਭੋਗ ਜਾਂ ਇਹ ਇੱਕ ਰਿਚੁਅਲ ਨਹੀਂ ਹੈ, ਇਹਦੇ ਚੋਂ ਸਾਡਾ ਇਹ ਰਿਜ਼ੋਲਵ ਮਜ਼ਬੂਤ ਹੋਣਾ ਚਾਹੀਦਾ ਹੈ ਕਿ ਵੀ ਅਸੀਂ ਇਨਸਾਫ ਲੈਣਾ, ਅਸੀਂ ਜਸਟਿਸ ਲੈਣਾ। ਤੇ ਜਸਟਿਸ ਹਮੇਸ਼ਾ, ਜਦੋਂ ਸੰਤ ਪਿੰਡਾਂ ਵਾਲੇ ਕਹਿੰਦੇ ਸੀ
ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ ਹੱਕ ਲੈਣਾ ਔਰ ਸ਼ਹੀਦਾਂ ਦੇ ਖੂਨ ਦਾ ਹੱਕ ਜੇ ਅਸੀਂ 38 39 ਸਾਲ ਬਾਅਦ ਜੂਨ 84 ਤੋਂ ਬਾਅਦ ਜੇ ਅਸੀਂ ਦੇਖੀਏ ਤਾਂ ਫਿਰ ਇੱਕੋ ਹੀ ਬਚਦਾ ਹੈ, ਖਾਲਿਸਤਾਨ ਦੀ ਕਾਇਮੀ। ਬਿਲਕੁਲ ਜਦੋਂ ਤੱਕ ਸਿੱਖ ਕੌਮ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੰਡੀਅਨ ਆਰਮੀ ਜੈਕਬੂਟ ਤੋਂ ਲਿਬਰੇਟ ਨਹੀਂ ਕਰਵਾ ਲੈਂਦੀ, ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਅਸੀਂ ਨਿੱਕੇ ਨਿੱਕੇ ਬਿਮਾਰੀ ਦੇ ਲੱਛਣਾਂ ਦੇ ਨਾਲ ਜ਼ਰੂਰ ਲੜ ਰਹੇ ਹਾਂ, ਪਰ ਬਿਮਾਰੀ ਨੂੰ ਜੜ੍ਹਾਂ ਤੋਂ ਪੁੱਟਣ ਦੀ ਲੋੜ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ UAPA ਦਾ ਕਾਨੂੰਨ ਸਿੱਖਾਂ, ਮੁਸਲਮਾਨਾਂ, ਦਲਿਤਾਂ ਅਤੇ ਆਦੀਵਾਸੀਆਂ ਨੂੰ ਲੰਮਾ ਸਮਾਂ ਜੇਲ੍ਹਾਂ ਵਿੱਚ ਡੱਕਣ ਲਈ ਵਰਤਿਆ ਜਾ ਰਿਹਾ ਹੈ। ਸੋ ਇਸੇ ਤਰ੍ਹਾਂ ਛੱਤੀਸਗੜ੍ਹ ਸਟੇਟ ਦੇ ਜ਼ਿਲ੍ਹਾ ਬਸਤਰ ਦੇ ਆਦੀਵਾਸੀਆਂ ਤੇ ਹਵਾਈ ਜਹਾਜ਼ਾਂ ਰਾਹੀਂ ਬੰਬ ਜਿਹੜੇ ਨੇ ਉਹ ਵਰਸਾਏ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? देखो ਅਸੀਂ ਜ਼ਿਕਰ ਕਰਕੇ ਹਟੇ ਸਾਕਾ ਨਕੋਦਰ ਔਰ ਜੋ ਕੁਛ ਬੈਬਲ ਕਲਾਂ, ਬਰਗਾੜੀ ਔਰ ਅੱਜ ਜਦੋਂ ਅਸੀਂ ਕੌਮੀ ਇਨਸਾਫ ਮੋਰਚਾ ਔਰ ਬੰਦੀ ਸਿੰਘਾਂ ਦੀ ਰਿਹਾਈ 30 32 ਸਾਲ ਆਪਣੀਆਂ ਜੇਲ੍ਹ ਟਰਮਸ ਪੂਰੀਆਂ ਕਰਨ ਤੋਂ ਬਾਅਦ ਵੀ ਜੇਲ੍ਹਾਂ 'ਚ ਡੱਕਿਆ ਹੋਣਾ ਔਰ ਬਹੁਤ ਵਾਰ ਕਿਉਂਕਿ ਡੈਥ ਸੈਂਟੈਂਸਿਸ ਤੋਂ ਸ਼ੁਰੂ ਕਰਕੇ ਝੂਠੇ ਪੁਲਿਸ ਮੁਕਾਬਲਿਆਂ ਤੋਂ ਲੰਬੀਆਂ ਕੈਦਾਂ ਦੀ ਕਹਾਣੀ ਇੰਨੀ ਕੁ ਵੱਡੀ ਹੈ ਜਾਂ ਇੰਨੀ ਕੁ ਲੰਬੀ ਹੈ ਕਿ ਜਿਹੜੇ ਦੂਸਰੇ ਇਹਨਾਂ ਦੇ ਕਾਨੂੰਨਾਂ ਦੇ ਵਿਕਟਮ ਬਣਦੇ ਨੇ ਜਾਂ ਬਣੇ ਨੇ, ਖਾਸ ਤੌਰ ਤੇ ਜਿਹਨੂੰ ਯੂਆਪਾ ਉੱਥੇ ਕਹਿੰਦੇ ਨੇ, UAPA ਔਰ ਅਨਲੌਫੁਲ ਐਕਟੀਵਿਟੀਜ਼ ਟੈਰਰਿਜ਼ਮ ਐਕਟ ਦੇ ਥੱਲੇ, ਉਹ ਕਿਹਨਾਂ ਤੇ ਕਿਵੇਂ ਬੇਕਿਰਕੀ ਦੇ ਨਾਲ ਜਸਟ ਉਹਨਾਂ ਨੂੰ ਅੰਦਰ ਰੱਖਣ ਦੇ ਲਈ। ਔਰ ਜੇ ਤੁਸੀਂ ਅਮੈਂਡਡ UAPA ਦੇਖੋ, ਉਹਦੇ ਪ੍ਰੋਵੀਜ਼ਨ ਇੰਨੇ ਸਖਤ ਨੇ ਕਿ ਉਹਨਾਂ ਦੀ ਸੌਖੀ ਬੇਲ ਹੀ ਨਹੀਂ ਹੁੰਦੀ। ਕਈ 2-2 3-3 ਸਾਲ ਮਿਨੀਮਮ ਬੇਲ ਤੇ ਲੱਗ ਜਾਂਦੇ ਨੇ ਝੂਠੇ ਕੇਸ ਦੇ ਮਾਮਲੇ 'ਚ ਵੀ। ਤੇ ਜੇ ਵਾਕਿਆ ਹੀ ਕੋਈ ਥੋੜੀ ਬਹੁਤ ਇਨਵੋਲਵਮੈਂਟ ਹੋਏ
ਫਿਰ ਤਾਂ ਉਹਦੇ 'ਚ ਇਸ ਕਿਸਮ ਦਾ ਪ੍ਰੋਵੀਜ਼ਨ ਹੈ ਕਿ ਬੇਲ ਹੀ ਨਹੀਂ ਹੋ ਸਕਦੀ ਉਹਦੀ। ਔਰ ਇਹ ਬਿਲਕੁਲ ਉਸੇ ਲਾਈਨ ਦੇ ਥੱਲੇ, ਜਿਵੇਂ 84 ਤੋਂ ਬਾਅਦ 1985 ਤੱਕ ਪਹੁੰਚਦੇ ਆ, ਟਾਡਾ ਕਾਨੂੰਨ ਜਿਹੜਾ ਇਹਨਾਂ ਦੀ ਪਾਰਲੀਮੈਂਟ ਨੇ ਉਦੋਂ ਸਿਰਫ ਪੰਜਾਬ, ਔਰ ਇਹ ਬੜੀ ਦਿਲਚਸਪ ਗੱਲ ਹੈ, ਮੈਂ ਕਿਉਂਕਿ ਯੂਆਪਾ ਦੇ ਕੰਟੈਕਸਟ ਗੱਲ ਕਰ ਰਹੇ, ਤੇ ਪਹਿਲਾ ਜਿਹੜਾ ਇਸ ਕਿਸਮ ਦਾ ਜਿਹਨੂੰ US ਕਾਂਗਰਸ ਨੇ ਵੀ ਬਲੈਕ ਡਰੈਕੋਨੀਅਨ ਲਾਅ ਕਿਹਾ ਸੀ, ਟਾਡਾ ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀਜ਼ ਐਕਟ। ਇਹ ਜੂਨ 84 ਦੇ ਫੌਜੀ ਹਮਲੇ ਤੋਂ ਬਾਅਦ ਪੰਜਾਬ ਜਦੋਂ ਸਾਰਾ ਫੌਜ ਦੇ ਹਵਾਲੇ ਸੀ, ਔਰ ਪੰਜਾਬ ਦੇ 12,000 ਪਿੰਡਾਂ 'ਚ ਜਿਹੜਾ ਉਹਨਾਂ ਨੇ ਦੂਸਰਾ ਫੌਜੀ ਐਕਸ਼ਨ ਸੀ ਜਿਹਦਾ ਨਾਂ ਉਹਨਾਂ ਨੇ ਆਪਰੇਸ਼ਨ ਵੁੱਡ ਰੋਜ਼ ਰੱਖਿਆ ਕਿ ਜੰਗਲੀ ਗੁਲਾਬ, ਉਸ ਤੋਂ ਦੇ ਨਾਲ, ਕਿਉਂਕਿ ਉਹਦੇ 'ਚ ਇਕੱਲਾ ਇਹੀ ਨਹੀਂ ਸੀ ਕਿ ਉਹਨਾਂ ਨੇ ਕਿਲਿੰਗਸ ਕੀਤੀਆਂ, ਉਹਨਾਂ ਨੇ ਕਿਵੇਂ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਚੁੱਕੇ। ਹੁਣ ਪੰਜਾਬ ਦੇ ਵਿੱਚ ਡਿਸਟਰਬਡ ਏਰੀਆਜ਼ ਐਕਟ ਤਾਂ ਲੱਗਾ ਹੋਇਆ ਸੀ, ਪਰ ਉਹਦੇ ਲਈ ਸਪੈਸੀਫਿਕ ਲਾਅ ਚਾਹੀਦਾ ਸੀ। ਇੰਡੀਅਨ ਕਨਸਟੀਟਿਊਸ਼ਨ ਦਾ ਇਸ ਕਿਸਮ ਦਾ ਕੋਈ ਲਾਅ ਨਹੀਂ ਸੀ ਕਿ ਵੀ ਜਿਹਦੇ ਥੱਲੇ ਤੁਸੀਂ ਇੱਕ ਫੌਜੀ ਨੂੰ, ਇੱਕ ਸਪਾਈ ਨੂੰ ਵੀ ਹੱਕ ਹੋਏ ਕਿ ਜਿਹਨੂੰ ਮਰਜ਼ੀ ਉਹ ਗੋਲੀ ਨਾਲ ਮਾਰ ਦੇ, ਜਾਂ ਜਿਹਨੂੰ ਮਰਜ਼ੀ ਤੁਸੀਂ ਚੁੱਕ ਕੇ ਉਹਦੀ ਜ਼ਮਾਨਤ ਹੀ ਸਿਵਲ ਕੋਰਟ 'ਚ ਨਾ ਹੋਏ, ਸਪੈਸ਼ਲ ਕੋਰਟਸ ਬਣਨ ਜਿਹੜੀਆਂ ਉਹਦੀ ਸੁਣਵਾਈ ਕਰਨ, ਤੇ ਉਹ ਉਹਨਾਂ ਕੋਰਟਸ ਕਈ ਸਾਲ ਤੁਸੀਂ, ਤਾਂ ਉਦੋਂ ਉਹਨਾਂ ਨੇ ਟਾਡਾ ਕਾਨੂੰਨ ਦਾ ਡਰਾਫਟ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ, ਲੋਕ ਸਭਾ ਦੇ ਵਿੱਚ, ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀਜ਼ ਐਕਟ। ਰਾਜੀਵ ਗਾਂਧੀ ਦਾ ਜ਼ਮਾਨੇ ਦੀ ਗੱਲ ਹੈ, ਉਹ ਤਾਂ ਡੈਣ ਤਾਂ ਮਾਰੀ ਜਾ ਚੁੱਕੀ ਸੀ, ਔਰ ਉਹਦੇ 'ਚ ਇੱਕ ਦੋ MP ਜਿਹੜੇ ਨੇ ਸੋਸ਼ਲਿਸਟ ਪਾਰਟੀ ਦੇ, ਦੂਜੇ, ਉਹਨਾਂ ਨੇ ਖਲੋ ਕੇ ਉਹਨਾਂ ਨੇ ਕਿਹਾ ਜੀ ਇਹ ਤਾਂ ਡਿਕਟੇਟਰਸ਼ਿਪ ਵਾਲੀ ਗੱਲ ਹੈ ਇਹ। ਔਰ ਅੱਗੋਂ ਸਰਕਾਰੀ ਜਿਹੜੀ ਅਧਿਕਾਰਤ ਮਿਨਿਸਟਰੀ ਸੀ ਉਹਨਾਂ ਵੱਲੋਂ ਕਿਹਾ ਗਿਆ ਦਿਸ ਇਜ਼ ਫॉर ਓਨਲੀ ਪੰਜਾਬ, ਔਰ ਸਾਰੇ ਬੈਠ ਕੇ ਉਹਦਾ ਵਿਰੋਧ ਵੀ ਬੰਦ ਹੋ ਗਿਆ। ਕਿ ਇਹ ਗੱਲ ਕੱਲੀ ਨਹੀਂ ਹੈ ਵੀ ਕਿਸ ਵੇਲੇ ਦੀ ਹਕੂਮਤ ਨੇ ਸਿੱਖਾਂ ਦੇ ਨਾਲ ਕੀ ਕੀਤਾ ਹੈ, ਉਹਦੇ 'ਚ ਜਿਹੜੀਆਂ ਆਪੋਜੀਸ਼ਨ ਧਿਰਾਂ, ਔਰ ਇਹ ਕੱਲੀ ਗੱਲ ਜੂਨ 84 ਦੀ ਨਹੀਂ ਹੈ ਕਿ ਵੀ ਇੰਦਰਾ ਗਾਂਧੀ ਜ਼ਿੰਮੇਵਾਰ ਸੀ, ਉਹਨੇ ਹਮਲਾ ਕੀਤਾ, ਲੇਕਿਨ ਜੇ ਤੁਸੀਂ BJP ਦਾ ਰੈਜ਼ੋਲੂਸ਼ਨ ਦੇਖੋ, ਜਿਸ BJP ਦੇ ਨਾਲ ਬਗਲਗੀਰ ਹੋਣ ਲੱਗਿਆ ਅੱਧੀ ਸਦੀ ਇਹਨਾਂ ਨੇ, ਬਾਦਲਕਿਆਂ ਨੇ ਪਤੀ ਪਤਨੀ ਦਾ ਰਿਸ਼ਤਾ ਜੋੜਿਆ ਹੋਇਆ ਸੀ ਇਹਨਾਂ ਬੇਗੈਰਤਾਂ ਨੇ। BJP ਨੇ ਜਦੋਂ ਜੂਨ 84 ਦਾ ਹਮਲਾ ਹੁੰਦਾ ਹੈ, ਇਹ ਰੈਜ਼ੋਲੂਸ਼ਨ ਕੀਤਾ ਸੀ ਕਿ ਇਹ ਤੋਂ 6 ਮਹੀਨੇ ਪਹਿਲੇ ਹੋਣਾ ਚਾਹੀਏ था। ਸੋ ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਦਰਬਾਰ ਸਾਹਿਬ ਤੇ ਹਮਲਾ ਹੋਏ, ਉਹਦੇ ਤੁਸੀਂ ਇੱਕ ਜਾਂ ਦੋ ਨਾਂ ਲੈ ਸਕਦੇ ਹੋ ਕਿ ਜਿਨ੍ਹਾਂ ਨੇ ਉਹਦਾ ਵਿਰੋਧ ਕੀਤਾ ਹੋਏਗਾ। ਸੁਬਰਾਮਨੀਅਮ ਸਵਾਮੀ ਸੀ, ਉਹਦੇ ਆਪਣੇ ਰੀਜ਼ਨ ਸੀ, ਉਹ RSS ਆਈਡੀਆਲੋਗ। ਅਦਰਵਾਈਜ਼ ਨਵੰਬਰ 84 ਦੀ ਨਸਲਕੁਸ਼ੀ, ਈਵਨ ਵਾਜਪਾਈ ਦਿੱਲੀ 'ਚ ਬੈਠਾ, ਕਿਸੇ ਨੇ ਜਾ ਕੇ ਜਿਹੜਾ ਇਹ ਨਹੀਂ ਦੇਖਿਆ ਹੈ ਕਿ ਭਾਈ ਜਾ ਕੇ ਉਹ ਕੈਂਪਾਂ ਦੇ ਵਿੱਚ ਜਾਏ ਜਾਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰੇ। ਇੱਥੋਂ ਤੱਕ ਕਿ ਖੁਸ਼ਵੰਤ ਸਿੰਘ ਵਰਗਾ ਬੰਦਾ, ਜਨਰਲ ਜਗਜੀਤ ਸਿੰਘ ਅਰੋੜੇ ਵਰਗਾ, ਜਿਹੜਾ ਉਹ ਤਰਲੇ ਕਰ ਰਹੇ ਨੇ ਕਿ ਭਾਈ ਸਾਡੀ ਭੀੜਾਂ ਆ ਰਹੀਆਂ ਨੇ, ਸਾਨੂੰ ਇੱਕ ਨਾਰਵੇ ਦੀ ਐਮਬੈਸੀ ਜਾ ਕੇ ਲੁਕਦਾ, ਇੱਕ ਦੂਜੇ ਪਾਸੇ ਲੁਕਦਾ। ਹੁਣ ਉਸ ਟਾਡਾ ਕਾਨੂੰਨ ਦੇ ਥੱਲੇ ਹੀ ਪੰਜਾਬ ਦੇ ਵਿੱਚ ਫਿਰ ਇਹਨਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾਏ, ਟੈਰਰਿਸਟ ਐਂਡ ਡਿਸਰਪਟਿਵ ਹੈ ਕਿ ਟੈਰਰਿਸਟ ਹੈ, ਉਹਦੇ ਥੱਲੇ ਹੀ ਉਹ ਜੇਲ੍ਹ ਟਰਮਸ, ਇਹ ਜਿਹੜੇ ਬਹੁਤ ਸਾਰੇ 25-25 30-30 ਸਾਲ ਨੇ, ਟਾਡਾ ਕਾਨੂੰਨ ਦੇ ਪ੍ਰੋਵੀਜ਼ਨ ਇਹਨਾਂ ਦੇ ਉੱਤੇ ਲਾਏ ਗਏ। ਈਵਨ ਜਦੋਂ ਇੱਥੇ ਰੌਲਾ ਪਿਆ ਅਮਰੀਕਨ ਕਾਂਗਰਸ 'ਚ, ਬਾਹਰ ਹੋਇਆ, ਬਹੁਤ ਸਾਰੇ ਜਿਹੜੇ UN 'ਚ ਗੱਲ ਹੋਈ, ਇਹਨਾਂ ਨੇ ਟਾਡਾ ਜਿਹੜਾ ਕੁਛ ਸਾਲ ਬਾਅਦ 10-12 ਸਾਲ ਤੇ ਇਨ ਪ੍ਰੈਕਟਿਸ ਰਿਹਾ, ਫਿਰ ਉਹਨੂੰ ਲੈਪਸ ਹੋਣ ਦਿੱਤਾ। ਲੇਕਿਨ ਜਿਹੜੇ ਉਸ ਪੀਰੀਅਡ ਦੇ ਕੇਸ ਨੇ, ਉਹਨਾਂ ਨੇ ਕਿਹਾ ਜੀ ਕਿਉਂਕਿ ਉਦੋਂ ਟਾਡਾ ਸੀ, ਟਾਡਾ ਦੇ ਥੱਲੇ ਹੀ ਪ੍ਰੋਫੈਸਰ ਭੁੱਲਰ ਦਾ ਟਰਾਇਲ ਹੋਇਆ, ਟਾਡਾ ਦੇ ਥੱਲੇ ਹੀ ਜਿਹੜੇ ਬਾਕੀ ਟਰਾਇਲ ਅੱਜ ਤੱਕ ਵੀ ਚੱਲ ਰਹੇ ਨੇ। ਫਿਰ ਇਹ ਪੋਟਾ ਲੈ ਆਏ ਕਿ ਜੀ ਉਹ ਬਿਲਕੁਲ ਉਸੇ ਪ੍ਰੋਵੀਜ਼ਨ ਦਾ। ਫਿਰ ਇਹਨਾਂ ਦੇ ਕੋਲ ਬੈਕ ਦੇ ਉੱਤੇ NSA ਨੈਸ਼ਨਲ ਸਿਕਿਉਰਿਟੀ ਐਕਟ ਹਮੇਸ਼ਾ ਰਿਹਾ, ਜਿਹਨੂੰ ਮਰਜ਼ੀ ਕਹੋ ਜੀ ਇਹ ਨੇਸ਼ਨ ਦੀ ਸਿਕਿਉਰਿਟੀ ਨੂੰ ਖਤਰਾ ਹੈ। ਹੁਣ ਜਦੋਂ ਅਸੀਂ ਜੰਮੂ ਕਸ਼ਮੀਰ ਦੇ ਵਿੱਚ ਪਰਸੀਕਿਊਸ਼ਨ ਦੇਖਦੇ ਹਾਂ ਤੇ ਬਹੁਤ ਸਾਰੇ ਇਨਕਲੂਡਿੰਗ ਮਹਿਬੂਬਾ ਮੁਫਤੀ ਜਾਂ ਦੂਜੇ ਜਿਨ੍ਹਾਂ ਨੂੰ ਜੇਲ੍ਹ, ਉਹ NSA ਦੇ ਥੱਲੇ, ਔਰ ਉਹ ਸਿੱਧਾ ਪੋਲੀਟੀਕਲ ਡਿਸੀਜਨ ਹੈ ਵੀ ਕਿਹਨੂੰ ਅੰਦਰ ਰੱਖਣਾ, ਉਹਨੂੰ ਕਹੋ ਜੀ ਇਹ ਸਿਕਿਉਰਿਟੀ ਨੂੰ ਖਤਰਾ ਹੈ। ਹੁਣ ਇਹ UAPA ਦੇ ਥੱਲੇ ਕਿਸ ਲੈਵਲ ਦੇ ਉੱਤੇ ਹਰਾਸਮੈਂਟ ਔਰ ਗ੍ਰਿਫਤਾਰੀਆਂ ਨੇ, ਤੁਸੀਂ ਦੇਖੋਗੇ ਕਿ ਵੀ ਹੇਟ ਸਪੀਚ ਕਰਨ ਵਾਲੇ ਉਹ ਬਜਰੰਗ ਦਲ ਹੋਏ, ਦੂਜੇ ਹੋਏ, ਜਿਨ੍ਹਾਂ ਦੇ ਮੂੰਹਾਂ ਚੋਂ, ਚੈਨਲਾਂ ਚੋਂ ਸਵੇਰ ਸ਼ਾਮ ਨਫ਼ਰਤ ਤੋਂ ਬਿਨਾਂ ਕੁਛ ਨਹੀਂ ਨਿਕਲਦਾ, ਉਹਨਾਂ ਦੇ ਖਿਲਾਫ ਕੋਈ UAPA ਨਹੀਂ ਹੈ। ਪਰ ਅਸੀਂ ਜੇ ਆਪਣੇ ਗੱਲ ਕਰੀਏ ਕਿ ਅੱਜ ਤੋਂ 2-2.5 ਸਾਲ ਪਹਿਲਾਂ ਜਿਹੜੇ ਦੋ ਸਿੱਖ ਨੌਜਵਾਨ
ਜਿਨ੍ਹਾਂ ਨੂੰ ਪੰਜਾਬ ਦੀ ਇੱਕ ਅਦਾਲਤ ਨੇ UAPA ਦੇ ਥੱਲੇ ਉਮਰ ਕੈਦ ਦੀ ਸਜ਼ਾ ਸੁਣਾਈ ਕਿ ਇਹਨਾਂ ਦੇ ਕੋਲੋਂ ਕਿਤਾਬਾਂ ਮਿਲੀਆਂ ਨੇ ਜਿਹੜੀਆਂ ਸਿੱਖ ਸੰਘਰਸ਼ ਨਾਲ ਜੁੜੀਆਂ ਹੋਈਆਂ, ਔਰ ਦਰਸ਼ਕ ਉਸ ਪਿਕਚਰ ਨੂੰ ਵੀ ਦੇਖ ਸਕਦੇ ਨੇ ਕਿ ਉਹਨਾਂ ਦੀ ਜਿਹੜੀ ਹੈ ਕਿਤਾਬਾਂ ਪੜ੍ਹਨ ਦੇ ਦੋਸ਼ ਅਧੀਨ ਭਾਰਤੀ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਯਾਫਤਾ ਭਾਈ ਅਰਵਿੰਦਰ ਸਿੰਘ ਮਿੱਠਾ ਦੀ ਜ਼ਮਾਨਤ ਤੋਂ ਬਾਅਦ ਫਰੀਦਕੋਟ ਜੇਲ੍ਹ ਵਿੱਚੋਂ ਰਿਹਾਈ ਹੋਈ। ਹੁਣ ਇਹ ਉਹਨਾਂ 2 ਸਾਲ ਤੋਂ ਜ਼ਿਆਦਾ ਵਕਤ ਸਿਰਫ ਇਹ ਨਹੀਂ ਹੈ, ਅਦਰਵਾਈਜ਼ ਤਾਂ ਪੁਲਿਸ ਟਾਡਾ ਦੇ ਪੀਰੀਅਡ 'ਚ ਜਾਂ ਹੁਣ ਵੀ ਤੁਸੀਂ ਕੱਟਾ ਪਾ ਦਿੱਤਾ ਉਹਦੇ ਤੇ, ਪਿਸਤੌਲ ਦੇਸੀ ਦੂਜਾ ਹਥਿਆਰ ਬਰਾਮਦ ਹੋਇਆ ਜੀ। ਲੇਕਿਨ ਇਹ ਇੱਕ ਐਸਾ ਕੇਸ ਬਣ ਗਿਆ ਕਿ ਇਹਦੇ ਥੱਲੇ ਉਮਰ ਕੈਦ, ਇੱਕ ਤਾਂ ਪੁਲਿਸ ਦੀ ਕਾਰਸਤਾਨੀ, ਤੁਸੀਂ ਪਰ ਜੁਡੀਸ਼ਰੀ ਦਾ ਹਾਲ ਦੇਖੋ ਕਿ ਕਿਤਾਬਾਂ ਮਿਲਣ ਦੇ ਥੱਲੇ, ਔਰ ਕਿਤਾਬਾਂ ਕੋਈ ਬੰਬ ਬਣਾਉਣ ਦੀਆਂ ਨਹੀਂ ਨੇ, ਸੰਘਰਸ਼ ਦੇ ਨਾਲ ਜੁੜੇ ਹੋਏ ਸਿੰਘਾਂ ਦੀਆਂ ਜੀਵਨੀਆਂ ਨੇ, ਉਹਨਾਂ ਨੂੰ ਜਿਹੜਾ ਹੈ ਉਹ ਉਮਰ ਕੈਦ ਸੁਣਾਈ ਹੋਈ ਹੈ ਔਰ ਉਹਨਾਂ ਦੀ ਜ਼ਮਾਨਤ ਹੋਈ। ਇਸੇ ਤਰ੍ਹਾਂ ਜਿਹੜੇ ਕੇਸ ਦੀ ਅੱਜ ਖਬਰ ਵੀ ਹੈ, ਹੁਣ ਕੇਰਲਾ ਦਾ ਇੱਕ ਪ੍ਰੋਮੀਨੈਂਟ ਜਰਨਲਿਸਟ ਸਿੱਦੀਕੀ ਕਪਾਨ, ਇਹ ਜਰਨਲਿਸਟ ਔਰ ਇੱਕ ਘਟਨਾ ਜਿਹੜੀ ਲਗਭਗ 2 ਸਾਲ ਪਹਿਲਾਂ UP ਦੇ ਹਾਥਰਸ ਵਿੱਚ ਹੋਈ, ਇੱਕ ਦਲਿਤ ਬੱਚੀ ਦਾ ਜਿਹੜਾ ਉਹਦੇ ਨਾਲ ਜ਼ਬਰ ਜਨਾਹ ਕਰਕੇ ਉਸ ਦਾ ਮਰਡਰ ਕੀਤਾ ਗਿਆ। ਭਾਰਤ ਭਰ ਦੇ ਵਿੱਚ ਦਲਿਤ ਭਾਈਚਾਰੇ 'ਚ ਵੀ ਔਰ ਬਾਕੀ ਜਸਟਿਸ ਲਵਿੰਗ ਲੋਕਾਂ 'ਚ ਉਸ ਦਾ ਜਿਹੜਾ ਉਹ ਕਾਫੀ ਰੋਸ ਹੋਇਆ। ਔਰ ਸਿੱਦੀਕੀ ਕਪਾਨ ਨੇ ਵੀ ਉਹਦੀ ਕਵਰੇਜ, ਕੇਰਲਾ ਦੇ ਦਾ ਪ੍ਰੋਮੀਨੈਂਟ ਪੱਤਰਕਾਰ ਹੈ ਔਰ ਇਹਨੇ ਵੀ ਹਾਥਰਸ ਵੱਲ ਜਿਹੜਾ ਉਹ ਕੂਚ ਕੀਤਾ ਉਹਨੂੰ ਕਵਰ ਕਰਨ ਦੇ ਲਈ, ਔਰ ਇਹਨੂੰ UAPA ਦੇ ਥੱਲੇ ਫੜ ਲਿਆ ਗਿਆ ਔਰ ਅੰਦਰ ਡੱਕ ਦਿੱਤਾ ਗਿਆ। ਔਰ ਇਹ ਕਿਹਾ ਗਿਆ ਜੀ ਇਹ ਉੱਥੇ ਜਾ ਕੇ ਫਿਰਕਿਆਂ ਨੂੰ ਭੜਕਾਉਣ ਦਾ ਇਹਨੇ ਯਤਨ ਕੀਤਾ। ਔਰ ਜਦੋਂ ਜਿਹੜਾ ਇਹਨੂੰ UAPA ਦੇ ਥੱਲੇ, ਇਹ 2 ਸਾਲ ਤੋਂ ਵੀ ਜ਼ਿਆਦਾ ਦੀ ਗੱਲ ਹੈ, ਆਲਮੋਸਟ 28 ਮਹੀਨੇ, ਔਰ ਜਦੋਂ ਉਹਦੀ ਜ਼ਮਾਨਤ ਮਨਜ਼ੂਰ ਵੀ ਹੋ ਗਈ 1.5 ਸਾਲ ਬਾਅਦ UAPA ਦੇ ਥੱਲੇ, ਪੁਲਿਸ ਨੇ ਮਨੀ ਲਾਂਡਰਿੰਗ ਦਾ ਕੇਸ ਕਿ $5000 ਮਨੀ ਲਾਂਡਰਿੰਗ ਕਿੱਥੋਂ ਆਏ, ਕੀ ਹੋਇਆ, ਕਿਸੇ ਨੇ ਹੋ ਸਕਦਾ ਮਦਦ ਭੇਜੀ ਹੋਏ, ਉਹ ਮਨੀ ਲਾਂਡਰਿੰਗ ਹੈ। ਉਹਦੇ ਥੱਲੇ ਫਿਰ 3-4 ਮਹੀਨੇ ਅੰਦਰ, ਔਰ ਹੁਣ ਉਹਦੀ ਪਿਛਲੇ 2 ਦਿਨ ਪਹਿਲਾਂ ਹੀ ਉਹਦੀ ਜ਼ਮਾਨਤ ਹੋਈ ਹੈ। ਔਰ ਇਸ ਦੇ ਉੱਤੇ ਈਵਨ ਸ਼ਸ਼ੀ ਥਰੂਰ ਜਿਹੜਾ ਪ੍ਰੋਮੀਨੈਂਟ ਕਾਂਗਰਸ ਆਗੂ ਹੈ, ਉਹਦੀ ਸਟੇਟਮੈਂਟ ਹੈ ਕਿ ਵੀ ਇਹ ਜਿਹੜਾ UAPA ਇਜ਼ ਮੈਨੇਜ ਟੂ ਡੈਮੋਕ੍ਰੇਸੀ, ਸ਼ਸ਼ੀ ਥਰੂਰ ਔਨ ਸਿੱਦੀਕੀ ਕਪਾਨ ਰਿਲੀਜ਼। ਔਰ ਇਹ ਇਲਾਹਾਬਾਦ ਹਾਈ ਕੋਰਟ ਤੋਂ ਉਹਨੂੰ ਜਾ ਕੇ ਜ਼ਮਾਨਤ ਮਿਲੀ ਹੈ। ਲੋਕਲ ਤਾਂ ਉਹਨੂੰ UAPA ਦੇ ਥੱਲੇ ਉਹਨਾਂ ਨੇ ਅੰਦਰ ਹੀ ਡੱਕਿਆ ਹੋਇਆ ਸੀ। ਔਰ ਉਹਨੇ ਕਿਹਾ ਸ਼ਸ਼ੀ ਥਰੂਰ ਨੇ ਕਿ ਜਦੋਂ UAPA ਪਾਸ ਵੀ ਹੋ ਰਿਹਾ ਸੀ, ਮੈਂ ਉਦੋਂ ਵੀ ਆਵਾਜ਼ ਉਠਾਈ ਸੀ ਕਿ ਵੀ ਇਹ ਮੈਨੇਜ ਟੂ ਡੈਮੋਕ੍ਰੇਸੀ ਐਜ਼ ਆਈ ਵਾਂਟ ਵੈਨ ਅਪੋਜ਼ਿੰਗ ਇਟਸ ਇੰਟਰੋਡਕਸ਼ਨ ਇਨ ਲੋਕ ਸਭਾ। ਔਰ ਉਹਨਾਂ ਨੇ ਕਿਹਾ ਫਿਰ ਕੱਲਾ ਇਹ ਨਹੀਂ ਵੀ ਉਹਨੂੰ ਜੇਲ੍ਹ 'ਚ ਰੱਖਿਆ 28 ਮਹੀਨੇ, ਜੇਲ੍ਹ ਜਦੋਂ ਉਹਨੂੰ ਕੋਈ ਸਹੂਲਤ ਨਹੀਂ, ਉਹਨੇ ਕਿਹਾ ਕਿ ਜੀ ਮੈਨੂੰ ਕਿਤਾਬਾਂ ਦਿਓ ਪੜ੍ਹਨ ਨੂੰ, ਜਾਂ ਦੂਜੇ ਉਹਨੂੰ ਹਿੰਦੀ ਦੀਆਂ ਕਿਤਾਬਾਂ ਦੇ ਦਿੱਤੀਆਂ। ਉਹਨੇ ਕਿਹਾ ਜੀ ਮੈਨੂੰ ਅੰਗਰੇਜ਼ੀ ਜਾਂ ਮਲਿਆਲਮ ਜਿਹੜੀ ਕੇਰਲਾ ਦੀ ਲੈਂਗੁਏਜ ਹੈ ਉਹ ਕਹਿੰਦੇ ਉਹ ਨਹੀਂ, ਤੂੰ ਇੱਥੇ ਬੈਠਾ ਹਿੰਦੀ ਪੜ੍ਹ। ਹੁਣ ਇਹ ਸ਼ਸ਼ੀ ਥਰੂਰ ਹੀ ਕਹਿ ਰਿਹਾ ਕਿ ਭਾਈ ਉਹਨੂੰ ਜਦੋਂ ਉਹਨੇ ਰੀਡਿੰਗ ਮਟੀਰੀਅਲ ਜੇਲ੍ਹ 'ਚ ਮੰਗਿਆ, ਹੀ ਵਾਜ਼ ਆਫਰਡ ਓਨਲੀ ਬੁੱਕਸ ਇਨ ਹਿੰਦੀ, a language he doesn't know, and denied books in English and Malayalam, the only languages he can read. So ਕੱਲਾ ਇਹੀ ਨਹੀਂ ਹੈ ਵੀ UAPA ਦੇ ਥੱਲੇ। ਔਰ ਇਹ ਕੇਸ ਅਸੀਂ ਸਿੱਖ ਨੌਜਵਾਨ ਦਾ ਜਿਹਦੀ ਹੁਣ ਜ਼ਮਾਨਤ ਹੁੰਦੀ ਹੈ, ਇਹ ਮੁਸਲਮਾਨ ਇਵੇਂ ਹੀ ਦਲਿਤ, UP ਦੇ ਵਿੱਚ ਤਾਂ ਉਹ ਗੁੰਡਾ ਯੋਗੀ ਆਦਿੱਤਿਆਨਾਥ ਜਿਹਨੂੰ ਮਰਜ਼ੀ ਜਿਹੜਾ ਉਹ UAPA ਦੇ ਥੱਲੇ ਕਰਦਾ। ਲੇਕਿਨ ਟਰਾਈਬਲਸ ਨਾਲ ਕੀ ਵਾਪਰ ਰਿਹਾ ਬਹੁਤ ਵਾਰ, ਕਿਉਂਕਿ ਅਸੀਂ ਵੀ ਜਦੋਂ ਆਪਣੀਆਂ ਹੀ ਸਮੱਸਿਆਵਾਂ 'ਚ ਫਸੇ ਹੁੰਦੇ ਆ, ਅਸੀਂ ਅੰਦਾਜ਼ਾ ਨਹੀਂ ਲਾ ਸਕਦੇ। ਪੰਜਾਬ ਹੋਏ, ਕਸ਼ਮੀਰ ਹੋਏ, ਜ਼ੁਲਮ, ਪੁਲਿਸ, ਸਿਕਿਉਰਿਟੀ ਫੋਰਸਿਸ, ਝੂਠੇ ਪੁਲਿਸ ਮੁਕਾਬਲੇ, ਇਹ ਕਹਾਣੀਆਂ ਤਾਂ ਰੋਜ਼ ਦੀਆਂ ਕਹਾਣੀਆਂ ਨੇ। ਲੇਕਿਨ ਸਿਰਫ ਇੱਕੋ ਇੱਕ ਟਰਾਈਬਲ ਆਦੀਵਾਸੀ ਕਮਿਊਨਿਟੀ ਹੈ, ਉਹ ਛੱਤੀਸਗੜ੍ਹ ਦੀ ਹੋਏ, ਛੱਤੀਸਗੜ੍ਹ ਦਾ ਇੱਕ ਜ਼ਿਲ੍ਹਾ ਬਸਤਰ ਹੈ, ਜਿੱਥੇ ਇਹਨਾਂ ਦੀ ਫੌਜ, 에ਅਰ ਫੋਰਸ ਇਸਤੇਮਾਲ ਕਰਕੇ ਉਹਨਾਂ ਆਦੀਵਾਸੀਆਂ ਦੇ ਉੱਤੇ ਜਹਾਜ਼ਾਂ ਰਾਹੀਂ ਬੰਬ ਸੁੱਟੇ ਜਾਂਦੇ ਨੇ। ਔਰ ਹੁਣ ਵੀ ਇੱਕ ਵਾਕਿਆ ਬਸਤਰ ਦੇ ਵਿੱਚ ਐਸਾ 에ਅਰ ਸਟ੍ਰਾਈਕ ਦਾ ਹੋਇਆ, ਔਰ 15 ਮੈਂਬਰਾਂ ਦਾ ਇੱਕ ਹਿਊਮਨ ਰਾਈਟਸ ਦਾ ਗਰੁੱਪਸ ਦਾ ਡੈਲੀਗੇਸ਼ਨ, ਜਿਨ੍ਹਾਂ 'ਚ ਅੱਡ-ਅੱਡ ਸਟੇਟਾਂ ਤੋਂ ਕਰਨਾਟਕਾ, ਤੇਲੰਗਾਨਾ ਔਰ ਮੱਧ ਪ੍ਰਦੇਸ਼ ਸੀ, ਉਹਨਾਂ ਨੇ ਫੈਸਲਾ ਕੀਤਾ ਕਿ ਬਈ ਉਹ ਜਾਣਗੇ ਔਰ ਉੱਥੇ ਜਿਨ੍ਹਾਂ ਲੋਕਾਂ ਨੂੰ ਬੰਬਾਰਡਮੈਂਟ ਦੇ ਨਾਲ ਮਾਰਿਆ ਗਿਆ ਔਰ ਜਿਨ੍ਹਾਂ ਦਾ ਨੁਕਸਾਨ ਕੀਤਾ ਗਿਆ ਉਹਦੀ ਰਿਪੋਰਟ ਲੈਣਗੇ। ਪਰ ਉਸ ਗਰੁੱਪ ਦੇ ਨਾਲ ਵੀ ਕੀ ਹੋਇਆ, ਉਹਨਾਂ ਨੂੰ ਕਿਵੇਂ ਹਰਾਸ ਕੀਤਾ ਗਿਆ, ਇਹ ਦਾ ਹਿੰਦੂ ਦੀ ਅੱਜ ਦੀ ਖਬਰ ਹੈ।
activists allege police harassment during fact-finding mission in Bastar. The activist has planned to visit interior villages of Sukma district to look into claims of an aerial strike by security personnel and sites where there has been resistance to setting up CRPF camps. ਹੁਣ CRPF ਵਾਲੇ ਉਹਨਾਂ ਦੇ ਪਿੰਡਾਂ 'ਚ ਆਪਣੀਆਂ ਚੌਂਕੀਆਂ ਬਣਾਉਣਾ ਚਾਹੁੰਦੇ ਨੇ, ਅੱਛਾ। ਲੋਕ ਰੈਜ਼ਿਸਟ ਕਰ ਰਹੇ ਨੇ, ਉੱਤੋਂ ਬੰਬ ਬਰਸਾ ਰਹੇ ਨੇ, ਥੱਲਿਓਂ ਲੋਕਾਂ ਦੀ ਸਫਾਈ ਕਰ ਰਹੇ ਨੇ। ਔਰ ਇਹ ਇੱਕ ਲੰਬੀ ਚੌੜੀ ਖਬਰ ਹੈ ਕਿ ਕਿਵੇਂ 16 ਹਿਊਮਨ ਰਾਈਟ ਐਕਟਿਵਿਸਟ ਬਸਤਰ ਔਰ ਬਾਕੀ ਜ਼ਿਲ੍ਹੇ ਇਲਾਕਿਆਂ 'ਚੋਂ ਉਹਨਾਂ ਨੇ ਇਹ ਕਿਹਾ ਕਿ ਭਾਈ ਸਾਡਾ ਅਸੀਂ ਜਦੋਂ ਹਿਊਮਨ ਰਾਈਟ ਵਾਇਲੇਸ਼ਨ ਲਈ ਸੁਕਮਾ ਔਰ ਬੀਜਾਪੁਰ ਡਿਸਟ੍ਰਿਕਟਸ ਦੇ ਵਿੱਚ ਛੱਤੀਸਗੜ੍ਹ 'ਚ ਗਏ ਤੇ ਕਿਵੇਂ ਸਿਕਿਉਰਿਟੀ ਫੋਰਸਿਸ ਨੇ ਉਹਨਾਂ ਨੂੰ ਹਰਾਸ ਕੀਤਾ। ਉਹਨਾਂ ਨੇ ਕਿਹਾ ਜੀ ਅਸੀਂ 30 ਮੀਲ ਤੱਕ ਸਾਡੀ ਗੱਡੀ ਔਰ ਡਰਾਈਵਰਾਂ ਨੂੰ ਵੀ ਇੰਨਾ ਕੁ ਡਰਾਇਆ, ਉਹ ਵਾਪਸ ਮੁੜ ਗਏ। ਜਦੋਂ ਅਸੀਂ ਇੱਕ ਪੋਸਟ ਦੇ ਨੇੜੇ ਪਹੁੰਚ ਵੀ ਗਏ ਤੇ ਉਹਨਾਂ ਨੇ ਉੱਥੇ ਹੋਟਲ ਔਰ ਦੂਜਾ ਉਹਨਾਂ ਸਾਰਿਆਂ ਨੂੰ ਮਨਾ ਕਰ ਦਿੱਤਾ ਵੀ ਇਹਨਾਂ ਨੂੰ ਨਾ ਰਹਿਣ ਨੂੰ ਥਾਂ ਦੇਣੀ ਹੈ ਨਾ ਖਾਣ ਨੂੰ ਕੁਝ ਦੇਣਾ ਹੈ। ਅਸੀਂ ਉੱਥੇ ਹੀ ਜਿਹੜਾ ਉਹ ਜ਼ਮੀਨ ਤੇ ਟੇਢੇ ਮੇਢੇ ਹੋ ਕੇ ਅੱਗੇ ਜਾਣਾ ਚਾਹਿਆ, ਫਿਰ ਸਾਨੂੰ CRPF ਨੇ ਰੋਕ ਦਿੱਤਾ ਕਿ ਨਹੀਂ ਤੁਸੀਂ ਅੱਗੇ ਨਹੀਂ ਜਾ ਸਕਦੇ। ਔਰ ਇਹ ਬੇਲਾ ਭਾਟੀਆ, one of the 16 members of the group, said that unsuccessfully tried to reach these locations, ਲੇਕਿਨ ਸਾਡੇ ਨਾਲ ਜੋ ਸਲੂਕ ਹੋਇਆ ਉਹਦੇ ਤੋਂ ਹੀ ਸਾਨੂੰ ਅੰਦਾਜ਼ਾ ਹੋ ਗਿਆ ਵੀ ਉਹਨਾਂ ਨਾਲ ਕੀ ਵਾਪਰ ਰਿਹਾ ਹੋਏਗਾ ਕਿ ਇੱਕ ਪਾਸੇ ਹਵਾਈ ਹਮਲਾ, ਦੂਜੇ ਪਾਸੇ ਗਰਾਊਂਡ ਤੇ CRPF ਦੀਆਂ ਚੌਂਕੀਆਂ ਔਰ ਕਿਸੇ ਨੂੰ ਉੱਥੇ ਐਂਟਰ ਹੀ ਨਹੀਂ ਕਰਨ ਦੇਣਾ ਤਾਂ ਕਿ ਉਹ ਆਪਣੀ ਕਹਾਣੀ ਵੀ ਨਾ ਸੁਣਾ ਸਕਣ। ਇਹ ਲੰਬੀ ਚੌੜੀ ਕਹਾਣੀ ਇਹਦੇ 'ਚ ਤੇ ਹੈ ਕਿ ਉਹਨਾਂ ਨੇ ਕਿਹਾ ਕਿ ਵੀ ਜੇ ਟਰਾਈਬਲ ਵਿਲੇਜਰਸ ਨੇ ਉਹਨਾਂ ਨੂੰ, ਇੱਕ ਉਹਨਾਂ 'ਚ ਲੇਡੀ ਸੀ, ਸ਼ੀ ਐਡਿਡ ਦੈਟ ਸਮ ਲੋਕਲ ਟਰਾਈਬਲ ਵਿਲੇਜਰਸ ਆਫਰਡ them stay at the ਗ੍ਰਾਮ ਪੰਚਾਇਤ ਭਵਨ near ਦੁਬਾਰਤਾ ਵਿਲੇਜ but police did not let them go there either। ਕਿ ਜੇ ਇੱਕ ਵਿਲੇਜ ਪੰਚਾਇਤ ਨੇ ਕਿਹਾ ਨਹੀਂ ਤੁਸੀਂ ਤਾਂ ਸਾਡੇ ਦੁੱਖੜੇ ਦੱਸਣ ਲਈ ਦੁਨੀਆ ਨੂੰ ਆਏ ਹੋ, ਉਹਨਾਂ ਨੂੰ ਵੀ ਜਿਹੜਾ ਉਹਨਾਂ ਨੇ ਉੱਥੇ ਮਨਾ ਕਰ ਦਿੱਤਾ। The drivers we hired had also left by then with the vehicles as the intense checks scared them। ਜਿਵੇਂ ਉਹਨਾਂ ਦੇ ਨਾਲ ਟ੍ਰੀਟ ਕੀਤਾ ਉਹ ਵੀ ਚਲੇ ਗਏ। We had no choice but to spend the night sitting on chairs or lying on a rug spread out on floor of a shed amid heavy police presence। The weather was cold and we were not carrying clothes। So ਸਾਨੂੰ ਇਹ ਲੱਗਾ ਔਰ ਇਹ ਜਿਹੜਾ ਸਾਰਾ ਗਰੁੱਪ ਸੀ ਉਹਨਾਂ ਦੇ ਵਿੱਚ the members of the team who had come from Telangana, Andhra Pradesh, Haryana and West Bengal were members of affiliated organizations of the Coordination of Democratic Rights Organization, then headed to their respective locations on February 2nd। ਕਿ ਇਹ 5 ਸਟੇਟਾਂ ਦੇ ਇਨਫਲੂਐਂਸ਼ੀਅਲ ਲੋਕ, ਸੋ ਇਹ ਭਾਰਤ ਦੇ ਵਿੱਚ ਜਮਹੂਰੀਅਤ ਦੇ ਨਾਂ ਥੱਲੇ ਹੋ ਰਿਹਾ। ਹੁਣ ਇਹ ਭਾਰਤ ਦੇ ਜਮਹੂਰੇ ਦੱਸਣੇ, ਜਮਹੂਰੀਅਤ ਤਾਂ ਜ਼ਰੂਰ ਹੈ ਜਮਹੂਰਿਆਂ ਦੀ, ਔਰ ਅਸੀਂ ਕਿਵੇਂ 2 ਗੁਜਰਾਤੀ ਠੱਗ ਮੁਲਕ ਨੂੰ ਵੇਚ ਰਹੇ ਨੇ ਤੇ ਅਡਾਨੀ ਅੰਬਾਨੀ ਕਿਵੇਂ ਖਰੀਦ ਰਹੇ ਨੇ ਔਰ ਇਹਨਾਂ ਦਾ ਐਮਪਾਇਰ ਕਿਵੇਂ ਕਰੰਬਲ ਹੋਇਆ ਉਸ ਨੂੰ ਪਿਛਲੇ 2-3 ਦਿਨ ਡਿਸਕਸ ਕੀਤਾ। ਸਾਡੇ ਬਹੁਤ ਸਾਰੇ ਵਿਊਅਰਸ ਨੇ ਐਪਰੀਸ਼ੀਏਟ ਕੀਤਾ, ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ।
ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਸਾਡੇ ਕਾਫੀ ਸਾਰੇ ਜਿਹੜੇ ਵਿਊਅਰਸ ਨੇ ਉਹ ਲਾਈਵ ਚੈਟ ਕਰ ਰਹੇ ਨੇ ਔਰ ਚੜ੍ਹਦੀ ਕਲਾ ਦੇ ਮੈਸੇਜ ਨੇ, ਫਤਿਹ ਦੇ ਮੈਸੇਜ ਨੇ, ਔਰ ਜਿਸ ਤਰ੍ਹਾਂ ਕਿ ਜਗਸੀਰ ਸਿੰਘ ਸਿੱਧੂ ਜੀ ਹਮੇਸ਼ਾ ਹੀ ਜਿਹੜਾ WhatsApp ਗਰੁੱਪਾਂ ਦੇ ਉੱਪਰ ਆਪਣਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਸ਼ੇਅਰ ਕਰਦੇ ਨੇ। ਸੋ ਮੈਂ ਫਿਆਜ਼ ਅਨਵਰ ਜੀ ਕੱਲ ਵੀ ਆਏ ਸੀ, ਸੋ ਅੱਜ ਵੀ ਕਹਿ ਰਹੇ ਕਿ ਨਾਈਸ ਪ੍ਰੋਗਰਾਮ ਸਰ ਫਰੋਮ ਲਖਨਊ, ਸੋ ਵੈਲਕਮ। ਸੋ ਤਜਿੰਦਰ ਸਿੰਘ ਜੀ ਵੀ ਆਏ ਨੇ ਔਰ ਜਾਕੂਬ ਜੀ ਵੀ ਅੱਜ ਆਏ ਨੇ। ਮੇਰੇ ਖਿਆਲ ਠੰਡ ਬੜੀ ਘਰ ਹੀ ਬੈਠੇ ਨੇ, ਕਾਫੀ ਸਾਰੇ ਮੈਸੇਜ ਲਿਖੇ ਨੇ ਉਹਨਾਂ ਨੇ ਸਾਨੂੰ। ਸੋ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ। ਜੀ ਡਾਕਟਰ ਸਾਹਿਬ ਤੁਸੀਂ ਕਰਨਾ ਚਾਹੋਗੇ ਰੈਕਗਨਾਈਜ਼ ਕਿ ਮੈਂ ਆਪਣਾ ਇਸ਼ੂ ਵਾਲੀ ਚਲੀਏ? ਮੇਰਾ ਖਿਆਲ ਹੈ ਵੀ ਅਸੀਂ ਕਿਉਂਕਿ ਟਾਈਮ ਵੀ ਥੋੜਾ ਘੱਟ ਆ। ਵਕਤ ਦਾ ਵੀ ਧਿਆਨ ਰੱਖੀਏ। ਹਾਂਜੀ। ਅੱਜ ਲਾਸਟ ਪ੍ਰੋਗਰਾਮ ਹੈ ਔਰ ਅਸੀਂ ਪ੍ਰੋਗਰਾਮ ਤੋਂ ਬਾਅਦ ਵਾਸ਼ਿੰਗਟਨ ਡੀਸੀ ਕੂਚ ਕਰਨਾ ਹੈ। ਆਲਮੋਸਟ 5 ਘੰਟੇ ਦੀ ਡਰਾਈਵ ਹੈ। ਜੀ ਸੋ ਹੁਣ ਅੱਜ ਵਕਤ ਸਿਰ ਹੀ ਖਤਮ ਕਰਾਂਗੇ। ਜੀ ਨੋ ਪ੍ਰੋਬਲਮ। ਸੋ ਮੈਂ ਪਹਿਲਾਂ ਹਾਂਜੀ ਇਸ਼ੂ ਪੰਜਾਬ ਦੇ ਗਵਰਨਰ ਨੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਤੋਂ ਬਾਅਦ ਕਿਹਾ ਹੈ ਕਿ ਪਿੰਡਾਂ ਵਿੱਚ ਆਮ ਕਰਿਆਨੇ ਦੀਆਂ ਦੁਕਾਨਾਂ ਤੇ ਵੀ ਡਰੱਗਸ ਵੇਚੀਆਂ ਜਾਂਦੀਆਂ ਹਨ, ਸਕੂਲੀ ਬੱਚੇ ਵੀ ਡਰੱਗਸ ਦਾ ਸ਼ਿਕਾਰ ਹਨ। ਆਖਿਰ ਕੌਣ ਪੰਜਾਬ ਦੀ ਜਵਾਨੀ ਡਰੱਗਸ ਦੇ ਹਵਾਲੇ ਕਰਨ ਜਾ ਰਿਹਾ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਇਹ ਇਵੇਂ ਹੀ ਹੈ ਕਿ ਜਿਵੇਂ ਕਸਾਈ ਬੱਕਰਿਆਂ ਨੂੰ ਕਹਿ ਰਿਹਾ ਹੋਏ ਕਿ ਵੀ ਤੈਨੂੰ ਕੌਣ ਮਾਰ ਸਕਦਾ, ਤੂੰ ਇੰਨਾ ਇਨੋਸੈਂਟ ਹੈ, ਇੰਨਾ ਤੂੰ ਪਰ ਕਿਸੇ ਦਾ ਨੁਕਸਾਨ ਨਹੀਂ ਕਰਦਾ, ਆਪਣਾ ਤੂੰ ਚੋਗਾ ਆਪਣਾ ਲੈਂਦਾ ਆਪਣਾ ਔਰ ਆਪਣੇ ਤੱਕ ਰਹਿੰਦਾ, ਤੇਰਾ ਕਿਸੇ ਨਾਲ ਵੈਰ ਨਹੀਂ, ਤੇ ਨਾਲ ਹੀ ਉਹਨੂੰ ਉਹ ਕਹਿ ਰਿਹਾ ਹੁੰਦਾ ਵੀ ਕੋਈ ਗੱਲ ਨਹੀਂ, ਬਸ ਤੂੰ ਮੇਰਾ ਹੀ ਖਾਜਾ, ਅਲਟੀਮੇਟਲੀ ਮੇਰਾ ਹੀ ਸ਼ਿਕਾਰ ਹੈ। ਬਿਲਕੁਲ। ਹੁਣ ਪੰਜਾਬ ਦਾ ਗਵਰਨਰ ਬਨਵਾਰੀ ਲਾਲ ਪ੍ਰੋਹਤ, ਔਰ ਇਹ ਬਨਵਾਰੀ ਲਾਲ ਪ੍ਰੋਹਤ ਪੰਜਾਬ ਦਾ ਗਵਰਨਰ ਬਣਨ ਤੋਂ ਪਹਿਲਾਂ ਵੈਸਟ ਬੰਗਾਲ ਦਾ ਵੀ ਰਿਹਾ, ਮੇਘਾਲਿਆ ਦਾ ਵੀ ਰਿਹਾ, 2-3 ਵਾਰੀ MP ਵੀ ਰਿਹਾ, MLA ਵੀ ਰਿਹਾ, ਪੂਰਾ ਰੜਿਆ ਹੋਇਆ RSS ਦਾ ਹਿੰਦੂਤਵੀ ਮਾਈਂਡਸੈਟ ਪੂਰਾ ਘਿਸਿਆ ਹੋਇਆ, ਸਾਨ ਤੇ ਚਾੜਿਆ ਹੋਇਆ, ਉਸ ਕਿਸਮ ਦਾ ਇਹ ਹੈ। ਔਰ ਇਹਨੇ ਆਲਰੇਡੀ ਹਾਲਾਂ ਸਾਲ ਕੀ ਹੋਇਆ ਇਹਨੂੰ, ਭਗਵੰਤ ਮਾਨ ਨੂੰ ਈਵਨ ਗਵਰਨਰ ਨਾਲੋਂ ਜ਼ਿਆਦਾ ਇਹ ਐਜ਼ ਏ ਐਡਮਿਨਿਸਟ੍ਰੇਟਰ ਬਿਹੇਵ ਕਰਦਾ ਹੈ। ਜਿਵੇਂ ਉਹਨਾਂ ਨੇ ਕੌਨਫੀਡੈਂਸ ਵੋਟ ਲੈਣਾ ਸੀ ਤੇ ਇਹਨੇ ਸੈਸ਼ਨ ਹੀ ਮੁਲਤਵੀ ਕਰਤਾ ਹੈ, ਇਵੇਂ 1-2 ਫਾਈਲਾਂ ਜਿਹੜੀਆਂ ਨੇ ਉਹ ਵਾਪਸ ਭੇਜ ਦਿੱਤੀਆਂ, ਔਰ ਇਸ ਕਿਸਮ ਦਾ ਕਰਦਾ। ਲੇਕਿਨ ਅਸੀਂ ਜਦੋਂ ਇਹ ਰਿਪੀਟਡਲੀ ਕਹਿੰਦੇ ਆ ਵੀ ਇਹਨਾਂ ਨੇ ਜਿਹੜੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਹਵਾਲੇ ਨਾਲ ਉਹਨਾਂ ਨੂੰ ਸੈਂਟਰਲ ਫੋਰਸਿਸ ਦੇ ਹਵਾਲੇ ਕੀਤਾ, ਔਰ ਆਲਮੋਸਟ 6 ਸਰਹੱਦੀ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਤਰਨਤਾਰਨ, ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ, ਜੀ ਇਹ ਅੱਧੇ ਫੌਜ ਦੇ ਹਵਾਲੇ ਨੇ। ਸੋ ਅੱਧਾ ਪੰਜਾਬ 50,200 ਸਕੁਅਰ ਕਿਲੋਮੀਟਰ ਚੋਂ ਅੱਧੇ ਪੰਜਾਬ 'ਚ ਆਲਰੇਡੀ ਉਹ ਬੈਠੇ ਹੋਏ ਨੇ। ਲੇਕਿਨ ਇਸ ਗੱਲ ਨੂੰ ਯਕੀਨੀ, ਇਸ ਤੋਂ ਪਹਿਲਾਂ ਇੱਕ ਖਬਰ ਆਈ ਸੀ ਕਿ ਬਈ ਸਰਕਾਰ ਨੇ ਜਦੋਂ ਉਹਨਾਂ ਦੀ ਇੰਟੈਲੀਜੈਂਸ ਜਿਹੜੀ ਹੈ ਰਿਵਿਊ ਹੋਇਆ, ਅੱਡ DGP ਔਰ ਦੂਜੇ ਉੱਥੇ ਆਏ ਦਿੱਲੀ ਦੇ ਵਿੱਚ, ਤੇ ਉਹਨਾਂ ਨੇ ਔਰ ਇਹ ਅਮਿਤ ਸ਼ਾਹ ਨੇ ਉਹਨਾਂ ਨੂੰ ਗੱਲ ਕਹੀ ਕਿ ਜੀ ਸਾਨੂੰ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਜ਼ਿਆਦਾ ਪੈਟਰੀਓਟਿਕ ਬਣਾਉਣ ਦੀ ਲੋੜ ਹੈ। ਜੀ। ਔਰ ਉਹਦੇ ਤੋਂ ਅਸੀਂ ਉਦੋਂ ਇਹ ਅੰਦਾਜ਼ਾ ਲਾਇਆ ਸੀ ਕਿ ਵੀ ਇਹਨਾਂ ਦੀ ਜਿਵੇਂ ਇਹਨਾਂ ਨੇ ਜੰਮੂ ਕਸ਼ਮੀਰ ਦੀ ਡੈਮੋਗ੍ਰਾਫੀ ਸਾਰੀ ਬਦਲ ਦਿੱਤੀ ਹੈ, ਔਰ ਕਿਵੇਂ 5 ਡਰਟੀ ਡੀਜ਼ ਦੇ ਥੱਲੇ ਕਿਵੇਂ ਆਬਾਦੀਆਂ ਲਿਆ ਕੇ ਅੱਗੇ ਪਿੱਛਾ ਕਰ ਰਹੇ ਨੇ, ਵੀ ਇਹ ਜਿਸ ਤੇਜ਼ੀ ਨਾਲ ਪੰਜਾਬ ਦੇ ਵਿੱਚ UP ਬਿਹਾਰ ਦਾ ਇਨਫਲਕਸ ਹੈ, ਔਰ ਇਹ ਬਾਰਡਰ ਏਰੀਆ ਦੇ ਵਿੱਚ ਵੀ ਆਪਣੇ ਇਸ ਕਿਸਮ ਦੇ ਕਿ ਜਿਹੜੇ ਪੈਟਰੀਓਟਿਕ ਹੋਣ, ਉਹਨਾਂ ਨੇ ਕਿਹਾ ਜਿਹੜੇ ਦੇਸ਼ ਭਗਤ ਹੋਣ। ਹਾਲਾਂ ਹਕੀਕਤ ਇਹ ਹੈ ਵੀ ਹਰ ਜੰਗ ਜਿਹੜੀ ਪਾਕਿਸਤਾਨ ਦੇ ਨਾਲ ਇਸ ਪੀਰੀਅਡ 'ਚ ਹੋਈ, ਇਹੀ ਸਰਹੱਦੀ ਜ਼ਿਲ੍ਹੇ ਨੇ ਜਿਨ੍ਹਾਂ ਨੇ ਸਭ ਤੋਂ ਵੱਧ ਸਫ਼ਰ ਕੀਤਾ, ਔਰ ਉਹਨਾਂ ਨੇ ਹਮੇਸ਼ਾ ਹੀ ਉਹ ਮੁਲਕ ਦੇ ਲਈ ਖੜੇ ਰਹੇ। ਹੁਣ ਸ਼ਾਇਦ ਕਹਾਣੀ ਵੱਖਰੀ ਹੋਏ, ਇਹਨਾਂ ਨੂੰ ਇਹ ਪਤਾ ਹੈ ਵੀ ਜੋ ਇਹਨਾਂ ਨੇ ਸਿੱਖ ਕੌਮ ਨਾਲ ਕੀਤਾ, ਹੁਣ ਇਹਨਾਂ ਦੀ ਫੌਜ ਲਈ ਜਾਂ ਇਹਨਾਂ ਲਈ ਨਹੀਂ ਕਿਸੇ ਨੇ ਲੜਨਾ ਮਰਨਾ ਹੈ, ਰਾਦਰ ਇਹਨਾਂ ਨੂੰ ਜਿਹੜਾ ਕਰਨਗੇ, ਇਸ ਲਈ ਉੱਥੋਂ ਬਦਲਣਾ ਵੀ ਚਾਹੁੰਦੇ ਨੇ। ਹੁਣ ਇਹ ਗਵਰਨਰ ਜਿਹੜਾ ਇਹਦਾ ਈਵਨ ਇਹ ਮਹਿਕਮਾ ਨਹੀਂ ਹੈ, ਲੇਕਿਨ ਉਹ 6 ਇਹਨਾਂ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਤੇ ਚੜ੍ਹਿਆ ਕਿ ਜੀ ਮੈਂ ਇਹ ਦੇਖਣਾ ਹੈ ਕਿ ਵੀ ਪਿੰਡਾਂ ਦੇ ਵਿੱਚ ਕਿਵੇਂ ਜਿਹੜਾ ਉਹ ਆਪਸ ਦੇ ਵਿੱਚ ਅੰਡਰਸਟੈਂਡਿੰਗ ਪੈਦਾ ਹੋਏ, ਦੂਜਾ ਹੋਏ। ਔਰ ਉਸ ਤੋਂ ਬਾਅਦ ਜਿਹੜਾ ਉਹ ਲਗਭਗ ਸਾਰਿਆਂ 'ਚ ਹੀ ਗਿਆ। ਜਿਹੜਾ ਉਹਨੇ ਪ੍ਰੈਸ ਕਾਨਫਰੰਸ ਮੀਡੀਆ ਦੇ ਸਾਹਮਣੇ ਕਿਹਾ, ਉਹਦੀ ਹੈਡਲਾਈਨ ਖਬਰ ਦੀ ਬਣੀ ਹੈ ਕਿ ਪੰਜਾਬ ਗਵਰਨਰ ਪ੍ਰੋਹਤ ਸੇਜ਼ drugs have entered schools, children getting addicted। ਔਰ ਇਹ 2 ਦਿਨ ਦਾ ਦੌਰਾ ਉਹਨੇ ਕੀਤਾ ਉਹਨੇ, ਔਰ ਉਹਦੇ ਜਿਹੜੇ ਐਗਜ਼ੈਕਟ ਲਫ਼ਜ਼ ਨੇ, on drug issue the governor said
situation is such that if we go to villages, villagers say drugs are available like grocery items at general stores. ਕਹਿੰਦੇ ਪਿੰਡਾਂ ਦੇ ਲੋਕ ਕਹਿੰਦੇ ਨੇ ਆ ਕਰਿਆਨੇ ਦੀਆਂ ਦੁਕਾਨਾਂ ਤੇ ਡਰੱਗਸ ਮਿਲਦੇ ਨੇ, ਔਰ ਜਿਹੜੇ ਸਕੂਲਾਂ ਦੇ ਬੱਚੇ ਨੇ ਫਿਰ ਉਹ ਕਹਿੰਦਾ ਪੁਲਿਸ ਮੇ ਨਾਟ ਬੀ ਨੋਇੰਗ ਬਟ ਵਿਲੇਜਰਸ ਨੋ ਐਵਰੀਥਿੰਗ। ਦੇਖੋ ਹੁਣ ਇੱਕ ਪਾਸੇ ਤਾਂ ਇਹ ਘਟੀਆ ਬਲੇਮ ਗੇਮ ਵੀ ਹੁੰਦੀ ਹੈ ਜਦੋਂ ਤੁਸੀਂ ਆਪਣੇ ਪੈਰ ਆਉਣ ਵਾਲੇ 2024 ਚ ਬੀਜੇਪੀ ਪੰਜਾਬ ਚ ਆਪਣੀਆਂ ਜੜ੍ਹਾਂ ਲਾਉਣਾ ਚਾਹੁੰਦੀ ਹੈ ਔਰ ਅਲਟੀਮੇਟਲੀ ਪੰਜਾਬ ਨੂੰ ਕਾਬੂ ਕਰਨਾ ਚਾਹੁੰਦੀ ਹੈ, ਪਰ ਉਹਦਾ ਇਹ ਕਹਿਣਾ ਤੇ ਨਾਲ ਉਹ ਕਹਿੰਦਾ ਕਿ ਇਟ ਇਜ਼ ਅ ਮੈਟਰ ਆਫ ਵਰੀ, ਇਟ ਇਜ਼ ਨਾਟ ਦਾ ਕੁਐਸਚਨ ਆਫ ਅਡਲਟਸ ਓਨਲੀ, drugs have entered schools and children are getting addicted, parents are feeling helpless। ਹੁਣ ਜੇ ਅਸੀਂ ਇੱਥੇ ਹੀ ਗੱਲ ਛੱਡਦੇ ਹੀ ਹੈ ਫਿਰ ਉਹ ਕਹਿੰਦਾ some children get addicted to the extent that they start stealing in their homes and we are getting several complaints in this regard। ਔਰ ਇਹ ਕਿ ਵੀ ਬੱਚੇ ਵੀ ਸਕੂਲਾਂ ਦੇ ਐਡਿਕਟ ਨੇ, ਗਰੋਸਰੀ ਸਟੋਰਾਂ ਦੇ ਉੱਤੇ ਕਰਿਆਨੇ 'ਚ ਵਾਂਗ ਚੀਜ਼ਾਂ ਮਿਲਦੀਆਂ ਨੇ, ਔਰ ਬੱਚੇ ਜਿਹੜੇ ਨੇ ਉਹ ਘਰੋਂ ਚੋਰੀ ਕਰਕੇ ਵੀ ਡਰੱਗਸ ਖਾਂਦੇ ਨੇ। ਦੇਖੋ ਹੁਣ ਜੇ ਇਸੇ ਇੱਕੋ ਸਵਾਲ ਦੇ ਉੱਤੇ ਅਸੀਂ ਆ ਜਾਈਏ, ਕਿੰਨਾ ਵੱਡਾ ਬਜਟ ਪੰਜਾਬ 'ਚ ਪੁਲਿਸ ਦਾ ਹੈ। ਅੱਛਾ ਇਹ 6 ਦੇ 6 ਸਰਹੱਦੀ ਜ਼ਿਲ੍ਹੇ ਸੈਂਟਰਲ ਫੋਰਸਿਸ ਦੇ ਹਵਾਲੇ ਨੇ। ਪੰਜਾਬ ਦਾ ਆਪਣਾ ਨੈਟਵਰਕ ਜਿਹੜਾ ਉਹਨਾਂ ਦਾ, ਇਸ ਤੋਂ ਇਲਾਵਾ ਇੰਟੈਲੀਜੈਂਸ ਏਜੰਸੀਆਂ ਦਾ ਨੈਟਵਰਕ ਪੰਜਾਬ 'ਚ ਹੈ। ਇਹ ਡਰੱਗਸ ਕੌਣ ਲਿਆ ਰਿਹਾ ਹੈ, ਕੌਣ ਪੰਜਾਬ ਦੇ ਯੂਥ ਨੂੰ ਡਰੱਗਸ ਦੇ ਹਵਾਲੇ ਕਰ ਰਿਹਾ ਹੈ, ਜਿਨ੍ਹਾਂ ਨੇ ਚੁਣ ਕੇ ਨੌਜਵਾਨ ਮਾਰੇ ਕਿ ਜੇ ਅਸੀਂ ਦਹਿਸ਼ਤਗਰਦੀ ਮੁਕਾਉਣੀ ਹੈ, ਉਹਨਾਂ ਨੂੰ ਇਹ ਡਰੱਗ ਪੈਡਲਰ, ਡਰੱਗ ਸਪਲਾਇਰ, ਡਰੱਗਸ ਆ ਕਿੱਥੋਂ ਰਹੀ ਹੈ। ਫਿਰ ਜੇ ਪਾਕਿਸਤਾਨ ਦੀ ਸੀਮਾ ਨਾਲ ਗੱਲ ਕਰੀਏ, ਬਾਰਡਰ ਨਾਲ ਗੱਲ ਕਰੀਏ, ਅੱਛਾ ਤੇ ਜਿਹੜਾ ਪੰਜਾਬ ਦਾ ਬਾਰਡਰ ਪਾਕਿਸਤਾਨ ਨਾਲ ਲੱਗਦਾ 500-600 ਕਿਲੋਮੀਟਰ ਜਿੰਨਾ ਵੀ ਹੈ, ਉਸ ਦੇ ਉੱਤੇ ਕੰਡਿਆਲੀ ਤਾਰ ਲਾਈ ਹੋਈ ਹੈ। ਉਸ ਤਾਰ ਦੇ ਉੱਤੇ ਕਰੰਟ ਵੀ ਛੱਡਿਆ ਹੋਇਆ ਹੈ, ਜਿੱਥੋਂ ਕੋਈ ਪਰਿੰਦਾ, ਕੋਈ ਚਰਿੰਦਾ ਜਿਹੜਾ ਉਹ ਐਂਟਰ ਨਹੀਂ ਕਰ ਸਕਦਾ। ਇਹਨਾਂ ਦੇ ਜਿਹੜੇ ਨੇ ਉਹ ਸਰਵੇਲੈਂਸ, ਹਵਾਈ ਸਰਵੇਲੈਂਸ ਵੀ ਹੈ, ਦੋਨੋਂ ਪਾਸੇ ਮਜ਼ਬੂਤ ਚੌਕੀਆਂ ਨੇ। ਔਰ ਹੁਣ ਜਿਵੇਂ ਅੱਧਾ ਪੰਜਾਬ, ਫਿਰ ਡਰੱਗਸ ਕਿੱਥੋਂ ਆ ਰਹੀਆਂ ਨੇ, ਕੌਣ ਲਿਆ ਰਿਹਾ। ਸੋ ਜਦੋਂ ਅਸੀਂ ਇਹ ਰਿਪੀਟਡਲੀ ਕਹਿੰਦੇ ਹਾਂ ਕਿ ਭਾਈ ਇਹਨਾਂ ਨੇ ਜਿਹੜਾ ਕੰਮ ਇਹ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਮਾਰ ਕੇ ਨਹੀਂ ਕਰ ਸਕੇ, ਉਹਨਾਂ ਨੇ ਇਹ ਦੇਖਿਆ, ਏਜੰਸੀਆਂ ਨੇ ਸਿਰ ਜੋੜਿਆ, ਉਹਨਾਂ ਨੇ ਕਿਹਾ ਜੀ ਇਹ ਸਿੱਖ ਕੌਮ ਡਰਨ ਵਾਲੀ ਤਾਂ ਨਹੀਂ ਹੈ, ਇਹ ਤੁਸੀਂ ਜਿੰਨੇ ਮਾਰੋਗੇ ਤਾਂ ਉਨੇ ਹੀ ਹੋਰ ਨਿਕਲ ਆਉਂਦੇ ਨੇ, ਇਹਨਾਂ ਨੂੰ ਕੋਈ ਡਰ। ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਡਰੱਗਸ ਨਾਲ ਮਾਰੋ। ਔਰ ਇਹ ਵੈਪਨ ਵਿਦਨ ਸਭ ਤੋਂ ਪਹਿਲਾਂ ਮਨੀਪੁਰ। ਹੁਣ ਮਨੀਪੁਰ ਦੇ ਵਿੱਚ ਜਿਹੜੀ ਫਰੀडम ਮੂਵਮੈਂਟ, ਔਰ ਮਨੀਪੁਰ 'ਚ ਹਿੰਦੂ ਨੇ ਜਿਹੜੇ ਆਪਣੀ ਆਜ਼ਾਦੀ ਲਈ ਲੜ ਰਹੇ ਨੇ, ਸਭ ਤੋਂ ਜ਼ਿਆਦਾ ਡਰੱਗਸ ਪਹਿਲਾਂ ਮਨੀਪੁਰ 'ਚ, ਉੱਥੇ ਬੜੀ ਸਕਸੈਸਫੁਲੀ। ਔਰ ਉਹਦਾ ਨਤੀਜਾ ਈਵਨ ਇਹ ਹੈ ਕਿ ਜਿਹੜੇ ਮਨੀਪੁਰ, ਜਿਹੜੇ ਸਾਰੇ ਹੀ ਈਵਨ ਈਸਟਰਨ ਸਟੇਟਾਂ ਦੇ ਸਟੂਡੈਂਟ, ਕੋਈ ਦਿੱਲੀ ਪੜ੍ਹਦਾ ਹੈ, ਕੋਈ ਕਿਤੇ ਪੜ੍ਹਦਾ ਹੈ, ਉਹਨਾਂ ਨੂੰ ਇੰਨਾ ਬਦਨਾਮ ਕੀਤਾ ਹੋਇਆ ਇਹ ਕਹਿ ਕੇ ਕਿ ਇਹ ਸਾਰੇ ਡਰੱਗ ਵੇਚਣ ਵਾਲੇ ਨੇ ਜਾਂ ਡਰੱਗ ਖਾਣ ਵਾਲੇ ਨੇ। ਕਿਉਂਕਿ ਮਨੀਪੁਰ ਇੱਕ ਸਟੇਜ, ਹੁਣ ਤਾਂ ਮੈਨੂੰ ਨਹੀਂ ਪਤਾ, ਹੁਣ ਤਾਂ ਪੰਜਾਬ ਸਰਪਾਸ ਕਰ ਗਈ ਹੋਣੀ ਹੈ, ਇੱਕ ਸਟੇਜ ਤੇ ਮਨੀਪੁਰ ਸਭ ਤੋਂ ਜ਼ਿਆਦਾ ਜਿਹੜੀ ਹੈ ਡਰੱਗ ਐਡਿਕਟ ਸਟੇਟ ਸੀ। ਔਰ ਉਹਦੇ 'ਚ ਏਜੰਸੀਆਂ ਨੇ, ਹੁਣ ਤੁਹਾਨੂੰ ਨਾਗਿਆਂ ਦੀ ਇਨਸਰਜੈਂਸੀ ਦੀ ਖਬਰ ਕੋਈ ਹੋਏਗੀ, ਮਨੀਪੁਰ ਦਾ ਨਜ਼ਰ ਨਹੀਂ ਆਉਂਦਾ, ਕਿਉਂਕਿ ਉਹ ਉਹਨਾਂ ਨੇ ਪੂਰੀ ਜਨਰੇਸ਼ਨ ਡਰੱਗਸ ਦੇ ਹਵਾਲੇ ਕਰਤੀ। ਪੰਜਾਬ 'ਚ ਵੀ ਜੇ ਤੁਸੀਂ ਡਰੱਗਸ ਦਾ ਇਨਫਲਕਸ ਦੇਖੋ, ਹੁਣ ਡਰੱਗਸ ਤਾਂ 1960ਵਿਆਂ ਦੇ ਵਿੱਚ ਵੀ ਪੀਕ ਤੇ ਸੀ ਜਦੋਂ ਹਿੱਪੀ ਮੂਵਮੈਂਟ ਚੱਲੀ। ਉਹ ਜ਼ਮਾਨੇ 'ਚ ਜਿਹੜਾ ਹਿੱਪੀ ਸਾਰੇ ਪਾਸੇ ਘੁੰਮ ਰਹੇ ਸੀ, ਔਰ ਇੰਡੀਆ 'ਚ ਵੀ ਸੀ, ਪਾਕਿਸਤਾਨ 'ਚ ਵੀ ਸੀ, ਸਾਰੇ ਪਾਸੇ ਸੀ। ਉਦੋਂ ਵੀ ਇਹ ਜਿਹੜੀ ਕ੍ਰੈਕ ਕੋਕੇਨ, ਸਮੈਕ, ਹੈਰੋਇਨ, LSD ਜਿਹੜੀ ਉਸ ਜ਼ਮਾਨੇ, ਇਹ ਸਾਰੀਆਂ ਉਦੋਂ ਨਾਲ ਡਰੱਗੀ ਹੋਇਆ ਪੰਜਾਬ। ਬਿਲਕੁਲ। ਫਿਰ ਅਸੀਂ ਦੇਖਦੇ ਹਾਂ ਕਿ 80ਵਿਆਂ ਤੱਕ ਪਹੁੰਚਦੇ ਹਾਂ, ਜਦੋਂ ਪੂਰੀ ਮੂਵਮੈਂਟ ਰਹੀ, ਉਦੋਂ ਨਾਲ ਡਰੱਗੀ ਹੋਇਆ ਪੰਜਾਬ। ਔਰ ਜੇ ਤੁਸੀਂ ਪੰਜਾਬ 'ਚ ਡਰੱਗਸ ਦਾ ਬੋਲਬਾਲਾ ਦੇਖੋਗੇ ਤਾਂ 1995-96 ਤੋਂ ਬਾਅਦ, ਜਦੋਂ ਕਿ 1984 ਤੋਂ 1985 ਤੱਕ, ਜੇ 1984 ਤੋਂ 1994 ਤੱਕ ਇਹਨਾਂ ਨੇ ਇੱਕ ਜਨਰੇਸ਼ਨ ਮਾਰ ਮੁਕਾਈ, ਔਰ 1995 ਤੋਂ ਬਾਅਦ ਪੰਜਾਬ ਦੇ ਵਿੱਚ ਸਿਸਟਮੈਟਿਕਲੀ ਡਰੱਗਸ ਲਿਆਂਦੀਆਂ ਗਈਆਂ। ਔਰ ਉਹਨਾਂ ਇਲਾਕਿਆਂ 'ਚ ਜੇ ਤੁਸੀਂ ਈਵਨ ਡਰੱਗ ਵਿਕਟਮਸ ਦੇਖੋਗੇ, ਜਿਨ੍ਹਾਂ ਇਲਾਕਿਆਂ 'ਚੋਂ, ਜਿਨ੍ਹਾਂ ਪਿੰਡਾਂ 'ਚੋਂ ਮੂਵਮੈਂਟ ਦੇ ਦੌਰਾਨ ਸਭ ਤੋਂ ਜ਼ਿਆਦਾ ਸਿੱਖ ਨੌਜਵਾਨ ਨਿਕਲੇ, ਉੱਥੇ ਸਭ ਤੋਂ ਜ਼ਿਆਦਾ ਡਰੱਗਸ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਏਜੰਸੀਆਂ ਨੇ ਡਰੱਗ ਦੀ ਖੇਡ ਖੇਡੀ, ਫਿਰ ਬਿਕਰਮ ਮਜੀਠੀਆ ਹੋਏ, ਕਿ ਕਾਂਗਰਸ ਹੋਣ, ਕਿ ਬਿਊਰੋਕਰੇਸੀ ਹੋਏ, ਕਿ ਪੁਲਿਸ ਅਫਸਰ ਹੋਣ,
ਜੇ 1 ਕਰੋੜ ਦੀ 1 ਕਿਲੋ ਹੈਰੋਇਨ ਹੈ ਤੇ ਉਹਨਾਂ ਨੂੰ 5-5 10-10 20-20 ਹਜ਼ਾਰ ਜਾਂ ਲੱਖ 2 ਲੱਖ ਰਿਸ਼ਵਤ ਲੈਣ ਦੀ ਲੋੜ ਹੀ ਨਹੀਂ ਹੈ। ਮੋਟਾ ਕੰਮ ਹੈ, ਨਾਲੇ ਏਜੰਸੀਆਂ ਵੀ ਖੁਸ਼ ਕਿ ਲਓ ਜੀ ਅਸੀਂ ਵਰਤਾ ਦਿੱਤਾ ਹੈ ਸਾਰੇ ਪਾਸੇ ਤੇ ਨਾਲੇ ਪੈਸੇ ਵੀ ਫਲੋ ਹੋ ਰਹੇ ਨੇ ਔਰ ਪਾਈ ਜਾਓ ਇਹਨੂੰ ਪਾਕਿਸਤਾਨ ਦੇ ਖਾਤੇ 'ਚ। ਔਰ ਇਹ ਗਵਰਨਰ ਕੱਲਾ ਇਹੀ ਨਹੀਂ, ਉਹ ਇਹ ਕਹਿ ਰਿਹਾ ਕਿ ਜੀ ਇਹ ਜਿਹੜੇ ਨੇ ਪਾਕਿਸਤਾਨ ਔਰ ਨਾਲ ਹੀ ਖਬਰ ਜਦੋਂ ਤੁਸੀਂ ਇਸ ਕਿਸਮ ਦੀ ਖਬਰ ਦੇਖੋਗੇ ਤੇ ਨਾਲ ਇੱਕ ਅੱਧੀ ਖਬਰ ਲੱਗੀ ਹੋਏਗੀ, BSF shoots down Pakistani drone near border post in Amritsar sector. The drone was carrying a packet weighing about 5 kilogram suspected to be heroin. ਹੁਣ ਇਹ ਦੋਨੋਂ ਖਬਰਾਂ ਜੇ ਤੁਸੀਂ ਮਿਲਾ ਕੇ ਦੇਖੋ ਜੀ, ਉਹ ਪੈਕੇਜ ਵੀ ਹੋਇਆ, ਡਰੋਨ ਨੇ ਇਹਨਾਂ ਨੂੰ ਥੱਲੇ ਜਿਹੜਾ ਉਹ ਇਨਾਮ ਸੁੱਟਿਆ 5 ਕਿਲੋ ਹੈਰੋਇਨ ਦਾ, ਔਰ ਨਾਲ ਦੀ ਨਾਲ ਇਹ ਹੋਇਆ ਜੀ ਪ੍ਰੋਤ ਨੇ ਤਾਂ ਜਾ ਕੇ ਦੇਖਿਆ ਵੀ ਇਹ ਤਾਂ ਸਾਰੇ ਪਾਸੇ ਜਿਹੜੇ ਨੇ ਸਕੂਲਾਂ 'ਚ ਤਾਂ ਬੱਚੇ ਵੀ ਤੇ ਕਰਿਆਨੇ ਦੀਆਂ ਦੁਕਾਨਾਂ ਤੇ ਡਰੱਗਸ ਮਿਲਦੀਆਂ। ਸੋ ਇਹ ਹੈ ਜਿਹੜੀ ਡਰੱਗ ਸਬਸਟੈਂਸ ਅਬਿਊਜ਼ ਦੇ ਨਾਲ ਕੌਮ ਨੂੰ ਮਾਰਨਾ ਹੈ, ਨਸਲਕੁਸ਼ੀ ਕਰਨੀ ਹੈ। ਫਿਰ ਤੁਹਾਨੂੰ ਅਮਰੀਕਾ 'ਚ ਨੇਟਿਵਸ ਦੀ ਹਿਸਟਰੀ ਪੜ੍ਹ ਲਓ, ਆਸਟ੍ਰੇਲੀਆ 'ਚ ਐਬੋਰੀਜਨਲਸ ਦੀ ਪੜ੍ਹ ਲਓ, ਨਿਊਜ਼ੀਲੈਂਡ 'ਚ ਮੌਰੀਸ ਦੀ ਪੜ੍ਹ ਲਓ, ਔਰ ਅਫਰੀਕਾ ਦੇ ਵੀ ਇੱਕ ਵੱਡੇ ਹਿੱਸੇ ਜਿੱਥੇ ਕਲੋਨੀਅਲਸ ਰਹੇ, ਇਵੇਂ ਹੀ ਡਰੱਗਸ ਦੇ ਹਵਾਲੇ ਕਰਕੇ ਓਰੀਜਨਲ ਜਿਹੜੇ ਲੋਕ ਨੇ ਉਹਨਾਂ ਨੂੰ ਭੁਲਾ ਹੀ ਦਿੱਤਾ ਗਿਆ ਕਿ ਉਹ ਕੌਣ ਸਨ ਤੇ ਅੱਜ ਕੀ ਨੇ ਤੇ ਕਿਵੇਂ ਇਹ ਫਿਰ ਲੁੱਟ ਮਾਰ ਜਿਹੜੀ ਹੈ ਪੋਲੀਟੀਕਲ ਸਲੇਵਰੀ ਫਿਰ ਪਰਪੈਚੁਏਟ ਕੀਤੀ ਜਾਂਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਅਮਰੀਕਾ ਤੇ ਚਾਈਨਾ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਤੇ ਚਾਈਨਾ ਟਕਰਾਅ ਵੱਲ ਵੱਧਦੇ ਜਾਪ ਰਹੇ ਹਨ। ਤਾਜ਼ਾ ਖਬਰਾਂ ਅਨੁਸਾਰ ਚੀਨ ਦਾ ਇੱਕ ਵੱਡਾ ਜਾਸੂਸੀ ਗੁਬਾਰਾ ਅਮਰੀਕਾ ਦੇ ਅਸਮਾਨ ਵਿੱਚ ਉੜਦਾ ਦੇਖਿਆ ਗਿਆ। ਪ੍ਰੋਟੈਸਟ ਵਜੋਂ ਅਮਰੀਕਨ ਸੈਕਟਰੀ ਆਫ ਸਟੇਟ ਨੇ ਆਪਣਾ ਚੀਨ ਦਾ ਦੌਰਾ ਕੈਂਸਲ ਕਰ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ 2 ਦਿਨ ਪਹਿਲਾਂ ਇਹ ਡਿਸਕਸ ਕੀਤਾ ਸੀ ਇੱਕ ਹਾਇਰ ਅਮਰੀਕਨ ਜਨਰਲ ਜਿਸ ਦਾ ਮੈਮੋ ਜਿਹੜਾ ਕਿ ਪੈਂਟਾਗਨ ਨੇ ਜਿਸ ਨੂੰ ਡਿਨਾਈ ਨਹੀਂ ਕੀਤਾ, ਉਹਨਾਂ ਨੇ ਕਿਹਾ ਵੀ ਠੀਕ ਡਾਕੂਮੈਂਟ ਹੈ। ਉਹਦੇ 'ਚ ਉਹਨੇ ਕਿਹਾ ਸੀ ਕਿ ਮੈਂ 2025 ਦੇ ਵਿੱਚ ਅਮਰੀਕਾ ਔਰ ਚਾਈਨਾ ਦੀ ਜੰਗ ਦੇਖ ਰਿਹਾ ਔਰ ਉਹ ਡੀਟੇਲਡ ਮੈਮੋ ਦੇ ਵਿੱਚ ਫਿਰ ਕੀ ਤਿਆਰੀਆਂ ਚਾਹੀਦੀਆਂ ਨੇ, ਕੀ ਹੋਣਾ ਚਾਹੀਦਾ ਹੈ, ਉਸ ਬਾਰੇ ਵੀ ਵੇਰਵਾ ਸੀ। ਔਰ ਸਾਡਾ ਇਹ ਕਹਿਣਾ ਸੀ ਕਿ ਵੀ ਜਿਸ ਅੰਦਾਜ਼ ਦੇ ਵਿੱਚ ਅਮਰੀਕਨ ਸਿਸਟਮ ਇੰਡੀਆ ਨੂੰ ਓਬਲਾਈਜ਼ ਕਰ ਰਿਹਾ ਐਕਸਟਰਾ ਮਾਈਲ ਜਾ ਕੇ, ਇਹਦੇ ਬਾਵਜੂਦ ਕਿ BBC ਡਾਕੂਮੈਂਟਰੀ ਨੇ ਇਹਨਾਂ ਨੂੰ ਐਕਸਪੋਜ਼ ਕੀਤਾ ਹੈ। ਔਰ ਹੁਣ ਜੋ ਕੁਝ ਅਡਾਨੀ ਐਮਪਾਇਰ ਦੇ ਨਾਲ ਜਿਹੜਾ ਝੂਠ ਫਿਕਟੀਸ਼ੀਅਸ ਔਰ ਜਿਹਨੂੰ ਇਸ ਹੈਡਨਬਰਗ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਵੀ
ਕਾਰਪੋਰੇਟ ਹਿਸਟਰੀ ਦਾ ਸਭ ਤੋਂ ਵੱਡਾ ਜਿਹੜਾ ਇਸ ਕਿਸਮ ਦਾ ਸਕੈਂਡਲ ਜਿਹੜਾ ਪਹਿਲਾਂ ਕਦੇ ਨਹੀਂ ਹੋਇਆ ਇਸ ਲੈਵਲ ਦਾ ਫਰਾਡ ਔਰ ਚੀਟਿੰਗ ਔਰ ਅਸੈਟਸ ਨੂੰ ਕਿਵੇਂ ਓਵਰ ਦਿਖਾਇਆ ਗਿਆ। ਲੇਕਿਨ ਇਹਦੇ ਬਾਵਜੂਦ ਅਸੀਂ ਦੇਖਦੇ ਹਾਂ ਵੀ ਅਮਰੀਕਾ ਵੱਲੋਂ ਮੋਦੀ ਨੂੰ ਜਿਹੜਾ ਹੈ ਇਸ ਦੇ ਉੱਤੇ ਕੋਈ ਕਮੈਂਟ ਨਾ ਕਰਨਾ, ਰਾਦਰ ਡਿਫੈਂਡ ਕਰਨਾ ਪਹਿਲੇ ਦਿਨ ਸਪੋਕਸਪਰਸਨ ਦਾ ਉਸ BBC ਡਾਕੂਮੈਂਟਰੀ ਤੇ, ਫਿਰ ਜੂਨ ਜਾਂ ਜੁਲਾਈ ਦੇ ਵਿੱਚ ਕਨਵੀਨੀਐਂਟਸ ਇੰਡੀਆ ਤੇ ਛੱਡ ਕੇ ਕਿ ਸਟੇਟ ਵਿਜ਼ਿਟ ਅਮਰੀਕਾ ਦੀ, ਔਰ ਉਹਦੇ 'ਚ ਇਸ ਗੱਲ ਨੂੰ ਯਕੀਨੀ ਬਣਾਇਆ ਜਾਣਾ ਕਿਉਂਕਿ ਜੂਨ ਜੁਲਾਈ ਦੇ ਵਿੱਚ US ਕਾਂਗਰਸ ਇਨ ਸੈਸ਼ਨ ਹੁੰਦੀ ਹੈ ਕਿ ਉਹ ਜੁਆਇੰਟ ਸੈਸ਼ਨ ਨੂੰ ਐਡਰੈਸ ਕਰ ਸਕੇ ਕਿ ਵੀ ਇਹ ਕੁਛ ਨਾ ਕੁਛ ਪੱਕ ਰਿਹਾ। ਔਰ ਮੈਂ ਤਾਂ ਸੁਭਾਵਕ ਨਹੀਂ ਕਿਹਾ ਸੀ ਕਿ ਵੀ ਜੋ ਕੁਛ ਅਮਰੀਕਾ ਯੂਕਰੇਨ ਰਾਹੀਂ ਰੂਸ ਨੂੰ ਐਨਗੇਜ ਕਰਨ ਦੇ ਲਈ ਔਰ ਉੱਥੇ ਉਹਨੂੰ ਰੋਕਣ ਲਈ ਉਸ ਨੂੰ ਬਲੀਡ ਆਊਟ ਕਰਨ ਦੇ ਲਈ ਇਸਤੇਮਾਲ ਕਰ ਰਿਹਾ, ਅਮਰੀਕਾ ਦੀ ਪਲੈਨਿੰਗ ਦੇ ਵਿੱਚ ਜਿਹੜਾ ਅਮਰੀਕਾ ਇੰਡੀਆ ਨੂੰ ਯੂਕਰੇਨ ਬਣਾਉਣਾ ਚਾਹੁੰਦਾ ਹੈ ਜਾਂ ਬਣਾਏਗਾ ਚੀਨ ਦੇ ਖਿਲਾਫ, ਜਿਹੜਾ ਜ਼ਾਹਰ ਹੈ ਕਿ ਵੀ ਇਹ ਏਜੰਡਾ ਤਾਂ ਕਾਫੀ ਪੁਰਾਣਾ ਚੱਲ ਰਿਹਾ ਹੈ ਉਹ ਸਾਰੇ ਚੋਂ। ਹੁਣ ਇਹਦੇ ਬਾਵਜੂਦ ਕਿਉਂਕਿ ਨੋ ਮੈਟਰ ਫਾਈਨੈਂਸ਼ੀਅਲ ਇੰਟਰਸਟ, ਮਿਲਟਰੀ ਇੰਟਰਸਟ, ਸਟ੍ਰੈਟੇਜਿਕ ਇੰਟਰਸਟ ਕਿਤੇ ਕੀ ਨੇ, ਪਰ ਦੁਨੀਆ ਦੇ ਵਿੱਚ ਡਿਪਲੋਮੇਸੀ ਦਾ ਇੱਕ ਵੱਡਾ ਇੱਕ ਪ੍ਰਿੰਸੀਪਲ ਹੈ ਕਿ ਐਨਗੇਜਮੈਂਟ ਹਮੇਸ਼ਾ ਰਹਿੰਦੀ ਹੈ। ਇਹ ਨਹੀਂ ਹੁੰਦਾ ਵੀ ਕੱਟ ਆਫ ਕਰਕੇ। ਮੈਂ ਅਕਸਰ ਇਹ ਕਹਿੰਦਾ ਹੁੰਦਾ ਵੀ ਈਵਨ ਜੰਗ ਦੇ ਮੈਦਾਨ 'ਚ ਵੀ ਜਦੋਂ ਇੱਕ ਫੌਜ ਜਿੱਤਦੀ ਹੈ ਤੇ ਦੂਜੀ ਨੇ ਸਰੈਂਡਰ ਕਰਨਾ ਹੁੰਦਾ ਹੈ ਤੇ ਉਹ ਵੀ ਉਹਨਾਂ ਦੀ ਜਿਹਨੂੰ ਹੌਟਲਾਈਨ ਕਹਿੰਦੇ ਨੇ ਫੌਜੀ ਉਸ ਕੋਡ ਦੇ ਵਿੱਚ, ਉਹ ਹੌਟਲਾਈਨ ਕਾਇਮ ਹੁੰਦੀ ਹੈ ਕਿ ਵੀ ਕਿਵੇਂ ਸਰੈਂਡਰ ਕਰਨਾ ਹੈ, ਕਿਹੜਾ ਕਿੱਥੇ ਆਏਗਾ ਔਰ ਕਿਵੇਂ ਉਹਨਾਂ ਦੀ ਸਿਕਿਉਰਿਟੀ ਕੀ ਹੋਏਗੀ। ਹਾਲਾਂਕਿ ਜਦੋਂ ਸਰੈਂਡਰ ਕਰ ਚਿੱਟਾ ਝੰਡਾ ਤਾਂ ਹੁੰਦਾ ਹੀ ਹੈ ਕਿ ਭਾਈ ਅਸੀਂ, ਲੇਕਿਨ ਜਦੋਂ ਅਸੀਂ ਫਾਰਮਲ ਸਰੈਂਡਰ ਉਹਨਾਂ ਦੇ ਹਥਿਆਰ ਰਖਵਾਣੇ ਨੇ ਉਹ ਵੀ, ਸੋ ਡਿਪਲੋਮੈਟਿਕ ਐਨਗੇਜਮੈਂਟ ਹੁੰਦੀ ਹੈ। ਹੁਣ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਚਾਈਨਾ ਦੇ ਨਾਲ ਬਹੁਤ ਕਸ਼ੀਦਗੀ ਵਾਲੇ ਸਬੰਧ ਬਣੇ ਔਰ ਈਵਨ ਜਦੋਂ ਟਰੰਪ ਨੇ ਕੋਵਿਡ-19 ਨੂੰ ਚਾਈਨੀਜ਼ ਵਾਇਰਸ ਕਿਹਾ, ਫਿਰ ਵੁਹਾਨ ਵਾਇਰਸ ਕਿਹਾ, ਤੇ ਨਤੀਜਾ ਇਹ ਸੀ ਕਿ ਅਮਰੀਕਾ ਦੇ ਵਿੱਚ ਜਿਹੜੇ ਚਾਈਨੀਜ਼ ਲੁਕਿੰਗ ਨੇ, ਹੁਣ ਮੈਨੂੰ ਵੀ ਕੋਈ ਇੱਕ ਵਿਤਨਾਮੀ ਖੜਾ ਕਰ ਦੇ, ਇੱਕ ਫਿਲੀਪੀਨੀ ਕਰ ਦੇ, ਇੱਕ ਕੋਰੀਅਨ ਕਰ ਦੇ, ਇੱਕ ਚੀਨੀ ਕਰ ਦੇ, ਇੱਕ ਜਾਪਾਨੀ ਕਰਦੇ, ਤਾਂ ਮੈਂ ਤਾਂ ਨਹੀਂ ਆਇਡੈਂਟੀਫਾਈ ਕਰ ਸਕਦਾ ਵੀ ਚੀਨੀ ਕੋ, ਕਿਉਂਕਿ ਮੰਗਲੋਇਡ ਰੇਸ ਹੈ। ਸੋ ਉਹਦੇ 'ਚ ਜਿਹੜੇ ਮੰਗਲੋਇਡ ਰੇਸ ਵਾਲੇ ਨੇ ਉਹਨਾਂ ਦੇ ਖਿਲਾਫ 200 ਟਾਈਮਸ ਮੋਰ ਹਿਟ ਕ੍ਰਾਈਮ ਹੋਏ, ਜਿਵੇਂ 9/11 ਤੋਂ ਬਾਅਦ ਸਿੱਖਾਂ ਦੇ ਖਿਲਾਫ ਹੋਏ, ਅੱਜ ਤੱਕ ਵੀ ਹੋ ਰਹੇ ਨੇ। ਹੁਣ ਉਸ ਸਾਰੇ ਦੇ ਚੱਲਦੇ ਆ ਬਾਈਡਨ ਐਡਮਿਨਿਸਟ੍ਰੇਸ਼ਨ ਤੋਂ ਇਹ ਜ਼ਰੂਰ ਆਸ ਸੀ, ਚਲੋ ਬਾਕੀ ਤਾਂ ਨੈਸ਼ਨਲ ਪਾਲਿਸੀਜ਼ ਹੁੰਦੀਆਂ ਨੇ ਉਹਦੇ ਕਿ ਵੀ ਇਹਨੂੰ ਕਾਮ ਡਾਊਨ ਕਰਨ ਦੀ ਕੋਸ਼ਿਸ਼ ਹੋਏਗੀ। ਲੇਕਿਨ ਜਿਵੇਂ ਗਲਵਾਨ ਵਾਲਾ ਟਕਰਾਅ ਜਾਂ ਦੂਜਾ ਤੀਜਾ, ਔਰ ਇਹ ਜਿਹੜਾ ਬੇਸ਼ੱਕ ਕੁਆਡ ਨੂੰ ਤਾਂ ਟਰੰਪ ਹੀ ਬਣਾ ਕੇ ਗਿਆ ਸੀ, ਔਰ ਉਸ ਸਾਰੇ ਤੋਂ ਬਾਅਦ ਉਹਨੂੰ ਅੱਗੇ ਤੋਰਨ ਦੀ ਲਾਈਨ। ਹੁਣ ਇਹ ਘਟਨਾਕ੍ਰਮ ਤੋਂ ਬਾਅਦ ਜਦੋਂ ਕਿ ਇਸ ਕਿਸਮ ਦਾ ਮੈਮੋ ਲੀਕ ਹੋਇਆ, ਉਸ ਤੋਂ ਪਹਿਲਾਂ ਆਲਰੇਡੀ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ, ਉਹਨਾਂ ਦਾ ਚੀਨ ਦੌਰਾ ਨਿਸ਼ਚਿਤ ਸੀ। 5 ਔਰ 6 ਫਰਵਰੀ ਨੂੰ ਉਹਨਾਂ ਨੇ ਚਾਈਨਾ ਜਾਣਾ ਸੀ ਔਰ ਉਹਦੇ 'ਚ ਮੇਨ 2-3 ਇਸ਼ੂ ਜਿਹੜੇ ਤੇ ਡਿਸਕਸ਼ਨਸ ਸੈਂਟਰ ਅਰਾਊਂਡ ਸੀ, ਕੋਵਿਡ-19 ਉਹਦੇ ਪ੍ਰਭਾਵ ਔਰ ਮੈਰੀਟਾਈਮ ਸਿਕਿਉਰਿਟੀ ਔਰ ਜ਼ਾਹਰ ਹੈ ਤਾਈਵਾਨ, ਇਸ ਦੇ ਉੱਤੇ। ਹੁਣ ਜਦੋਂ ਕਿ ਅਮਰੀਕਾ 'ਚ ਇਹ ਪ੍ਰਭਾਵ ਜਨਰਲ ਵੱਲੋਂ ਦਿੱਤਾ ਜਾਣਾ ਜਾਂ ਇੱਕ ਹੌਕਿਸ਼ ਲਾਈਨ ਰਹੀ, ਅੱਜ ਜਿਹੜੀ ਖਬਰ ਮੇਨ ਇੰਟਰਨੈਸ਼ਨਲ ਸਾਰੇ ਪਾਸੇ ਹੈ ਕਿ ਅਮਰੀਕਾ ਦੇ ਅਸਮਾਨ ਦੇ ਉੱਤੇ ਇੱਕ ਵੱਡਾ ਬੈਲੂਨ, ਜਿਹੜਾ ਅਮਰੀਕਾ ਨੇ ਉਹਨੂੰ ਸਪਾਈ ਬੈਲੂਨ ਕਿਹਾ, ਜਸੂਸੀ ਵਾਲਾ, ਜਾਂ ਉਹਨੂੰ ਕਈ ਵਾਰੀ ਕੋਈ ਇਸ ਕਿਸਮ ਦਾ ਲਫ਼ਜ਼ ਹੁੰਦਾ ਹੈ ਰੈਕਨੇਸੈਂਸ, ਪਰ ਸਪਾਈਂਗ ਸੌਖਾ ਲਫ਼ਜ਼ ਹੈ। ਉਹਨੇ ਜਿਹੜਾ ਉਹ ਕਾਫੀ ਅਲਟੀਚਿਊਡ ਦੇ ਉੱਤੇ ਉੜਦਾ ਅਮਰੀਕਾ 'ਚ ਉਹਨੇ ਲੰਬਾ ਵਕਤ, ਹੁਣ ਜਿਹੜੇ ਜਦੋਂ ਉਹਨਾਂ ਨੇ ਆਪਣੇ ਅਸਮਾਨਾਂ ਤੇ ਦੇਖਿਆ, ਪਹਿਲਾ ਪਾਰਟ ਤਾਂ ਹੁੰਦਾ ਵੀ ਸ਼ੂਟ ਇਟ ਡਾਊਨ, ਫਿਰ ਇਹ ਫੀਅਰ ਵੀ ਜਤਾਇਆ ਗਿਆ ਵੀ ਉਸ ਦੇ ਵਿੱਚ ਕੋਈ ਇਸ ਕਿਸਮ ਦਾ ਸਟਫ ਜਿਹੜਾ ਉਹਨੂੰ ਭਾਵੇਂ ਡੈਬਰਿਸ ਬਣ ਕੇ ਥੱਲੇ ਡਿੱਗੇਗਾ, ਕਿੱਥੇ ਡਿੱਗਦਾ ਜਾ ਕੇ ਉਹ ਨੁਕਸਾਨ ਨਾ ਕਰੇ, ਪਤਾ ਨਹੀਂ ਉਹਦੇ 'ਚ ਕੀ ਹੈਗਾ। ਔਰ ਇਸ ਸਾਰੇ ਦੇ ਚੱਲਦੇ ਆ ਉਹਨਾਂ ਨੇ ਤਾਂ ਇਹਨੂੰ ਸਪਾਈ ਬੈਲੂਨ ਹੀ ਕਿਹਾ। ਲੇਕਿਨ ਚਾਈਨਾ ਨੇ ਇਹ ਸਾਰੇ ਤੋਂ ਬਾਅਦ ਜਿਹੜਾ ਇਹ ਐਡਮਿਟ ਕੀਤਾ ਕਿ ਵੀ ਬੈਲੂਨ ਸਾਡੀ ਪ੍ਰਾਪਰਟੀ ਹੈ, ਸਾਡਾ, ਪਰ ਇਹ ਕੋਈ ਸਪਾਈ ਬੈਲੂਨ ਨਹੀਂ ਹੈ, ਇਹ ਵੈਦਰ
ਦੀ ਜਿਹੜੀ ਹੈ ਰਿਪੋਰਟ ਲੈਣ ਲਈ ਹੈ ਔਰ ਬੈਡ ਵੈਦਰ ਚੱਲਦੇ ਆ, ਮਾੜਾ ਮੌਸਮ ਸੀ ਤੇ ਇਹ ਜਿਹੜਾ ਗੁਬਾਰਾ ਹੈ ਇਹ ਉੱਡ ਕੇ ਜਿਹੜਾ ਹੈ ਉਹ ਅਮਰੀਕਾ ਦੀ ਹਦੂਦ ਚ ਪਹੁੰਚ ਗਿਆ। ਹਾਲਾਂਕਿ ਇਸ ਨੂੰ ਕੋਈ ਇਹਨੂੰ ਕਹਿੰਦੇ ਨੇ ਵੀ ਇਹਨੂੰ ਵੀ ਵਿਦ ਪਿੰਚ ਆਫ ਸਾਲਟ ਹੀ ਲੈਣ ਵਾਲੀ ਗੱਲ ਹੈ। ਹਾਲਾਂਕਿ ਟਰੰਪ ਔਰ ਉਸ ਲੈਵਲ ਦੇ ਜਿਹੜੇ ਹੌਕ ਨੇ ਉਹਨਾਂ ਨੇ ਕਿਹਾ ਇਟ ਸ਼ੁਡ ਹੈਡ ਬੀਨ ਬੀ ਸ਼ੂਟਡ ਡਾਊਨ, ਚਾਈਨਾ ਨੇ ਪ੍ਰਵੋਕ ਕੀਤਾ। ਔਰ ਦੂਜਾ ਸੋ ਇੰਨੀ ਕਿ ਇਸ ਦੇ ਉੱਤੇ ਲੌਬੀ ਬਣੀ ਐਂਟਾਈ ਕਿ ਸੈਕਟਰੀ ਆਫ ਸਟੇਟ ਮਿਸਟਰ ਬਲਿੰਕਨ ਨੇ ਆਪਣੀ ਜਿਹੜੀ 5 ਔਰ 6 ਫਰਵਰੀ ਦੀ ਚਾਈਨਾ ਯਾਤਰਾ ਸੀ ਉਸ ਨੂੰ ਹਾਲ ਦੀ ਘੜੀ ਪੋਸਟਪੋਨ ਕਰ ਦਿੱਤਾ। ਇਹ ਸੀਰੀਅਸ ਮੈਟਰ ਹੈ। ਸੋ ਹੁਣ ਉਹਦੇ ਚ ਕਿਉਂਕਿ ਜਦੋਂ ਅਸੀਂ ਚਾਈਨਾ ਦੇ ਜਿਹੜਾ ਉਹ ਉਹਨਾਂ ਦੇ ਵਰਕਿੰਗ ਸਟਾਈਲ ਦੀ ਗੱਲ ਕਰਦੇ ਹਾਂ ਤੇ ਇਹ ਕੋਈ ਭੁਲੇਖਾ ਨਹੀਂ ਹੈ ਕਿ ਵੀ ਜਿਹੜਾ ਅਗੇਂਸਟ ਚਾਈਨਾ ਇੰਨੇ ਦਿਨਾਂ ਤੋਂ ਜਾਂ ਜਨਰਲ ਦੇ ਉਹ ਰਿਪੋਰਟ ਉਹ ਕੋਈ ਲੀਕ ਲੂਕ ਨਹੀਂ ਹੁੰਦੀ, ਇਹ ਡੈਲੀਬਰੇਟਲੀ ਲੀਕ ਕੀਤੀ ਜਾਂਦੀ ਹੈ ਔਰ ਬਹੁਤ ਵਾਰ ਇਹ ਹੁੰਦਾ ਹੈ ਕਿ ਵੀ ਤੁਸੀਂ ਦੇਖੋ ਕਿ ਕੀ ਚੱਲ ਰਿਹਾ। ਸੋ ਇਹ ਬੜਾ ਖਤਰਨਾਕ ਮੈਸੇਜ ਚਾਈਨਾ ਨੇ ਜ਼ਾਹਰ ਹੈ ਕਿ ਵੀ ਇਹ ਅਮਰੀਕਨ ਸਪੇਸ ਦੇ ਵਿੱਚ ਵੈਸੇ ਤਾਂ ਕਈ ਵਾਰੀ ਜਹਾਜ਼ ਰਾਊਟ ਬਦਲ ਜਾਂਦੇ ਨੇ, ਗਲਤੀ ਨਾਲ ਲੈਂਡ ਕਰਦੇ ਨੇ ਜਾਂ ਦੂਜੇ, ਪਰ ਜਦੋਂ ਤੁਸੀਂ ਟਾਈਮਿੰਗ ਦੇਖਦੇ ਹੋ ਕਿ ਇੰਨੀ ਕਸ਼ੀਦਗੀ ਔਰ ਜਿਹੜਾ ਉਸ ਦਾ ਇਸ ਲੈਵਲ ਦੀ ਜਨਰਲ ਦੀ ਪ੍ਰੈਡਿਕਸ਼ਨ ਕਿ 2025 ਚ ਜੰਗ ਹੋਏਗੀ ਔਰ ਜਿਵੇਂ ਮੋਦੀ ਨੂੰ ਨਵਾਜ ਰਹੇ ਨੇ ਜਾਂ ਦੂਜੇ, ਔਰ ਇਸ ਤੋਂ ਈਵਨ ਕੁਝ ਐਕਸਪਰਟਸ ਦੀ ਮੈਂ ਅੱਜ ਰਾਏ ਦੇਖ ਰਿਹਾ ਸੀ ਕਿ ਇਹ ਬਹੁਤ ਵਾਰ ਹੁੰਦਾ ਇਹ ਹੈ ਕਿ ਵੀ ਫੋੜਾ ਕਿਤੇ ਤੇ ਚੀਰਾ ਕਿਤੇ, ਕਿ ਵੀ ਅਮਰੀਕਾ ਨੂੰ ਹੋ ਸਕਦਾ ਚਾਈਨਾ ਨੇ ਆਪਣੀ ਸਿੰਬੋਲਿਕ ਪ੍ਰੈਜ਼ੈਂਸ ਰਾਹੀਂ ਬੈਲੂਨ ਰਾਹੀਂ ਮੈਸੇਜ ਹੀ ਦਿੱਤਾ ਹੈ ਕਿ ਵੀ ਵੀ ਆਰ ਰੈਡੀ, ਪਰ ਜਿਹੜਾ ਚੀਰਾ ਮਿਲ ਸਕਦਾ ਉਹ ਭਾਰਤ ਨੂੰ ਮਿਲ ਸਕਦਾ। ਔਰ ਇਹ ਉਹਨਾਂ ਦੇ ਇੱਕ ਦੋ ਐਕਸਪਰਟ ਤਾਂ ਰਿਪੀਟਡਲੀ ਕਹਿ ਰਹੇ ਨੇ ਕਿ ਇਹ ਤਾਂ ਉੱਥੇ ਬੈਠੇ ਗਿੱਦੜ ਭਪਕੀਆਂ ਦੇਈ ਜਾਂਦੇ ਨੇ, ਇਹਨਾਂ ਨੂੰ ਪਤਾ ਵੀ ਨਹੀਂ ਲੱਗਣਾ ਹੈ ਕਿ ਜਦੋਂ ਨਾਰਥ ਈਸਟ ਔਰ ਅਰੁਣਾਚਲ ਔਰ ਲਦਾਖ ਇਹਨਾਂ ਨੇ ਸੁੱਤੇ ਹੋਣਾ ਹੈ ਜਿਵੇਂ ਜੋ ਗਲਵਾਨ ਵੇਲੇ ਹੋਇਆ ਤੇ ਉਹ ਸਵੇਰੇ ਉਹਨਾਂ ਨੇ ਚਾਈਨਾ ਨੇ ਜਿਹੜਾ ਉੱਥੇ ਛੂੰ ਛਾਂ ਛੂ ਕਰ ਰਹੇ ਹੋਣਾ ਹੈ ਆਪਣੇ ਮਿਊਜ਼ਿਕ ਲਾ ਕੇ ਕਿ ਭਾਈ ਇੱਥੇ ਹੁਣ ਬਹਿ ਗਏ ਆ, ਇਹ ਸਾਡੀ ਲਾਈਨ ਆਫ ਐਕਚੁਅਲ ਕੰਟਰੋਲ ਹੈ। ਸੋ ਅਸੀਂ ਇਸ ਡਿਵੈਲਪਮੈਂਟ ਨੂੰ ਖਤਰਨਾਕ ਦੇਖਦੇ ਹਾਂ ਔਰ ਜ਼ਾਹਰ ਹੈ ਵੀ ਇੱਕ ਅਮਰੀਕਨ ਹੋਣ ਦੇ ਨਾਤੇ ਸਾਡੀਆਂ ਲਾਇਲਟੀਜ਼ ਹਮੇਸ਼ਾ ਹੀ ਅਮਰੀਕਾ ਦੇ ਨਾਲ ਨੇ। ਜਦੋਂ ਤੁਸੀਂ ਅਮਰੀਕਨ ਜਾਂ ਜਿਹੜਾ ਵੀ ਜਿਸ ਮੁਲਕ 'ਚ ਹੁੰਦਾ ਹੈ, ਜਦੋਂ ਤੁਸੀਂ ਉਸ ਦੇ ਨਾਲ ਉਸ ਜਿਹੜੀ ਉਸ ਦੇ ਕਨਸਟੀਟਿਊਸ਼ਨ ਦੀ ਸਹੁੰ ਚੁੱਕਦੇ ਹੋ, ਤੁਸੀਂ ਉਹਦੇ ਨਾਲ ਲਾਇਲ ਹੁੰਦੇ ਹੋ। ਪਰ ਇਹੀ ਲਾਇਲਟੀ ਸਾਨੂੰ ਇਹ ਹੱਕ ਵੀ ਦਿੰਦੀ ਹੈ, ਜਿਹੜੀ ਇਸ ਮੁਲਕ ਦੀ ਬਿਊਟੀ ਹੈ ਕਿ ਅਸੀਂ ਡਾਈਸੈਂਟ ਕਰ ਸਕਦੇ ਹਾਂ, ਅਸੀਂ ਕ੍ਰਿਟਿਸਾਈਜ਼ ਕਰ ਸਕਦੇ ਹਾਂ ਜਿਹੜੀ ਗੱਲ ਸਾਨੂੰ ਲੱਗਦੀ ਹੈ ਕਿ ਭਾਈ ਕਿਵੇਂ। ਹਾਲਾਂਕਿ ਜਿਹੜੀ ਚਾਈਨਾ ਦੇ ਨਾਲ ਟਕਰਾਅ ਦੀ ਗੱਲ ਹੈ, ਸਾਡੇ ਬਹੁਤ ਸਾਰੇ ਵਿਊਅਰਸ ਨੂੰ ਇਹ ਵੀ ਕਿਹਾ ਕਿ ਵੀ ਜਿਵੇਂ ਮੋਦੀ ਨੂੰ ਜਾਂ ਇਹਨਾਂ ਨੂੰ ਸੱਦਿਆ ਜਾ ਰਿਹਾ ਔਰ ਦੂਜਾ ਇਹ ਕੋਈ ਨਾ ਕੋਈ ਅਮਰੀਕਾ ਚੀਨ ਟਕਰਾਅ ਦੀ ਲਾਈਨ ਬਣ ਸਕਦੀ ਹੈ। ਪਰ ਮੈਂ ਜਿਹੜੀ ਗੱਲ ਪਹਿਲੇ ਪ੍ਰੋਗਰਾਮ 'ਚ ਨਹੀਂ ਸੀ ਕਹੀ, ਮੈਂ ਉਹਨਾਂ ਨੂੰ ਕਿਹਾ ਜੀ ਇੱਕ ਪਾਰਟ ਤਾਂ ਇਹ ਦੁਖਦਾਈ ਹੋਏਗਾ ਕਿ ਅਸੀਂ ਜਿਸ ਮੁਲਕ 'ਚ ਹੈ ਉਹ ਕਿਸ ਪਾਸੇ ਵੱਲ ਜਾਏਗਾ ਇਹ ਸਾਰੇ, ਪਰ ਅੱਗੋਂ ਵੀ ਸਿੱਖਾਂ ਨੂੰ ਹੀ ਰਾ ਮਟੀਰੀਅਲ ਦੇ ਤੌਰ ਤੇ ਫੌਜ ਦੇ ਵਿੱਚ ਉਹੀ ਮਰਨ ਦੇ ਲਈ ਅੱਗੇ ਤੋਰੇ ਜਾਣਗੇ। ਸੋ ਸਾਡੇ ਲਈ ਕੋਈ ਨਾ ਕੋਈ ਇਸ ਕਿਸਮ ਦਾ, ਹਾਲਾਂ ਅਲਟੀਮੇਟਲੀ ਇੰਡੀਆ ਨਾਲ ਰਿਲੇਸ਼ਨਸ਼ਿਪ ਤੋਂ ਅਮਰੀਕਾ ਦੀ ਫਰਸਟ੍ਰੇਸ਼ਨ ਹੀ ਨਿਕਲੇਗੀ ਔਰ ਅਮਰੀਕਾ ਅਖੀਰ ਸਿੱਖਾਂ ਵੱਲ ਮੁੜੇਗਾ। ਉਹਨਾਂ ਨੂੰ ਇਹ ਨਜ਼ਰ ਆਏਗਾ ਕਿ ਬਾਰਡਰ ਤੇ ਬੈਠੇ ਇਹ ਨਰ ਨੇ, ਬੰਦੇ ਨੇ, ਬਈ ਅਸੀਂ ਕਿਹਨਾਂ ਦੇ ਨਾਲ। ਆਲਰੇਡੀ ਇਹੀ ਕਾਰਨ ਸੀ ਕਿ ਜਦੋਂ ਜੋ ਗਲਵਾਨ ਵੈਲੀ 'ਚ ਔਰ ਦੂਜੀ ਜਿਸ ਕਿਸਮ ਦੀ ਕਾਵਰਡਿਸ ਇੰਡੀਆ ਨੇ ਦਿਖਾਈ, ਕੁਆਡ ਬੇਸ਼ੱਕ ਉਹਨਾਂ ਨੇ 4 ਮੁਲਕਾਂ ਦਾ ਬਣਾਇਆ ਸੀ, ਅਮਰੀਕਾ, ਇੰਡੀਆ, ਆਸਟ੍ਰੇਲੀਆ, ਜਾਪਾਨ, ਪਰ ਉਹਨਾਂ ਨੇ ਉਹ ਗਲਵਾਨ ਤੋਂ ਬਾਅਦ ਜਦੋਂ ਔਕਸ ਬਣਾਇਆ ਫਿਰ ਆਸਟ੍ਰੇਲੀਆ, UK, ਅਮਰੀਕਾ ਡਾਟਾ ਸ਼ੇਅਰਿੰਗ ਉਹਦੇ 'ਚ ਇੰਡੀਆ ਨੂੰ ਕੱਢਤਾ ਕਿ ਪੋਲੀਟੀਕਲੀ ਵਰਤਣ ਲਈ। ਪਰ ਜਿਸ ਅੰਦਾਜ਼ ਦੇ ਵਿੱਚ ਅਮਰੀਕਨ ਨੀਤੀ ਘਾੜੇ ਇਨ ਸਪਾਈਟ ਆਫ ਇੰਡੀਆ ਮਾਈਨੋਰਟੀਜ਼ ਨਾਲ ਕੀ ਕਰ ਰਿਹਾ ਹੈ, ਇਨ ਸਪਾਈਟ ਆਫ ਈਵਨ ਯੂਕਰੇਨ ਦੇ ਮੁੱਦੇ ਦੇ ਉੱਤੇ ਵੀ ਇੰਡੀਆ ਦਾ ਕੀ ਸਟੈਂਡ ਹੈ, ਸਟਿਲ ਉਹਨਾਂ ਦੇ ਲਈ ਰੈੱਡ ਕਾਰਪਟ ਵਿਛਾ ਰਹੇ ਨੇ। ਇਸ ਤੋਂ ਲੱਗਦਾ ਹੈ ਵੀ ਗੱਲ ਕੱਲੀ ਇਹ ਨਹੀਂ ਹੈ ਵੀ $2-4 ਬਿਲੀਅਨ ਦੇ ਜਿਹੜੇ ਨੇ ਹਥਿਆਰ ਅਮਰੀਕਾ ਆਪਣੇ ਵੇਚੇਗਾ, ਉਹ ਤਾਂ ਉਹਨਾਂ ਨੇ ਵੇਚੀ ਜਾਣੇ ਨੇ, ਉਹਨਾਂ ਨੂੰ ਵੇਚੇਗਾ ਕਿਸੇ ਹੋਰ ਨੂੰ ਵੇਚ ਦੇਗਾ। ਪਰ ਇਹ ਮਾਮਲਾ ਉਸ ਤੋਂ ਵੀ ਸੀਰੀਅਸ ਹੈ ਔਰ ਚਾਈਨਾ ਦੀ ਇਹ ਜਿਹੜੀ ਪ੍ਰੋਵੋਕੇਸ਼ਨ ਹੈ ਇਹਦੀ ਜੇ ਤੁਸੀਂ ਟਾਈਮਿੰਗ ਦੇਖੋ ਤਾਂ ਇਹ ਦੱਸਦੀ ਹੈ ਕਿ ਜਿਹੜੀ ਗੱਲ ਉਸ ਜਨਰਲ ਦੀ ਉਸ ਰਾਹੀਂ ਲੀਕ ਕਰਵਾਈ ਗਈ ਉਹ ਸੱਚ ਦੇ ਕਿਤੇ ਨਾ ਕਿਤੇ ਨੇੜੇ ਪਾਸਦੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।
ਕੀ ਤੁਹਾਨੂੰ 30 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 20। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24। ਕਿਉਂਕਿ ਉਹ ਰੂਸ ਤੋਂ ਲਗਾਤਾਰ ਤੇਲ ਖਰੀਦਦੇ ਆ। ਸੋ ਰੂਸ ਇਸੇ ਤੇਲ ਦੀ ਕਮਾਈ ਚੋਂ ਰੂਸੀ ਫੌਜਾਂ ਬੇਗੁਨਾਹ ਯੂਕਰੇਨੀਅਨਸ ਦੇ ਉੱਪਰ ਜਿਹੜੀਆਂ ਘਾਣ ਕਰ ਰਹੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਇਸ ਟੌਪਿਕ ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਇਹ ਦੱਸਣਾ ਚਾਹੁੰਦੇ ਹਾਂ, ਜਿਵੇਂ ਕੱਲ ਵੀ ਮੈਂ ਅਨਾਉਂਸ ਕੀਤਾ ਸੀ ਜੀ ਕਿ ਆਉਣ ਵਾਲੇ ਕੱਲ ਸਾਡੇ ਵੀਰ ਸਰ ਸੁਰਿੰਦਰ ਸਿੰਘ ਹੰਸਰਾ ਜਿਹੜੇ ਚੜ੍ਹਾਈ ਕਰ ਗਏ ਨੇ, ਉਹਨਾਂ ਦੀ ਯਾਦ 'ਚ ਉਹਨਾਂ ਦੀ ਕ੍ਰਿਮੇਸ਼ਨ ਔਰ ਅੰਤਮ ਅਰਦਾਸ ਸਿੱਖ ਸੈਂਟਰ ਆਫ ਵਰਜੀਨੀਆ ਮੈਨੇਸਿਸ ਦੇ ਗੁਰਦੁਆਰਾ ਸਾਹਿਬ 'ਚ ਜੀ। ਔਰ ਸਾਡੇ ਬਹੁਤ ਹੀ ਪਿਆਰੇ ਵੀਰ ਸਰ ਸੁਖਮਿੰਦਰ ਸਿੰਘ ਹੰਸਰਾ, ਔਰ ਇਹ ਵੀ ਜਦੋਂ ਅਸੀਂ ਹੰਸਰਾ ਗੱਲ ਕਰ ਰਹੇ ਹਾਂ, ਕਮਾਲਪੁਰਾ ਡਿਸਟ੍ਰਿਕਟ ਲੁਧਿਆਣਾ ਦੇ ਨਾਲ ਸੰਬੰਧ ਸੀ ਔਰ ਇਹ ਇੱਕ ਦੂਸਰੇ ਨਾਲ ਬਹੁਤ ਕਰੀਬ ਵੀ ਸੀ। ਸਰ ਸੁਖਵਿੰਦਰ ਸਿੰਘ ਹੰਸਰਾ ਬਹੁਤ ਵੱਡੀ ਆਵਾਜ਼ ਸਾਡੇ ਖਾਲਿਸਤਾਨ ਦੇ ਸੰਘਰਸ਼ ਦੀ। ਉਹਨਾਂ ਨੇ ਲਗਭਗ 4 ਦਹਾਈਆਂ ਉਹ ਮੀਡੀਆ ਰਾਹੀਂ ਰੇਡੀਓ, ਟੈਲੀਵਿਜ਼ਨ, ਅਖਬਾਰ ਔਰ ਆਜ਼ਾਦਾਨਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕਮਾਂਡ ਥੱਲੇ ਉਹਨਾਂ ਨੇ ਖਾਲਿਸਤਾਨ ਦੇ ਪਰਚਮ ਨੂੰ ਬੁਲੰਦ ਰੱਖਿਆ। ਪਿਛਲੇ ਵਰੇ ਉਹ ਚੜ੍ਹਾਈ ਕਰ ਗਏ ਸਨ ਔਰ ਉਹਨਾਂ ਦੀ ਸਾਲਾਨਾ ਯਾਦ ਦੇ ਵਿੱਚ ਪਰਸੋਂ ਜਿਹੜਾ ਓਨਟਾਰੀਓ ਖਾਲਸਾ ਦਰਬਾਰ ਜਿਹੜਾ ਡਿਕਸੀ ਰੋਡ ਮਿਸੀਸਾਗਾ, ਉਹਨਾਂ ਦੀ ਯਾਦ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਹੋਣਗੇ ਔਰ ਕੀਰਤਨ ਤੋਂ ਬਾਅਦ ਜਿਹੜੇ ਬਾਹਰੋਂ ਵੀ ਆਏ ਬੁਲਾਰੇ ਨੇ ਇਸ ਮਹਾਨ ਖਾਲਿਸਤਾਨੀ ਆਗੂ ਨੂੰ ਸ਼ਰਧਾਂਜਲੀਆਂ ਦੇਣਗੇ। ਔਰ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਭਾਈ ਵੱਧ ਤੋਂ ਵੱਧ ਸਿੱਖ ਸੰਗਤਾਂ ਜਿਹੜੇ ਵੀ ਸਾਡੇ ਵਿਊਅਰਸ ਉਸ ਬੈਲਟ ਦੇ ਵਿੱਚ ਨੇ ਉਹ ਉਸ ਦੇ ਵਿੱਚ ਹਾਜ਼ਰੀ ਲਵਾਉਣ। ਇਸੇ ਤਰ੍ਹਾਂ ਐਤਵਾਰ 5 ਫਰਵਰੀ ਨੂੰ ਕਸ਼ਮੀਰ ਸੋਲੀਡੈਰਿਟੀ ਡੇ ਹੈ ਔਰ ਜਿਵੇਂ ਅਸੀਂ ਦੱਸਿਆ ਸੀ ਕੱਲ ਵੀ ਕਿ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ ਇਸ ਕਸ਼ਮੀਰੀਆਂ ਦੇ ਨਾਲ ਯਕਜਹਿਤੀ ਦਾ ਪ੍ਰਗਟਾਵਾ ਕਰਦੇ ਆ। ਖਾਸ ਸਮਾਗਮ ਜਿਹੜਾ ਹੈ ਉਹ ਪੰਜਾਬ ਰੈਸਟੋਰੈਂਟ 691 ਕੌਨੀ ਆਈਲੈਂਡ ਐਵਨਿਊ ਬਰੁਕਲਿਨ ਨਿਊਯਾਰਕ 'ਚ ਰੱਖਿਆ ਹੋਇਆ ਔਰ ਇਹ 6 ਵਜੇ ਤੋਂ ਲੈ ਕੇ 9 ਵਜੇ ਤੱਕ ਹੋਏਗਾ। ਅਸੀਂ ਵੀ ਵਾਸ਼ਿੰਗਟਨ ਤੋਂ ਵਾਪਸ ਆ ਕੇ ਇਸ 'ਚ ਸ਼ਮੂਲੀਅਤ ਕਰਾਂਗੇ। ਸੋ ਜਿਹੜੇ ਵੀ ਵੀਰ ਭੈਣਾਂ ਇਸ 'ਚ ਸ਼ਮੂਲੀਅਤ ਕਰ ਸਕਣ ਔਰ ਇਹ ਸੋਲੀਡੈਰਿਟੀ ਹੋਏਗਾ ਕਿਉਂਕਿ ਖਾਲਿਸਤਾਨ ਕਸ਼ਮੀਰ ਸਾਡਾ ਇੱਕੋ ਹੀ ਐਨਮੀ ਦਿੱਲੀ ਸਾਮਰਾਜ। ਸੋ ਹੁਣ ਅਸੀਂ ਵਿਸ਼ੇ ਵੱਲ ਆਉਂਦੇ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਔਰ ਮਾਣ ਹੈ ਕਿ ਯੂਕਰੇਨ ਦੇ ਨਾਲ ਸਿੱਖ ਕੌਮ ਦੀ ਇੱਕ ਸਾਂਝ ਭਾਈਵਾਲੀ ਹਿਊਮੈਨਿਟੇਰੀਅਨ ਕੰਮ ਦੇ ਹਵਾਲੇ ਨਾਲ ਬਣੀ। ਜਿਵੇਂ ਯੂਨਾਈਟਿਡ ਸਿੱਖਸ ਨੇ ਲਗਾਤਾਰਤਾ ਨਾਲ ਉੱਥੇ ਜਿਹੜੀ ਇਨਸਾਨੀ ਮਦਦ ਹਰ ਪਾਸਿਓਂ ਔਰ ਬੜੇ ਪ੍ਰੋਫੈਸ਼ਨਲ ਢੰਗ ਨਾਲ ਜਿਸ ਨੂੰ ਈਵਨ ਨਿਊ ਜਰਸੀ ਦੇ ਗਵਰਨਰ ਨੇ ਰੈਕਗਨਾਈਜ਼ ਕੀਤਾ ਔਰ 2 ਹਫ਼ਤੇ ਬਾਅਦ ਉਹ ਇਸ ਨਿਊ ਜਰਸੀ ਦੇ ਗਵਰਨਰ ਵੱਲੋਂ 3 ਐਂਬੂਲੈਂਸਿਸ ਯੂਨਾਈਟਿਡ ਸਿੱਖਸ ਨੂੰ ਭੇਟ ਕੀਤੀਆਂ ਗਈਆਂ ਤਾਂ ਕਿ ਉੱਥੇ ਉਹਨਾਂ ਦੀ ਮੈਡੀਕਲ ਫੈਸਿਲਿਟੀ ਦੇ ਲਈ ਵੀ ਉਹ ਕਾਰਗਰ ਆਪਣੀ ਸੇਵਾ ਨਿਭਾ ਸਕਣ। ਔਰ ਮੈਂ ਅੱਗੇ ਵੀ ਜਿਵੇਂ ਦੱਸਿਆ ਸੀ ਕਿ ਉਹਨਾਂ ਦਾ ਇੱਕ ਖਾਸ ਡੈਲੀਗੇਸ਼ਨ ਮੈਂਬਰਸ ਆਫ ਪਾਰਲੀਮੈਂਟ ਦਾ ਜਿਨ੍ਹਾਂ ਨਾਲ ਸਾਨੂੰ ਮਿਲਣ ਦਾ ਸਬਬ ਵੀ ਬਣਿਆ ਵਾਸ਼ਿੰਗਟਨ DC 'ਚ ਔਰ ਉਹਨਾਂ ਦੇ ਨਾਲ ਜਿੱਥੇ ਅਸੀਂ ਆਪਣੀ ਕੌਮੀ ਸਾਂਝ ਔਰ ਸਾਡਾ ਸਾਂਝਾ ਦੁਸ਼ਮਣ ਇੰਡੀਅਨ ਸਟੇਟ ਕਿਵੇਂ ਕਰ ਰਹੀ ਹੈ ਔਰ ਰੂਸ
ਜਿਸ ਨੇ ਜਿਹੜਾ ਸੋਵੀਅਤ ਯੂਨੀਅਨ ਸੀ ਔਰ ਜਿਹਨੇ ਜੂਨ 84 ਦੇ ਫੌਜੀ ਹਮਲੇ ਵੇਲੇ ਦਰਬਾਰ ਸਾਹਿਬ ਦੇ ਉੱਤੇ KGB ਉਹਨਾਂ ਦੀ ਏਜੰਸੀ ਨੇ ਭਾਰਤੀ ਏਜੰਸੀ ਰਾਹ ਦੇ ਨਾਲ ਤਾਵਨ ਕੀਤਾ ਸੀ, ਉਸ ਕਹਾਣੀ ਨੂੰ ਵੀ ਬਿਆਨਿਆ ਔਰ ਆਪਣਾ ਗੁੱਡਵਿਲ ਜੈਸਚਰ ਵੀ। ਔਰ ਹੌਲੀ 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 ਜੋ ਕੁਝ ਭਾਰਤ ਦਾ ਅਸਲੀ ਚਿਹਰਾ ਹੈ ਉਹ ਦੁਨੀਆ ਸਾਹਮਣੇ ਨੰਗਾ ਹੋ ਰਿਹਾ। ਔਰ ਯੂਕਰੇਨ ਜਿਹੜਾ ਕਿ ਬਹਾਦਰੀ ਦੇ ਨਾਲ ਲੜ ਰਿਹਾ, ਹਾਲਾਂਕਿ ਇਹ ਵੱਖਰੀ ਕਹਾਣੀ ਹੈ ਕਿ ਯੂਕਰੇਨੀਅਨ ਲੋਕ ਵੀ ਇੱਕ ਫਾਡਰ ਵਾਂਗ ਇਸਤੇਮਾਲ ਹੋ ਰਹੇ ਨੇ ਔਰ ਲੜਾਈ ਤਾਂ ਅਮਰੀਕਾ ਔਰ ਰਸ਼ੀਆ ਜਾਂ ਅਮਰੀਕਾ ਔਰ ਨੈਟੋ ਇੱਕ ਪਾਸੇ ਔਰ ਦੂਸਰਾ ਹੈ। ਪਰ ਅਸੀਂ ਇਹ ਸਮਝਦੇ ਹਾਂ ਵੀ ਸਾਡਾ ਪੋਲੀਟੀਕਲ ਪਾਰਟ ਤੋਂ ਹਟ ਕੇ ਜਦੋਂ ਅਸੀਂ ਹਿਊਮੈਨਿਟੇਰੀਅਨ ਹੈਲਪ ਦੀ ਗੱਲ ਕਰਦੇ ਹਾਂ ਤੇ ਪੋਲੀਟੀਕਲੀ ਅਸੀਂ ਇਸ ਗੁੱਡਵਿਲ ਦੀ ਆਸ ਕਰਦੇ ਹਾਂ ਕਿ ਭਾਈ ਸਾਡੇ ਕੇਸ ਨੂੰ, ਸਿੱਖ ਕੌਮ ਦੇ ਕੇਸ ਨੂੰ ਕਦੇ ਕੋਈ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਭਾਰੇ। ਔਰ ਹੁਣ ਯੂਕਰੇਨੀਅਨ ਕਾਫੀ ਸਪਸ਼ਟਤਾ ਦੇ ਨਾਲ ਇੰਡੀਆ ਦੇ ਅਗੇਂਸਟ ਸਟੈਂਡ ਵੀ ਲੈ ਰਹੇ ਨੇ, ਕਿਉਂਕਿ ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਭਾਈ ਇੱਕ ਪਾਸੇ ਰਸ਼ੀਆ ਯੂਕਰੇਨ ਦੇ ਉੱਤੇ ਜ਼ੁਲਮ ਕਰ ਰਿਹਾ ਹੈ, ਉਹਨਾਂ ਦੇ ਬੇਗੁਨਾਹ ਸ਼ਹਿਰੀਆਂ ਨੂੰ ਮਾਰ ਰਿਹਾ ਹੈ, ਔਰ ਇੰਡੀਆ ਨੇ ਰੂਸ ਤੋਂ ਜਿਹੜਾ ਤੇਲ ਖਰੀਦਣਾ 300 ਟਾਈਮਸ ਮੋਰ ਬਾਇੰਗ, ਉਹ ਕਹਿੰਦੇ ਉਹਨਾਂ ਦਾ ਪੈਸਾ ਹੈ, ਉਸ ਪੈਸੇ ਨਾਲ ਉਹ ਜਿਹੜੇ ਨੇ ਉਹ ਸਾਡੇ ਤੇ ਜ਼ੁਲਮ ਕਰ ਰਹੇ ਨੇ। ਔਰ ਇੱਕ ਪ੍ਰੋਮੀਨੈਂਟ ਜਿਹੜਾ ਯੂਕਰੇਨੀਅਨ ਲੀਡਰ ਹੈ, ਔਰ ਖਬਰ ਇਹਨਾਂ ਦੇ ਮੀਡੀਆ ਦੀ ਹੈ PTI ਦੀ, ਇਨਫਲੂਐਂਸ਼ੀਅਲ ਯੂਕਰੇਨੀਅਨ ਲੀਡਰ ਅਰਜਿਸ United States to impose sanctions on India for buying Russian oil. This is global conflict between democracy, the free world, and authoritarian regimes, he said. और ये जड़े ने बड़े powerful MP भी ओली कैसेंड्रो मैराज़ाको ये उन्हां दा नाम है और ये फॉरेन अफेयर्स कमेटी दा चीफ है। उन्हें अमरीका नूं कहा भी इंडिया दे उत्ते सेकेंडरी सैंक्शनस लाओ, क्योंकि ये जड़ियां ने सैंक्शन, उन्हें कहा भावें मैं रिलक्टेंट है, मैं दिल्ली च रहा, मैं हैवी हार्ट नाल कह रहे हैं, पर ये जड़ा हैविंग लिव्ड इन न्यू दिल्ली ही फेल्ट इट वाज पेनफुल टू विटनेस इंडिया बाइंग रशियन ऑयल. It was necessary to sanction India along with China because they should be consistent. This is global conflict between democracy, the free world, and the authoritarian regimes. There should not be any compromise because of material economic interest. उन्हें कहा जी ये बिल्कुल कोई कंप्रोमाइज नहीं होना चाहिए, लड़ाई डेमोक्रेसी और अथॉरिटेरियनिज्म ਦੇ ਵਿਚਾਲੇ ਹੈ। ਔਰ ਇਹ ਇਸ ਤੋਂ ਪਹਿਲਾਂ ਵੀ ਜਿਹੜਾ ਇੱਕ ਹੋਰ ਯੂਕਰੇਨੀਅਨ MP ਜਿਹੜਾ ਉਹਨੇ ਇਸ ਤੋਂ ਪਹਿਲਾਂ ਉਹਨਾਂ ਦੇ ਫੋਰਨ ਮਿਨਿਸਟਰ ਡਿਮਿਟਰੀ ਕੁਲੇਬਾ ਵੀ ਉਹ S ਜੈਸ਼ੰਕਰ ਦਾ ਕ੍ਰਿਟਿਸਿਜ਼ਮ ਕਰ ਚੁੱਕੇ ਨੇ ਕਿ ਬਈ ਇਹ ਸਾਡੇ ਬੱਚੇ ਮਾਰ ਰਹੇ ਨੇ ਔਰ ਇਹ S ਜੈਸ਼ੰਕਰ ਇੰਡੀਆ ਦੀ ਜਿਹੜੀ ਪਰਚੇਜ਼ ਹੈ ਰਸ਼ੀਅਨ ਆਇਲ ਦੀ ਉਹਨੂੰ ਡਿਫੈਂਡ ਕਰ ਰਿਹਾ। ਸੋ ਅਸੀਂ ਸਮਝਦੇ ਹਾਂ ਵੀ ਹੌਲੀ 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 ਜਿਹਨੂੰ ਕਹਿੰਦੇ ਨੇ ਕਿ ਪਾਜ ਮਲਮਾ ਲੈ ਜਾਏਗਾ, ਇਹ ਇਹਨਾਂ ਦਾ ਲੱਥ ਰਿਹਾ। ਔਰ ਹੁਣ ਅਸੀਂ ਕਨਕਲੂਜਨ ਦੇ ਵਿੱਚ, ਕਿਉਂਕਿ ਵੀਕਐਂਡ ਆ ਗਿਆ ਤੇ ਅੱਜ ਦਾ ਵਿਚਾਰ ਵੀ ਜ਼ਰੂਰੀ ਹੈ ਤਾਂ ਕਿ ਗੁਰਬਾਣੀ ਦੇ ਨਾਲ ਜਿਹੜਾ ਇਸ ਪਾਸੇ ਵੱਲ ਹੋਏ, ਔਰ ਅਸੀਂ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸ਼ਲੋਕਾਂ ਨਾਲ ਇਸ ਦੀ ਵਿਚਾਰ ਕਰ ਰਹੇ ਹਾਂ। ਔਰ ਇਹ ਸ਼ਲੋਕ ਜਿਹੜਾ ਅੱਜ ਹੈ ਔਰ ਜਿਹੜਾ ਇਸ ਦੇ ਨਾਲ ਹੀ ਜੁੜੀ ਹੋਈ ਪੌੜੀ ਵੀ ਹੈ, ਔਰ ਦੋ ਸ਼ਲੋਕ ਨੇ। ਸ਼ਲੋਕ ਇਹ ਔਰ ਕਾਫੀ ਪੜਿਆ ਜਾਂਦਾ ਹੈ। ਸ਼ਲੋਕ ਮਹੱਲਾ ਪਹਿਲਾ ਗੁਰੂ ਨਾਨਕ ਪਾਤਸ਼ਾਹ ਦਾ, ਦਾਤੀ ਸਾਹਿਬ ਸੰਧਿਆ ਕਿਆ ਚਲੈ ਤਿਸ ਨਾਲ, ਇੱਕ ਜਗਨ ਦੇ ਨਾ ਲਹਨ, ਇੱਕ ਨਾ ਸੁੱਤਿਆਂ ਦੇ ਉਠਾ। ਕਿ ਇਹ ਜਿਹੜੀ ਗਿਫਟ ਹੈ, ਦਾਤ ਹੈ, ਇਹ ਵਾਹਿਗੁਰੂ ਦੇ ਕੋਲ ਹੈ, ਜਿਸ ਨੂੰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਇਹ ਦਾਤ ਆਪਣੇ ਹੱਥ 'ਚ ਉਹਨੇ ਰੱਖੀ ਹੋਈ ਹੈ, ਜਿਸ ਭਾਵੇ ਤਿਸ ਦੇ। ਕਿ ਦਾਤੀ ਸਾਹਿਬ ਸੰਧਿਆ, ਇਸ ਸਾਹਿਬ ਦੇ ਕੋਲ ਹੈ ਦਾਤ। ਕਿਆ ਚਲੇ ਤਿਸ, ਉੱਥੇ ਕਿਹਦਾ ਜ਼ੋਰ ਹੈ? ਕਿਉਂਕਿ ਇਹ ਉਹਦੀ ਮਰਜ਼ੀ ਹੈ। ਇੱਕ ਜਗਨ ਦੇ ਨਾ ਲਹਨ, ਇੱਕ ਜਿਹੜੇ ਨੇ ਕਲੇਮ ਕਰਦੇ ਨੇ ਜੇ ਅਸੀਂ ਬੜੇ ਧਰਮੀ ਹੈ, ਅਸੀਂ ਬੜੇ ਜਿਹੜਾ ਉਹ ਪਰੰਪਰਾ ਦੇ ਵਿੱਚ ਰਹਿਣ ਵਾਲੇ ਤੇ ਉਹ ਖਾਲੀ ਦੇ ਖਾਲੀ ਰਹਿੰਦੇ ਨੇ। ਉਹਨਾਂ ਦੇ ਅੰਦਰ ਉਹੀ ਜਿਸ ਨੂੰ ਕਦੇ ਕਿਹਾ ਜਾਂਦਾ ਸੀ ਕਿ ਬਈ ਇੱਕ ਤੂੰਬੜੀ, ਤੁੰਮੇ ਜਿਹੜਾ ਕੌੜਾ ਫਲ ਹੁੰਦਾ ਹੈ, ਉਹ ਭਾਵੇਂ ਪਾਣੀ ਦੇ ਵਿੱਚ ਹੀ ਰੱਖੋ, ਉਹਨੂੰ 20 ਸਾਲ ਬਾਅਦ ਵੀ ਕੱਢੋਗੇ, ਉਹਦਾ ਕੌੜ ਦਾ ਕੌੜ ਹੀ ਰਿਹਾ। ਕਿ ਜੇ ਰੂਹਾਨੀਅਤ ਤੁਹਾਡੇ ਅੰਦਰ ਨਹੀਂ ਵਸੀ ਤੇ ਵਾਹਿਗੁਰੂ ਦਾ ਦਰਵਾਜ਼ਾ ਨਹੀਂ ਖੁੱਲਦਾ। ਇੱਕ ਉਹ ਨੇ ਜਿਹੜੇ ਵਾਹਿਗੁਰੂ ਨੂੰ ਭਾਵੇਂ ਵਾਖਰੂ ਹੀ ਕਹਿੰਦੇ ਹੋਣ ਤੇ ਉਹਨਾਂ ਦੇ ਅੰਦਰ ਪਿਆਰ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੋ ਰੱਬ ਦੇ ਨੇੜੇ ਇੱਕ ਜਗਨ ਦੇ ਨਾ ਲਹਨ, ਇੱਕ ਨਾ ਸੁੱਤਿਆਂ ਦੇ ਉਠਾ। ਹੁਣ ਇਹ ਫਿਜ਼ੀਕਲ ਸਲੀਪ ਦੀ ਗੱਲ ਨਹੀਂ ਹੈ,
ਇਹ ਉਹ ਹੈ ਕਿ ਵੀ ਜਿਹੜੇ ਬਿਲਕੁਲ ਸੁੱਤੇ ਹੋਏ ਨੇ ਲੇਕਿਨ ਅਚਾਨਕ ਉਹਨਾਂ ਦੀ ਕਿਸਮਤ, ਉਹਨਾਂ ਦੇ ਭਾਗ, ਜਿਹਨੂੰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਕਿ ਬੀਜ ਅੰਦਰ ਪਿਆ ਹੋਇਆ ਸੀ, ਉਹਨੇ ਕਦੋਂ ਪੁੰਗਰਨਾ ਇਹ ਅਕਾਲ ਪੁਰਖ ਦੇ ਕੋਲ ਹੈ। ਕੋਈ ਰਸਕ ਇਨਸਾਨ, ਕੋਈ ਭਲਾ ਇਨਸਾਨ, ਕੋਈ ਫਕੀਰ, ਕੋਈ ਸੰਤ, ਕੋਈ ਸਾਧੂ, ਕੋਈ ਗੁਰਮੁਖ ਤੁਹਾਡੀ ਜ਼ਿੰਦਗੀ ਦੇ ਵਿੱਚ ਆਇਆ। ਬਿਲਕੁਲ। ਪੂਰਬ ਕਰਮ ਅੰਕਰ ਜਬ ਪ੍ਰਗਟੇ, ਕੰਮ ਪਹਿਲੀ ਦਾਤ ਸੀ ਕਰਤੇ ਨੇ ਦਿੱਤੀ ਹੋਈ, ਭੇਟਿਓ ਪੁਰਖ ਰਸਕ ਬੈਰਾਗੀ, ਤੇ ਫਿਰ ਉਸ ਸਾਰੇ ਦੀ ਜਿਹੜੀ ਹੈ ਆਨੰਦ ਭਇਓ ਭੇਟਤ ਹੀ ਨਾਨਕ ਜਨਮ ਜਨਮ ਕੀ ਸੋਈ ਜਾਗੀ, ਕਿ ਅੰਦਰ ਉਹ ਪਿਆ ਸੀ ਉਹ ਜਾਗਿਆ। ਔਰ ਦੂਸਰਾ ਸ਼ਲੋਕ ਹੈ ਸਿਦਕ ਸਬੂਰੀ ਸਾਧਕਾ, ਮੈਂ ਪੜਾਂ ਜਾਂ ਓਵਰ ਕਰਦਾ ਇੱਕੋ ਹੀ ਸ਼ਲੋਕ ਦੇ ਵਿੱਚ। ਚਲੋ ਅਸੀਂ ਮੇਰਾ ਖਿਆਲ ਹੈ ਮੈਂ ਘੜੀ ਵੱਲ ਦੇਖ ਰਹੇ ਹਾਂ ਕਿਉਂਕਿ ਇਹ ਫਿਰ ਮਹੱਲਾ ਪਹਿਲਾ ਤੇ ਨਾਲ ਉਹਦੇ ਪੌੜੀ ਹੈ, ਇਹ ਵਕਤ ਲਏਗਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਵੇਂ ਸ਼ੋਅ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tveri4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੇ ਰਹੋ TVeri4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।